चलो जी करते हैं आपां शुरू। एक गल याद रखनी है, कल जी आपां लैटर सीरीज की सीगी ਉਹਦੇ ਵਿੱਚ ਕੀ ਸੀਗੇ ਇੰਗਲਿਸ਼ ਦੇ ਅੱਖਰ ਸੀਗੇ ਜਿਵੇਂ A B C ਵਗੈਰਾ ਆਪਾਂ ਫਾਰਮੂਲਾ ਵੀ ਕੀਤਾ ਸੀ ਈ ਜੋਤੀ ਵਾਲਾ। ਠੀਕ ਹੈ ਜੀ ਈ ਜੋਤੀ। ਠੀਕ ਹੈ ਜਿਹਨੂੰ ਆਪਾਂ ਯਾਦ ਰੱਖਿਆ ਸੀ ਵੀ A B C ਦਾ ਕਿਹੜਾ ਅੱਖਰ ਕਿੰਨਵੇਂ ਨੰਬਰ ਤੇ ਆਉਂਦਾ। ਅੱਜ ਆਪਾਂ ਚੀਜ਼ ਉਹੀ ਹੈ, ਅੱਜ ਆਪਾਂ ਕਰਾਂਗੇ ਨੂਮੈਰਿਕ, ਇਹਨੂੰ ਬੋਲਦੇ ਨੇ ਨੂਮੈਰਿਕ ਸੀਰੀਜ਼, ਨੰਬਰ ਸੀਰੀਜ਼। ਜ਼ਿਆਦਾਤਰ ਪੇਪਰ ਦੇ ਵਿੱਚ ਜਿਹੜੇ ਕੁਐਸਚਨ ਹੈ ਉਹ ਨੰਬਰ ਸੀਰੀਜ਼ ਵਿੱਚੋਂ ਹੀ ਆਉਂਦੇ ਆ, ਲੈਟਰ ਸੀਰੀਜ਼ ਵਿੱਚੋਂ ਵੀ ਆਉਂਦੇ ਆ, ਇੱਕ ਦੋ ਕੁਐਸਚਨ ਹੀ ਆਉਂਦੇ ਪਰ ਜ਼ਿਆਦਾ ਜਿਹੜੇ ਆਉਂਦੇ ਆ ਨੰਬਰ सीरीज विचों ही आउंदे है। ये की होएगा अपने को गिनती के अखर होणगे जिवें 12 दिता होएगा 13 14 यानी कि नुमैरिक वैल्यूआं दे बेस ते सीरीज बनी होगी तो आपां अगली जिहड़ी हैगी फिगर फाइंड आउट करनी होगी। करिए जी। पहला देखो टाइप 1। टाइप 1 की है भी ये पहली किस्म आपां वेख रहे हैं। ये की है भी जिहड़ी सीरीज है वो जां तां प्लस च बनी होनी है जां माइनस च होनी है। जां तां सीरीज विच जिहड़ी रकमां हैगियां प्लस विच होणगियां ਜਾਂ ਕਾਹਦੇ ਵਿੱਚ ਹੋਣਗੀਆਂ ਮਾਈਨਸ 'ਚ। ਜਿਵੇਂ ਆਪਾਂ ਨੂੰ ਰਕਮ ਦਿੱਤੀ ਹੋਵੇ 1, ਉਸ ਤੋਂ ਬਾਅਦ 5, ਫਿਰ 11 19 ਤੇ 29। ਮੰਨ ਲਓ ਆਪਾਂ ਨੂੰ ਇੱਕ ਸੀਰੀਜ਼ ਦਿੱਤੀ ਹੋਈ ਹੈ 1 5 11 19 ਤੇ 29। ਆਪਾਂ ਅਗਲਾ ਅੱਖਰ ਫਾਈਂਡ ਆਊਟ ਕਰਨਾ ਹੈ। ਕਰੀਏ ਜੀ। ਇਹ ਵੀ ਉਸੇ ਤਰ੍ਹਾਂ ਹੀ ਵੇਖਣਾ ਸਿੱਧਾ ਵੀ 1 ਤੋਂ 5 ਕਿਵੇਂ ਆਇਆ, 1 ਤੋਂ 5 ਕਿਵੇਂ ਆਇਆ। ਵੇਖੋ 1 'ਚ ਕਿੰਨੇ ਜੋੜਾਂਗੇ 5 ਆਊਗਾ, 4 ਜੋੜਾਂਗੇ। ਠੀਕ ਹੈ ਜੀ। ਉਸੇ ਤਰ੍ਹਾਂ 5 ਤੋਂ ਬਾਅਦ 11 ਕਿਵੇਂ ਆਇਆ, 5 ਦੇ ਵਿੱਚ ਕਿੰਨੇ ਜੋੜੀਏ 11 ਆਵੇ 6 ਜੋੜਾਂਗੇ ਜੀ। ਇੱਥੇ 4 ਪਲੱਸ ਹੋਣਗੇ, ਇੱਥੇ 6 ਪਲੱਸ। 11 ਤੋਂ 19 ਕਿਵੇਂ ਆਊਗਾ 8 ਪਲੱਸ ਹੋਣਗੇ। ਉਸ ਤੋਂ ਬਾਅਦ 19 ਤੋਂ 29 ਕਿਵੇਂ ਆਏਗਾ, ਕਿੰਨੇ ਪਲੱਸ ਹੋਣਗੇ 10। ਵੇਖੋ ਪਹਿਲਾਂ 4 ਜੁੜੇ, ਫਿਰ 6 ਜੁੜੇ, ਫਿਰ 8 ਜੁੜੇ, ਫਿਰ ਕਿੰਨੇ ਜੁੜੇ ਹੈਗੇ 10। ਇਟ ਮੀਨਜ਼ ਹਰ ਵਾਰੀ 2 ਵੱਧ ਕੇ ਜੁੜੀ ਜਾਂਦੇ ਆ। ਹਰ ਵਾਰੀ ਕਿੰਨੇ ਵੱਧ ਕੇ ਜੁੜ ਰਹੇ ਆ 2। ਅਗਲਾ ਨੰਬਰ ਕਿਵੇਂ ਆਏਗਾ, ਜੇ ਪਹਿਲਾਂ 10 ਜੁੜੇ ਆ ਤਾਂ ਆਪਾਂ ਨੂੰ ਪਤਾ ਲੱਗ ਰਿਹਾ ਵੀ ਹਰ ਵਾਰੀ 2 ਜਿਹੜੇ ਨੰਬਰ ਕੀ ਹੈ ਵੱਧ ਰਹੇ ਹੈ। ਅਗਲੀ ਵਾਰ ਕਿੰਨੇ ਜੁੜਨਗੇ 12। ਵੇਖੋ ਜੇ ਆਪਾਂ 29 ਦੇ ਵਿੱਚ ਹੁਣ 12 ਜੋੜਾਂਗੇ, 29 ਵਿੱਚ ਕਿੰਨੇ ਜੋੜੀਏ 12, ਤਾਂ ਕਿੰਨਾ ਆਨਸਰ ਆ ਜਾਏਗਾ 41। ਇਹਦਾ ਆਨਸਰ ਕੀ ਆਏਗਾ ਆਪਸ਼ਨ ਸੀ 41 ਆਨਸਰ। ਸਮਝ ਆਇਆ ਜੀ, ਪਤਾ ਲੱਗਿਆ, ਮੈਸੇਜ ਕਰੋਗੇ। ਐਸੇ ਬੇਸ ਤੇ ਸਾਰੇ ਸਵਾਲ ਆਪਣੇ ਚੱਲਣੇ ਹੈ। ਇੱਕ ਥੋੜਾ ਮੈਸੇਜ ਦੱਸਿਓ ਜੀ। ਠੀਕ ਹੈ ਜੀ, ठीक है जी, अगे करते हैं। देखो जी अगला सवाल इस तरह ही पहला वेखो 23 आया, फिर आया है 28 34 41 49। हुण आपां फाइंड आउट करना की आएगा। ਤੁਸੀਂ ਇਹ ਵੇਖਣਾ ਵੀ 23 ਤੋਂ 28 ਕਿਵੇਂ ਆਇਆ, 23 ਤੋਂ 28 ਕਿਵੇਂ ਆਇਆ, ਕਿੰਨੇ ਜੁੜ ਗਏ 5। ਉਸੇ ਤਰ੍ਹਾਂ 28 ਤੋਂ 34 ਕਿਵੇਂ ਆਇਆ, ਕਿੰਨੇ ਜੁੜ ਗਏ 6। 34 ਤੋਂ 41 ਕਿਵੇਂ ਆਇਆ, ਕਿੰਨੇ ਜੁੜ ਗਏ 7। 41 ਤੋਂ 49 ਕਿਵੇਂ ਆਇਆ, ਕਿੰਨੇ ਜੁੜ ਗਏ 8। ਦੇਖੋ ਪਹਿਲਾਂ 5 ਜੁੜੇ, ਫਿਰ 6 ਜੁੜੇ, ਫਿਰ 7 ਜੁੜੇ, ਫਿਰ 8 ਜੁੜੇ। ਯਾਨੀ ਕਿ ਹਰ ਵਾਰ ਕੀ ਹੈ ਵੀ ਇੱਕ ਇੱਕ ਅੱਖਰ ਵਧੀ ਜਾਂਦਾ, ਹਰ ਵਾਰ ਇੱਕ ਇੱਕ ਕੀ ਹੋਈ ਜਾਂਦਾ ਪਲੱਸ ਹੋ ਕੇ ਜਿਹੜਾ ਨੰਬਰ ਜੁੜੀ ਜਾਂਦਾ। ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਇਹਦਾ 49 ਹੈ। ਅਗਲੀ ਜਿਹੜੇ ਕਿੰਨੇ ਜੁੜਨਗੇ, ਪਹਿਲਾਂ 5 ਜੁੜੇ, ਫਿਰ 6 7 8, ਹੁਣ ਕਿੰਨੇ ਜੁੜਨਗੇ 9। ਯਾਨੀ ਕਿ ਜੇ ਆਪਾਂ 49 ਦੇ ਵਿੱਚ 9 ਜੋੜ ਦਈਏ ਕਿੰਨਾ ਆਪਣਾ ਆਨਸਰ ਆ ਜਾਊਗਾ 58। ਠੀਕ ਹੈ ਜੀ, ਆਪਸ਼ਨ ਬੀ ਕੀ ਹੋ ਜਾਊਗਾ ਆਪਣਾ ਆਨਸਰ। ਅਗਲਾ ਇਹ 'ਚ ਵੇਖੋ ਜੀ ਸੀਰੀਜ਼ ਹੈਗੀ ਹੈ, ਪਹਿਲਾਂ 50 ਦਿੱਤਾ ਹੈ, ਠੀਕ ਹੈ, ਫਿਰ 49 ਦਿੱਤਾ ਹੈ, ਫਿਰ 46, ਫਿਰ 41 34। ਆਪਾਂ ਇਹਨੂੰ ਫਾइंड आउट करना है। करिए जी। ਤੁਸੀਂ ਵੇਖੋ 50 ਤੋਂ 49 ਕਿਵੇਂ ਆਇਆ, ਉਹਦੇ ਵਿੱਚ ਜੁੜ ਰਿਹਾ ਸੀ, ਇਹਦੇ ਵਿੱਚ ਇੱਕ ਕੀ ਹੋ ਗਿਆ ਘਟ ਗਿਆ। ਯਾਨੀ ਕਿ 50 ਤੋਂ 49 ਕਿਵੇਂ ਆਏਗਾ, ਕਿੰਨੇ ਘਟ ਗਏ 1। ਉਵੇਂ 49 ਤੋਂ 46 ਕਿਵੇਂ ਆਏਗਾ, 49 ਦੇ ਵਿੱਚੋਂ ਆਪਾਂ ਕਿੰਨੇ ਘਟਾਵਾਂਗੇ 3। ਜਾਂ ਇੱਥੋਂ ਘਟਾ ਕੇ ਵੇਖ ਲਿਓ 49 ਤੋਂ 46 ਘਟਾਈ ਕਿੰਨਾ ਆਏਗਾ 3। 46 ਤੋਂ 41 ਕਿਵੇਂ ਆਏਗਾ, ਕਿੰਨੇ ਘਟਣਗੇ 46 ਚੋਂ 5। ਜੇ ਆਪਾਂ 46 ਚੋਂ 5 ਘਟਾ ਦਈਏ ਕਿੰਨਾ ਆ ਜਾਏਗਾ 41। 41 ਤੋਂ 34 ਕਿਵੇਂ ਆਏਗਾ, ਕਿੰਨੇ ਘਟ ਜਾਣਗੇ 7। यानी कि ध्यान ना वेखो, पहला 1 घट रहा है, फिर 3 घट रहे हैं, फिर 5 घट रहे हैं, फिर किन्ने घट रहे हैं 7। हर बारी 2 अखर बढ़ा के घट रहे हैं। पहला 1 घटिया, फिर 2 बढ़ा के 3 घट गए, फिर 3 च 2 होर जोड़ दो 5 घट गए, फिर 5 2 होर जोड़ो 7 घट गए। इस तो बाद किन्ने घटणगे, यानी कि 9। किन्ने घटणगे 9। यानी कि अपन 34 में किन्ने घटाने पैने है 9। 34 9 घटावांगे कितना आंसर आ जाऊगा 25। ठीक है जी, ऑप्शन बी की हो जाएगा आंसर। अगे
ਇੱਕ ਆਪਾਂ ਨੂੰ ਆਹ ਸੀਰੀਜ਼ ਦਿੱਤੀ ਹੋਈ ਹੈ, ਪਹਿਲਾਂ 40 ਹੈ, ਫਿਰ 30 ਹੈ, ਫਿਰ 22 ਹੈ, ਫਿਰ ਹੈਗਾ 16। ਹੁਣ ਆਪਾਂ ਇਹਦਾ ਫਾਈਂਡ ਆਊਟ ਕਰਨਾ ਵੀ ਕਿੰਨਾ ਅਗਲਾ ਆਏਗਾ। ਠੀਕ ਹੈ, ਅੱਖਰ ਅਗਲਾ ਅੱਖਰ ਕਿੰਨਾ ਆਏਗਾ। ਉਸੇ ਤਰ੍ਹਾਂ ਹੀ ਹੈ, ਦੇਖੋ 40 ਤੋਂ 30 ਕਿਵੇਂ ਆਇਆ। 40 ਤੋਂ 30 ਕਿਵੇਂ ਆਏਗਾ, ਕਿੰਨੇ ਘਟ ਗਏ 10, ਯਾਨੀ ਕਿ ਕਿੰਨੇ ਘਟਾਤੇ 10। ਉਵੇਂ 30 ਤੋਂ 22 ਕਿਵੇਂ ਆਇਆ, 30 ਚੋਂ ਕਿੰਨੇ ਘਟਾਈਏ 22 ਆਵੇ 8, ਯਾਨੀ ਕਿ ਕਿੰਨੇ ਘਟਾਤੇ 8। ਆਵਾਜ਼ ਸਹੀ ਨਹੀਂ ਆ ਰਹੀ। ਇੱਕ ਮਿੰਟ ਜੀ, ਮਾਈਕ ਸਹੀ ਕਰ ਲਈਏ। ਹੈਲੋ, ਆ ਸਵਾਲ ਆਪਾਂ ਦੁਬਾਰਾ ਕਰਦੇ ਹਾਂ। ਠੀਕ ਹੈ ਜੀ, ਮਾਈਕ ਦੀ ਹੁਣ ਆਵਾਜ਼ ਸਹੀ ਆ ਰਹੀ ਹੈ ਨਾ। ਆ ਦੇਖੋ ਜੀ, ਆਪਾਂ ਨੂੰ ਇੱਕ ਸੀਰੀਜ਼ ਦਿੱਤੀ ਹੋਈ ਹੈ, ਪਹਿਲਾਂ 40 ਦਿੱਤਾ ਹੋਇਆ, ਫਿਰ 30 ਦਿੱਤਾ ਹੋਇਆ, ਫਿਰ 22, ਫਿਰ 16। ਆਪਾਂ ਅਗਲੀ ਰਕਮ ਪਤਾ ਕਰਨੀ ਹੈ ਵੀ ਕਿੰਨੀ ਹੈ। ਤੁਸੀਂ ਵੇਖੋ 40 ਤੋਂ 30 ਕਿਵੇਂ ਆਇਆ, 40 ਤੋਂ 30 ਕਿਵੇਂ ਆਏਗਾ, ਕਿੰਨੇ ਘਟ ਗਏ 10। ਠੀਕ ਹੈ ਜੀ, 30 ਤੋਂ 22 ਕਿਵੇਂ ਆਇਆ, ਕਿੰਨੇ ਘਟੇ ਹੋਣੇ ਆ 8। ਜੇ ਆਪਾਂ 30 ਚੋਂ 22 ਘਟਾ ਦਈਏ ਕਿੰਨਾ ਆ ਜਾਏਗਾ 8। ਉਸੇ ਤਰ੍ਹਾਂ 22 ਚੋਂ 16, 22 ਚੋਂ ਕਿੰਨੇ ਘਟਾਉਣੇ ਪੈਣਗੇ, 16 ਆਵੇ 6। ਪਹਿਲਾਂ ਯਾਨੀ ਕਿ 10 ਘਟ ਗਏ, ਫਿਰ 8 ਘਟੇ ਆ, ਫਿਰ 6 ਘਟੇ ਆ। ਇਟ ਮੀਨ ਜੇ ਇੱਥੋਂ ਚੈੱਕ ਕਰ ਲਿਆ ਕਰੋ, 10 ਤੋਂ 8 ਯਾਨੀ ਕਿ 2 ਘਟੇ ਆ, 8 ਤੋਂ 6 ਫਿਰ 2 ਘਟੇ ਆ, ਯਾਨੀ ਕਿ ਇਸ ਤੋਂ ਬਾਅਦ ਵੀ ਕਿੰਨੇ ਘਟਣਗੇ 2। ਯਾਨੀ ਕਿ ਜੇ ਆਪਾਂ ਫਿਰ 2 ਘਟਾਵਾਂਗੇ ਕਿੰਨਾ ਆ ਜਾਊਗਾ 4। ਕਿੰਨੇ ਘਟਾਉਣੇ ਪੈਣੇ ਆ, 6 ਚੋਂ 2 ਘਟਾਵਾਂਗੇ ਕਿੰਨਾ ਘਟਣੇ ਆ 4। 16 ਚੋਂ ਆਪਾਂ ਜੇ 4 ਘਟਾਈਏ ਕਿੰਨਾ ਆਨਸਰ ਆ ਜਾਏਗਾ ਆਪਾਂ ਨੂੰ 12। ਠੀਕ ਹੈ ਜੀ, ਪਤਾ ਲੱਗ ਗਿਆ ਜੀ। ਆਪਸ਼ਨ ਏ ਕੀ ਹੋ ਜਾਏਗਾ ਇਹਦਾ ਆਨਸਰ। ਅੱਗੇ ਕਰੀਏ ਜੀ। ਹੁਣ ਆਪਾਂ ਨੂੰ ਇੱਕ ਆਹ ਸੀਰੀਜ਼ ਦਿੱਤੀ ਹੋਈ ਹੈ, ਪਹਿਲਾਂ ਦਿੱਤਾ ਹੋਇਆ 5, ਫਿਰ 11, 17, 25, 33 ਤੇ 43। ਆਪਾਂ ਅਗਲੀ ਰਕਮ ਕੀ ਕਰਨੀ ਹੈ, ਫਾਈਂਡ ਆਊਟ। ਉਸੇ ਤਰ੍ਹਾਂ ਹੀ ਹੈ, ਵੇਖੋ 5 ਤੋਂ 11 ਕਿਵੇਂ ਆਇਆ, 5 ਦੇ ਵਿੱਚ ਕਿੰਨੇ ਜੋੜਤੇ ਹੋਣੇ ਆ, 5 ਤੋਂ 11 ਤਾਂ ਵੱਡਾ ਹੀ ਹੈ ਨਾ, ਯਾਨੀ ਕਿ 5 ਵਿੱਚ ਰਕਮ ਕੀ ਹੈ ਕਿ ਜੁੜੀ ਹੈ। ਕਿੰਨੇ ਜੁੜੇ, ਇਟ ਮੀਨਸ 6। 5 'ਚ ਆਪਾਂ 6 ਜੋੜ ਦਈਏ ਕਿੰਨਾ ਬਣ ਗਿਆ 11। ਫਿਰ 11 ਤੋਂ 17 ਕਿਵੇਂ ਆਇਆ, ਫਿਰ ਵੇਖੋ 6 ਜੁੜ ਗਏ। ਠੀਕ ਹੈ ਜੀ, ਫਿਰ 17 ਤੋਂ 25 ਕਿਵੇਂ ਆਇਆ, ਕਿੰਨੇ ਜੁੜ ਗਏ 8। ਜੇ ਆਪਾਂ 17 ਦੇ ਵਿੱਚ 8 ਜੋੜੀਏ 25 ਆ ਗਿਆ। 25 ਦੇ ਵਿੱਚ 25 ਤੋਂ 33 ਕਿਵੇਂ ਆਇਆ, ਫਿਰ 8 ਜੁੜ ਗਏ। 33 ਤੋਂ 43 ਕਿਵੇਂ ਆਇਆ, ਕਿੰਨੇ ਜੁੜ ਗਏ 10। ਯਾਨੀ ਕਿ ਪਹਿਲਾਂ 6 ਜੁੜੇ, ਫਿਰ 6 ਜੁੜੇ, ਫਿਰ 8 ਜੁੜੇ, ਫਿਰ 8 ਜੁੜੇ। ਠੀਕ ਹੈ ਜੀ, ਇਹਨੂੰ ਇਦਾਂ ਵੀ ਚੈੱਕ ਕਰ ਸਕਦੇ ਤੁਸੀਂ, ਯਾਨੀ ਕਿ ਪਹਿਲਾਂ 0 ਜੁੜਿਆ, ਫਿਰ ਕਿੰਨੇ ਜੁੜ ਗਏ 2, ਫਿਰ ਕਿੰਨੇ ਜੁੜੇ 0, ਫਿਰ ਕਿੰਨੇ ਜੁੜੇ 2। ਇੱਥੋਂ ਚੈੱਕ ਹੋ ਜਾਂਦਾ ਵੀ ਪਹਿਲਾਂ ਕੋਈ ਰਕਮ ਨਹੀਂ ਜੋੜਨੀ, ਫਿਰ 2 ਜੋੜਨੇ ਆ, ਫਿਰ ਕੋਈ ਨਹੀਂ ਜੋੜਨੀ, ਫਿਰ 2 ਜੋੜਨੇ ਆ। ਯਾਨੀ ਕਿ ਅਗਲੀ ਦੇ ਵਿੱਚ ਕੋਈ ਰਕਮ ਨਹੀਂ ਜੋੜਨੀ, ਕੋਈ ਰਕਮ ਨਹੀਂ ਜੋੜਨੀ ਮੀਨਿੰਗ 0 ਜੋੜਨਾ। 0 ਮੀਨਿੰਗ ਕਿੰਨੇ ਰਹੂਗਾ ਸੇਮ, 10 ਹੀ ਜੋੜਨੇ ਆ। ਕਿੰਨੇ ਜੁੜਨਗੇ 10। 43 ਜੀ ਆਪਾਂ 10 ਜੋੜਾਂਗੇ ਕਿੰਨਾ ਆ ਜਾਊਗਾ 53 ਆਨਸਰ। ਪਤਾ ਲੱਗਿਆ ਜੀ। ਧਿਆਨ ਨਾਲ ਵੇਖੋ, ਪਹਿਲਾਂ 2 ਵਾਰੀ 6 6 ਜੁੜੇ ਆ, ਫਿਰ 2 ਵਾਰੀ 8 8 ਜੁੜੇ ਆ। ਹੁਣ ਆਪਾਂ ਨੂੰ ਰਕਮ ਦਿੱਤੀ ਸੀ 10, ਯਾਨੀ ਕਿ 2 ਵਾਰ ਕਿੰਨਾ ਜੁੜੂਗਾ 10 10 ਜੁੜੇਗਾ। ਜਾਂ ਤੁਸੀਂ ਇਦਾਂ ਚੈੱਕ ਕਰ ਸਕਦੇ ਹੋ, 6 ਤੋਂ 6 ਜੁੜਿਆ ਯਾਨੀ ਕਿ ਕੋਈ ਰਕਮ ਨਹੀਂ ਜੁੜੀ, 0 ਜੁੜਿਆ। 6 ਤੋਂ ਫਿਰ 8 ਯਾਨੀ ਕਿ 2 ਜੁੜ ਗਏ। 8 ਤੋਂ ਫਿਰ 8 ਯਾਨੀ ਕਿ 0 ਜੁੜਿਆ, ਫਿਰ 2 ਜੁੜੇ। ਇੱਕ ਵਾਰੀ 0 ਜੁੜੀ ਜਾਂਦਾ, ਇੱਕ ਵਾਰੀ 2, ਇੱਕ ਵਾਰੀ 0, ਇੱਕ ਵਾਰੀ 2 ਅੱਖਰ। ਇਸ ਤੋਂ ਬਾਅਦ ਫਿਰ 0 ਜੋੜਾਂਗੇ, 10 ਦੇ ਵਿੱਚ 0, 10 ਆ ਗਿਆ ਜੀ। 43 ਚ 10 ਜੋੜੇ ਕਿੰਨਾ ਆਨਸਰ ਆ ਜਾਏਗਾ 53। ਆਪਸ਼ਨ ਡੀ ਕੀ ਹੋ ਜਾਊਗਾ ਆਪਣਾ ਰਾਈਟ ਆਨਸਰ। ਠੀਕ ਹੈ ਜੀ। ਅਗਲਾ ਸਵਾਲ ਵੇਖੋ ਜੀ, ਇਹਦੇ ਵਿੱਚ ਕੀ ਹੈ, ਪਹਿਲਾਂ 12 ਆਇਆ, ਫਿਰ 22, 27, 37, 42, 52। ਹੁਣ ਆਪਾਂ ਦੇਖਣਾ ਵੀ ਅਗਲੇ ਜਿਹੜੀ ਹੈਗੀ ਰਕਮ ਕੀ ਆਏਗੀ। ਠੀਕ ਹੈ ਜੀ, ਕਰੀਏ ਆਪਾਂ। ਵੇਖੋ ਪਹਿਲਾਂ 12 ਤੋਂ ਵੇਖੋ 22 ਕਿਵੇਂ ਆਇਆ, 12 ਤੋਂ 22 ਕਿਵੇਂ ਆਇਆ, ਕਿੰਨੇ ਜੁੜ ਗਏ 10। 12 ਤੋਂ 22 ਕਿੱਦਾਂ ਆਇਆ, ਕਿੰਨੇ ਜੁੜੇ ਹੈਗੇ ਆ 10। ਉਸ ਤੋਂ ਬਾਅਦ 22 ਤੋਂ 27, 22 ਤੋਂ ਆਇਆ 27, 22 ਵਿੱਚ ਕਿੰਨੇ ਜੋੜਤੇ 5, ਯਾਨੀ ਕਿ ਜੇ 22 ਚ ਆਪਾਂ 5 ਜੋੜੀਏ ਕਿੰਨਾ ਬਣ ਗਿਆ 27। 27 ਤੋਂ 37, 37, 27 ਦੇ ਵਿੱਚ ਕਿੰਨੇ ਜੋੜਾਂਗੇ 37 ਆਵੇ 10। ਠੀਕ ਹੈ ਜੀ। 37 ਤੋਂ 42 ਯਾਨੀ ਕਿ ਕਿੰਨੇ ਜੋੜਾਂਗੇ 5। 42 ਤੋਂ 52, 52,
42 ਤੋਂ 52, 42 ਤੋਂ 52 ਕਿੰਨਾ ਕਿਵੇਂ ਆਇਆ, ਕਿੰਨੇ ਜੁੜ ਗਏ 10। ਉਹ ਆਪਾਂ ਅਗਲਾ ਪਤਾ ਕਰਨਾ ਕਿੰਨੇ ਜੁੜਨਗੇ। ਦੇਖੋ 12 ਤੋਂ 22 ਆਇਆ, 10 ਜੋੜੇ, 22 ਵਿੱਚ 5 ਜੋੜਾਂਗੇ 27 ਆ ਜਾਊਗਾ, 27 ਚ 10 ਜੋੜਾਂਗੇ 37 ਆ ਜਾਏਗਾ, 37 ਤੋਂ ਬਾਅਦ 5 ਜੋੜਾਂਗੇ 42 ਆ ਜਾਊਗਾ, 42 ਵਿੱਚ 10 ਜੋੜਾਂਗੇ 52 ਆ ਜਾਏਗਾ। ਹੁਣ ਆਪਾਂ ਅਗਲੀ ਪਤਾ ਕਰਨੀ ਹੈ। देखो पहला 10 जुड़ रहे हैं, फिर 5 जुड़ रहे हैं, फिर 10 जुड़ रहे हैं, फिर कितने जुड़ रहे हैं 5। एक सीक्वेंस बन रही है भी एक बार 10 जोड़ने, एक बार 5 जोड़ने। आपको बिल्कुल क्लीयर पता लग रहा है भी एक बार 10 जोड़ने, एक बार कितने जोड़ने हैं 5 जोड़ने हैं। देखो पहला 10 जोड़ते, फिर 5 जोड़ते, फिर 10 जोड़ते, फिर 5 जोड़ते, फिर कितने जोड़ते 10, यानी कि हम कितने जोड़ेंगे 5, कितने जोड़ेंगे 5। जे आप 52 च 5 जोड़ दी कितना अंतर आ जाऊगा 57, कितना अंतर आ जाएगा 57। ਜਾਂ ਤੁਸੀਂ ਇੱਥੋਂ ਵੀ ਚੈੱਕ ਕਰ ਸਕਦੇ ਹੋ। ਤੁਸੀਂ ਆਹ ਵੇਖੋ ਜੀ, ਯਾਨੀ ਕਿ ਪਹਿਲੀ ਵਾਰ ਕਿੰਨੇ ਜੁੜੇ 10, ਠੀਕ ਹੈ ਜੀ। 10 ਤੋਂ 5 ਯਾਨੀ ਕਿ 5 ਘਟ ਗਏ, 5 ਘਟਾ ਕੇ ਜੋੜਨੇ ਆ। ਉਸ ਤੋਂ ਬਾਅਦ 5 ਪਲੱਸ ਕਰਕੇ ਜੋੜਨੇ ਆ, ਫਿਰ 5 ਘਟਾ ਕੇ ਜੋੜਨੇ ਆ, ਫਿਰ ਕੀ ਹੈਗਾ 5 ਤੋਂ ਲੈ ਕੇ 10 ਹੋ ਗਿਆ, 5 ਪਲੱਸ ਕਰਕੇ ਜੋੜਨੇ ਆ, ਯਾਨੀ ਕਿ ਹੁਣ 5 ਘਟਾ ਕੇ ਜੋੜਨੇ ਆ। ਪਹਿਲਾਂ 10 ਜੋੜੇ ਸੀਗੇ, 10 ਚੋਂ 5 ਘਟਾਵਾਂਗੇ, ਕਿੰਨੇ ਜੋੜਨੇ ਹੈਗੇ ਆ 5 ਜੋੜਨੇ ਆ। 52 ਵਿੱਚ 5 ਜੋੜਾਂ ਕਿੰਨਾ ਅੰਤਰ ਆ ਜਾਊਗਾ 57। ਤੁਸੀਂ ਕਿਵੇਂ ਵੀ ਚੈੱਕ ਕਰ ਸਕਦੇ ਹੋ, ਠੀਕ ਹੈ ਜੀ। ਅਗਲਾ ਸਵਾਲ ਦੇਖੋ ਜੀ, 12 16 13 17 14 ਤੇ 18, 12 16 13 17 14 ਤੇ 18 ਇਹਨੂੰ ਆਪਾਂ ਫਾਈਂਡ ਆਊਟ ਕਰਨਾ। ਕਰੀਏ ਜੀ। ਦੇਖੋ 12 ਤੋਂ 16 ਕਿਵੇਂ ਆਇਆ, 12 ਤੋਂ 16 ਕਿਵੇਂ ਆਇਆ, 12 ਵਿੱਚ ਜੇ ਆਪਾਂ 4 ਜੋੜਾਂਗੇ 16 ਆ ਗਿਆ। 16 ਤੋਂ 13 ਕਿਵੇਂ ਆਇਆ, ਦੇਖੋ ਇੱਥੇ ਘਟੇ ਹੈ, ਇਹ ਨਿਸ਼ਾਨ ਲਿਖ ਲਿਓ, ਜਿਵੇਂ ਇੱਥੇ ਜੋੜਿਆ ਹੈ ਤਾਂ +4 ਲਿਖ ਲਿਓ, ਇੱਥੇ ਵੇਖੋ ਘਟ ਗਏ। ਇਹ ਇਕੱਠੀ ਸੀਰੀਜ਼ ਹੈ, ਇੱਕ ਵਾਰੀ ਪਲੱਸ ਹੋ ਰਿਹਾ, ਇੱਕ ਵਾਰੀ ਮਾਈਨਸ ਹੋ ਰਿਹਾ, ਇਸ ਲਈ ਨਿਸ਼ਾਨ ਦੀ ਨਿਗਾਹ ਰੱਖਣੀ ਹੈ। ਪਹਿਲਾਂ 4 ਪਲੱਸ ਹੋ ਰਹੇ ਹੈ, ਫਿਰ 3 ਕੀ ਹੋਇਆ ਮਾਈਨਸ ਹੋਏ ਹੈ, ਫਿਰ 13 ਵਿੱਚ ਫਿਰ 17 ਆ ਗਈ, ਯਾਨੀ ਕਿ 4 ਜੁੜ ਗਏ, ਠੀਕ ਹੈ ਜੀ, ਯਾਨੀ ਕਿ 4 ਪਲੱਸ ਹੋ ਰਹੇ ਹੈ। 17 ਤੋਂ ਫਿਰ 14 ਆ ਗਏ, ਯਾਨੀ ਕਿ 3 ਕੀ ਹੈਗੇ ਘਟ ਗਏ, ਠੀਕ ਹੈ ਜੀ। 14 ਤੋਂ 18 ਆ ਗਏ, ਕੀ ਹੋ ਗਿਆ 4 ਕੀ ਹੈਗੇ ਜੁੜ ਗਏ। ਇੱਕ ਵਾਰ ਵੇਖੋ 4 ਜੁੜੀ ਜਾਂਦੇ ਹੈ, ਇੱਕ ਵਾਰੀ 3 ਘਟੀ ਜਾਂਦੇ ਹੈ, ਫਿਰ 4 ਜੁੜ ਗਏ, ਇੱਕ ਵਾਰੀ ਫਿਰ 3 ਘਟ ਗਏ, ਫਿਰ 4 ਜੁੜ ਗਏ। ਅਗਲੀ ਸੀਰੀਜ਼ ਵਿੱਚ ਕੀ ਹੋਣਾ 3 ਘਟਨੇ ਹੈ, ਇੱਕ ਵਾਰੀ 4 ਜੋੜਨਾ, ਦੂਜੀ ਵਾਰੀ 3 ਘਟਾਉਣਾ, 4 ਜੋੜਨਾ 3 ਘਟਾਉਣਾ, ਉਸੇ ਤਰ੍ਹਾਂ 4 ਜੋੜਨਾ, ਲਾਸਟ 'ਚ ਫਿਰ ਕੀ 3 ਘਟਣਗੇ, ਯਾਨੀ ਕਿ 18 ਦੇ ਵਿੱਚੋਂ 3 ਘਟਾ ਦਾਂ ਕਿੰਨਾ ਅੰਤਰ ਆ ਜਾਊਗਾ 15, ਕਿੰਨਾ ਅੰਤਰ ਆ ਜਾਏਗਾ 15, ਠੀਕ ਹੈ ਜੀ। ਪਤਾ ਲੱਗਿਆ, ਅੱਗੇ ਕਰੀਏ ਜੀ। ਇਹ ਵੀ ਸਵਾਲ ਉਦਾਂ ਹੀ ਹੈਗਾ ਜਮਾਂ ਸੇਮ, ਪਰ ਇਹਦੇ ਵਿੱਚ ਆਪਸ਼ਨ ਕੀ ਹੈ ਆਨਸਰ 2 ਹੈ, ਇੱਕ A ਆਪਾਂ ਲੱਭਣਾ, ਇੱਕ ਕੀ ਲੱਭਣਾ B ਲੱਭਣਾ, ਆਪਾਂ 2 ਵੈਲਿਊਜ਼ ਲੱਭਣੀ ਹੈ, ਠੀਕ ਹੈ ਜੀ। ਤੁਸੀਂ ਵੇਖੋ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਵੀ ਕਈ ਵਾਰੀ ਜਿਹੜੀ ਸੀਰੀਜ਼ ਕੀ ਹੁੰਦੀ ਹੈ ਡਬਲ ਸੀਰੀਜ਼ ਹੁੰਦੀ ਹੈ, ਜੇ ਕਾਫੀ ਲੰਬੀ ਸੀਰੀਜ਼ ਹੋਵੇ ਤਾਂ ਆਮ ਤੌਰ 'ਤੇ ਕਿਹੜੀ ਸੀਰੀਜ਼ ਹੁੰਦੀ ਹੈ ਡਬਲ ਸੀਰੀਜ਼। ਤੁਸੀਂ ਪਹਿਲਾਂ ਕੀ ਕਰਨਾ ਆਮ ਹੀ ਵੇਖੋ ਪਤਾ ਕਰਕੇ, ਤੁਸੀਂ ਪਹਿਲਾਂ ਇਹ ਵੇਖਣਾ ਵੀ ਇਹ ਸਿੰਗਲ ਸੀਰੀਜ਼ ਵਾਂਗੂ ਸਵਾਲ ਹੱਲ ਹੋ ਜਾਏਗਾ। ਧਿਆਨ ਨਾਲ ਚੈੱਕ ਕਰੋ, ਜੇ ਆਪਾਂ 3 ਤੋਂ 5 ਵੇਖੀਏ ਕਿੰਨਾ ਹੈਗਾ 2 ਪਲੱਸ ਹੋਏ, ਫਿਰ 5 ਤੋਂ 6 ਕਿਵੇਂ ਬਣਿਆ 1 ਪਲੱਸ ਹੋਇਆ, 6 ਤੋਂ 4 ਕਿਵੇਂ 6 ਤੋਂ 10 ਬਣਿਆ 4 ਪਲੱਸ ਹੋ ਗਏ, ਫਿਰ 1 ਕੀ ਹੋ ਗਿਆ ਮਾਈਨਸ ਹੋ ਗਿਆ, ਫਿਰ 6 ਪਲੱਸ ਹੋ ਗਏ, ਫਿਰ ਕੀ ਹੈ 3 ਮਾਈਨਸ ਹੋ ਗਏ, ਠੀਕ ਹੈ ਜੀ। ਇਹਦੇ ਵਿੱਚ ਵੇਖੋ ਧਿਆਨ ਨਾਲ ਕੋਈ ਸੀਰੀਜ਼ ਬਣ ਨਹੀਂ ਰਹੀ, ਇੱਕ ਵਾਰੀ 2 ਪਲੱਸ ਹੋਏ ਆ, ਫਿਰ 1 ਪਲੱਸ ਹੋਇਆ, ਫਿਰ 4 ਹੋ ਗਏ, ਫਿਰ -1 ਹੋ ਗਿਆ, ਫਿਰ 6 ਹੋ ਗਏ, ਕੋਈ -3 ਹੋ ਗਿਆ। ਧਿਆਨ ਨਾਲ ਵੇਖੋ ਕੋਈ ਸੀਰੀਜ਼ ਨਹੀਂ ਬਣ ਰਹੀ। ਦੂਜੀ ਇਹ ਵੀ ਜਿਹੜੀ ਸੀਰੀਜ਼ ਕਾਫੀ ਕੀ ਹੈਗੀ ਲੰਮੀ ਹੈ, ਜਦੋਂ ਤੁਹਾਨੂੰ ਕੱਲ੍ਹ ਵੀ ਦੱਸਿਆ ਜੇ ਸੀਰੀਜ਼ ਦੇ ਵਿੱਚ ਜਿਹੜੀਆਂ ਰਕਮਾਂ ਜ਼ਿਆਦਾ ਹੋਣ ਤਾਂ ਮੋਸਟਲੀ ਉਹ ਕਿਹੜੀ ਸੀਰੀਜ਼ ਹੁੰਦੀ ਹੈ ਡਬਲ ਸੀਰੀਜ਼ ਹੁੰਦੀ ਹੈ। ਇੱਕ ਇੱਕ ਅੱਖਰ ਛੱਡ ਕੇ ਆਪਾਂ ਉਹਨੂੰ ਚੈੱਕ ਕਰਨਾ ਹੁੰਦਾ, ਉਵੇਂ ਕਰੀਏ ਚੈੱਕ ਇੱਕ ਇੱਕ ਅੱਖਰ ਛੱਡ ਕੇ। ਵੇਖੋ ਜੇ 3 ਨੂੰ 5 ਛੱਡ ਦਾਂਗੇ ਕਿਹਦੇ ਨਾਲ ਚੈੱਕ ਕਰਾਂਗੇ 6 ਨਾਲ, ਫਿਰ ਆਪਾਂ 10 ਛੱਡ ਦਾਂਗੇ 6 ਨੂੰ ਕਿਹਨਾਂ ਚੈੱਕ ਕਰਾਂਗੇ 9 ਨਾਲ, ਫਿਰ ਆਪਾਂ 15 ਛੱਡ ਦਾਂਗੇ ਫਿਰ ਕਿੰਨਾ ਚੈੱਕ ਕਰਾਂਗੇ 12 ਨਾਲ, ਫਿਰ ਆਪਾਂ A ਛੱਡ ਦਾਂਗੇ ਕਿਹਦੀ ਵੈਲੂ ਆ ਜੂਗੀ ਇਹਦੇ ਨਾਲ B ਦੀ, ਇਹਦੀ ਵੈਲੂ ਆਊਗੀ B ਦੀ, ਠੀਕ ਹੈ ਨਾ। ਇੱਕ ਇੱਕ ਅੱਖਰ ਛੱਡਾਂਗੇ, ਜੇ ਆਪਾਂ 3 ਲਵਾਂਗੇ ਤਾਂ 5 ਛੱਡਣਾ ਹੈ, ਠੀਕ ਹੈ। 6 ਦੇ ਨਾਲ ਫਿਰ 10 ਛੱਡ ਦੇਣਾ 9 ਆ ਜਾਏਗਾ, 9 ਦੇ ਨਾਲ ਪਹਿਲਾਂ ਵੇਖੋ 3 ਦੀ ਹੈਗੀ ਵੈਲੂ 6 ਨਾਲ ਹੋਊਗੀ, 5 ਛੱਡਤਾ, 10 ਛੱਡ ਦਾਂਗੇ 9 ਨਾਲ, ਠੀਕ ਹੈ। 15 ਛੱਡ ਦਿਓ 12 ਨਾਲ, 12 ਦੇ ਨਾਲ ਵੈਲੂ ਕਿਹੜੀ ਹੈ A, ਫਿਰ A ਛੱਡਾਂਗੇ ਕਿਹਦੀ ਵੈਲੂ ਨਿਕਲੂਗੀ B ਦੀ, ਕੱਢੀ ਪਹਿਲਾਂ B ਦੀ ਵੈਲੂ। ਵੇਖੋ ਆਹ ਸੀਰੀਜ਼ ਕੀ ਬਣ ਗਈ, ਕਿੰਨੇ ਜੁੜ ਗਏ 3, ਫਿਰ ਕਿੰਨੇ ਜੁੜ ਗਏ 3,
फिर 9 ਤੋਂ 12 3 जुड़ गए, यानी कि हर बार 3 जुड़ी आते हैं। हूँ 3 जोड़ांगे बी की वैल्यू कितनी आ जाएगी 15, यानी कि बी की वैल्यू कितनी आ जाएगी 15, 3 6 9 12, ठीक है जी। यानी कि बी की वैल्यू आपको पता लग गया कितनी आ गई 15। हूँ यानी कि या तो ऑप्शन देखो ए आंसर नहीं होएगा कि बी की वैल्यू बी है, ये कट्टिया जाऊगा, ये भी कट्टिया जाऊगा, या तो आंसर सी होएगा या कि आंसर होगा हूँ डी, क्योंकि आपको पता है जी बी की वैल्यू कितनी है 15 है, तो दो ऑप्शन ही है, ਜਾਂ सी है तो ਜਾਂ डी है। हूँ दूजी सीरीज चैक करो, 5 ਤੋਂ 10, 10 ਤੋਂ 15, ठीक है, 5 ਤੋਂ 10 छीका छड़ देना है, 10 ਤੋਂ 15 नाया छड़ देना है, 15 ਤੋਂ फिर 12 छड़ के कि वैल्यू निकल जूगी ए। चैक करो 5 ਤੋਂ 10 किमें आया 5 जुड़ गए, 10 ਤੋਂ 15 किमें आया 5 जुड़ गए, यानी कि हर बार किन्ने किन्ने जोड़ने दूसरी सीरीज 5 5, 15 में 5 जोड़ा कितना आंसर आ जाऊगा, ए की वैल्यू कितनी आ जाएगी 20, ए की वैल्यू कितनी निकल आएगी 20, ठीक है जी। ऑप्शन डी की हो जाएगा अपना आंसर। समझ आ रहा जी? ये तुम थोड़ा जिहा दसोगे मैसेज लेके भी समझ आ रहा कि नहीं आ रहा? हूँ आप अगली फिर टाइप शुरू करते हैं। मैसेज तो दसोगे जी, समझ आ रहा जी? मैसेज करके दसोगे, ऑल डन, ओके जी, ओके जी। चलो आप अगली सीरीज शुरू करते हैं, थोड़ा जिन्हों ध्यान नाल समझना है। एक सवाल आह सीरीज चो पक्का ही होना है अभाज्य तो। देखो अभाज्य संख्यावां नूं बोलदे ने प्राइम नंबर, ਇਹ ਸਾਰੇ ਸਵਾਲ ਦੱਸੀ ਜਾਂਦਾ ਜਿਹੜੇ ਜਿਹੜੇ ਆਉਣਗੇ ਵੀ ਪ੍ਰਾइम ਨੰਬਰ ਹੁੰਦੇ ਕਿਹੜੇ ਆ। ਇਹਦੇ ਵਿੱਚੋਂ ਹੀ ਮੋਸਟਲੀ ਸਵਾਲ ਆਉਂਦਾ ਹੈ, ਇੱਕ ਤਾਂ ਸਵਾਲ ਪੱਕਾ ਇਹਦੇ ਵਿੱਚ ਆਹ ਸੀਰੀਜ਼ ਵਿੱਚ ਇੱਕ ਸਵਾਲ ਆਉਣਾ ਹੀ ਹੋਣਾ ਹੈ, ਠੀਕ ਹੈ ਜੀ। ਪਹਿਲਾਂ ਆਪਾਂ ਦੇਖਦੇ ਹਾਂ ਵੀ ਪ੍ਰਾइम ਨੰਬਰ ਹੁੰਦੇ ਕਿਹੜੇ ਆ। ਪਹਿਲਾਂ ਆਪਾਂ ਪ੍ਰਾइम ਨੰਬਰਾਂ ਬਾਰੇ ਗੱਲ ਕਰਦੇ ਹਾਂ, ਠੀਕ ਹੈ ਜੀ। ਵੇਖੋ ਕਈ ਤਰ੍ਹਾਂ ਦੇ ਨੰਬਰ ਹੁੰਦੇ ਆ, ਤੁਸੀਂ ਇੱਥੇ ਥੋੜਾ ਨੋਟ ਕਰ ਲਓ। ਵੈਸੇ ਆਪਾਂ ਇੱਕ ਅਲੱਗ ਟੌਪਿਕ ਤੇ ਕਰਾਂਗੇ ਇਹ ਵੀ ਨੰਬਰ ਰੈਸ਼ਨਲ ਨੰਬਰ ਕਿਹੜੇ ਹੁੰਦੇ ਆ, ਰੀਅਲ ਕਿਹੜੇ ਹੁੰਦੇ ਆ, ਇਰੈਸ਼ਨਲ ਕਿਹੜੇ ਹੁੰਦੇ ਆ, ਇਹ ਆਪਾਂ ਸਾਰੇ ਕਰਾਂਗੇ। ਪਰ ਇੱਥੇ ਆਪਾਂ ਆਪਦਾ ਟੌਪਿਕ ਲਈ ਜਿਹੜਾ ਸੀਰੀਜ਼ ਨਾਲ ਰਿਲੇਟਡ ਹੈ, ਇਹਦੇ ਲਈ ਆਪਾਂ 2-3 ਚੀਜ਼ਾਂ ਹੀ ਸਮਝਾਂਗੇ। ਇੱਕ ਤਾਂ ਆਪਾਂ ਵੇਖੋ, ਤੁਹਾਨੂੰ ਪਤਾ ਹੋਣਾ ਚਾਹੀਦਾ ਜਿਸ਼ਟ ਸੰਖਿਆਵਾਂ। ਪਹਿਲਾਂ ਤੁਸੀਂ ਪ੍ਰਕਿਰਤਿਕ ਸਮਝੋ ਜੀ। ਪਹਿਲਾਂ ਹੁੰਦੀਆਂ ਹੈਗੀਆਂ ਪ੍ਰਾਕਿਰਤਿਕ ਸੰਖਿਆਵਾਂ, ਪ੍ਰਕਿਰਤਿਕ ਵੀ ਬੋਲ ਦਿੰਦੇ ਨੇ, ਇੰਗਲਿਸ਼ 'ਚ ਬੋਲਦੇ ਨੇ ਉਹਨੂੰ ਨੈਚੁਰਲ ਨੰਬਰ। ਕਿਹੜੇ ਨੰਬਰ ਜੀ? ਨੈਚੁਰਲ। ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਪੈਨ ਨਹੀਂ ਚੱਲ ਰਿਹਾ। ਪਹਿਲਾਂ ਆਪਾਂ ਕਰਦੇ ਹੈਗੇ ਨੈਚੁਰਲ ਨੰਬਰ ਦੀ ਗੱਲ, ਠੀਕ ਹੈ ਜੀ। ਪ੍ਰਕਿਰਤਿਕ ਸੰਖਿਆਵਾਂ ਤੁਸੀਂ ਯਾਦ ਰੱਖਣਾ, 1 ਤੋਂ ਸ਼ੁਰੂ ਹੁੰਦੀਆਂ, 1 2 3 4 5 6। ਜਿੰਨੀਆਂ ਵੀ ਪੋਜ਼ਿਟਿਵ ਹੈਗੀਆਂ ਸਾਰੀਆਂ ਕੀ ਹੁੰਦੀਆਂ? ਪ੍ਰਕਿਰਤਿਕ, ਪਲੱਸ ਵਾਲੀਆਂ, ਮਾਈਨਸ ਵਾਲੀਆਂ ਨਹੀਂ। 1 ਤੋਂ ਸ਼ੁਰੂ ਕਰਕੇ ਕਿੰਨੀਆਂ ਮਰਜ਼ੀ, ਇਹਨੇ ਕੀ ਹੁੰਦੀਆਂ? ਅਣਗਿਣਤ ਹੁੰਦੀਆਂ, ਇਹਨੂੰ ਬੋਲਦੇ ਨੇ ਇਨਫਿਨਿਟੀ, ਵੀ ਇਹ ਖਤਮ ਨਹੀਂ ਹੁੰਦੀਆਂ। ਜਿਹੜੀਆਂ ਪ੍ਰਕਿਰਤਿਕ ਸੰਖਿਆਵਾਂ ਕੀ ਹੈ, ਇਹ 1 ਤੋਂ ਸ਼ੁਰੂ ਹੁੰਦੀਆਂ ਤੇ ਇਨਫਿਨਿਟੀ ਤੱਕ ਚੱਲਦੀ, ਇਹਨੂੰ ਬੋਲਦੇ ਨੇ ਇਨਫਿਨਿਟੀ। ਇਨਫਿਨਿਟੀ ਮੀਨਿੰਗ ਹੁੰਦਾ ਅਣਗਿਣਤ, ਕਿ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਪਤਾ ਹੀ ਨਹੀਂ ਵੀ ਕਿੱਥੋਂ ਤੱਕ ਚੱਲਣਗੀਆਂ। ਮੰਨ ਲਓ ਹੁਣ ਆਹ ਰਕਮ ਆਪਾਂ ਲਿਖ ਦਈਏ, ਕੋਈ ਵੀ ਵੱਡੀ ਤੋਂ ਵੱਡੀ, ਠੀਕ ਹੈ ਜੀ। ਆਹ ਵੇਖੋ ਕਿੰਨੀ ਰਕਮ ਲਿਖਤੀ ਜੀ, ਅੱਗੇ ਵੀ ਆਪਾਂ ਅੱਖਰ ਲਿਖ ਸਕਦੇ ਹਾਂ। ਇਹ ਵੀ ਕੀ ਇੱਕ ਪ੍ਰਕਿਰਤਿਕ ਸੰਖਿਆ ਹੈ। ਵੇਖੋ ਇਹਨੂੰ ਕਿੰਨੇ ਮਰਜ਼ੀ ਲਿਖੀ ਚੱਲੋ, ਇਹ ਅਣਗਿਣਤ ਹੈ, ਇਹਨਾਂ ਨੂੰ ਖਤਮ ਇਹ ਨਹੀਂ ਹੁੰਦੀਆਂ। ਇਹ ਕੀ ਹੋ ਗਈਆਂ? ਪ੍ਰਕਿਰਤਿਕ ਸੰਖਿਆਵਾਂ। ਸਮਝ ਆ ਗਿਆ ਜੀ? ਇਹ ਹੁੰਦੇ ਨੈਚੁਰਲ ਨੰਬਰ। ਉਸ ਤੋਂ ਬਾਅਦ ਦੂਜਾ ਆਪਾਂ ਗੱਲ ਕਰਦੇ ਹਾਂ ਜਿਸ਼ਟ ਸੰਖਿਆਵਾਂ। ਦੂਜੀਆਂ ਕਿਹੜੀਆਂ ਗੱਲ ਕਰਦੇ ਹੈਗੇ ਆਪਾਂ? ਜਿਸ਼ਟ ਸੰਖਿਆਵਾਂ। ਦੇਖੋ ਜਿਸ਼ਟ ਸੰਖਿਆਵਾਂ ਕਿਹੜੀ ਨੇ? ਜਿਸ਼ਟ ਨੂੰ ਬੋਲਿਆ ਜਾਂਦਾ ਹੈਗਾ ਈਵਨ ਨੰਬਰ। ਕਿਹੜੇ ਨੰਬਰ ਹੁੰਦੇ ਆ ਇਹ? ਈਵਨ। ਜਿਸ਼ਟ ਸੰਖਿਆਵਾਂ ਹੁੰਦੀਆਂ ਜਿਹੜੀਆਂ ਪਲੱਸ ਵਾਲੀਆਂ, ਦੂਏ ਵਾਲੀਆਂ, ਹੁਣ ਜੋਟੇ ਵਾਲੀਆਂ, ਜਿਹਨੂੰ ਆਪਾਂ ਬੋਲਦੇ ਨੇ ਜੋਟੇ ਵਾਲੀਆਂ। ਜਿਵੇਂ ਦੂਆ ਹੋ ਗਿਆ, ਚੌਕਾ ਹੋ ਗਿਆ, ਛੀਕਾ ਹੋ ਗਿਆ, ਆਠਾ ਹੋ ਗਿਆ, 10 ਹੋ ਗਿਆ, 12। ਆਪਾਂ ਬੋਲਦੇ ਹਾਂ ਨਾ ਕਲੀ ਦੇ ਜੋਟਾ,
एक कली बोलते एक आप जोटा बोलते हैं। ये किहड़ियां संख्यावां होंदियां जोटे वालियां, ਜਿਹੜੀਆਂ जिन्नियां भी जोटे वालियां संख्यावां होण ਉਹ ਕਿਹੜੀਆਂ संख्यावां होंदियां ਜਿਸ਼ਟ संख्यावां। ਇਹ भी की ਹੁੰਦੀਆਂ अनगिनत ਹੁੰਦੀਆਂ, क्योंकि एंड ते जोटे वाला अखर होना चाहिए, एंड ते दूआ होवे, चौका होवे, छीका, आठा जां जीरो। ये सारियां किहड़ियां संख्यावां गिणीਆਂ जाणगीਆਂ जिष्ट संख्यावां। बिल्कुल लास्ट संख्या, सारी संख्या चैक करने की लोड़ नहीं होंदी। जे मान लो आ रकम दी हुई है सपोज करो, ठीक है जी, कितनी मर्जी वड्डी लिख लो जी, इनू ਆਪਾਂ सिर्फ लास्ट वाली रकम चैक करनी है। लास्ट से की है दूआ है, लास्ट से की है दूआ, यानी कि ये रकम की हैगी जिष्ट संख्या है। सिर्फ लास्ट वाला अखर चैक करना होंदा। ये संख्यावां भी की होंदियां अनगिनत। जोटे वाली संख्या नूं की बोले जांदा जिष्ट संख्यावां, ठीक है जी। हुण आपां गल करदे हैगे आ तीजा टांग संख्यावां। तीजा किहड़ी गल करदे आ आपां? टांग संख्यावां। टांग संख्यावां किहड़ियां हुंदियां? वेखो टांग हुंदियां कली वालियां, इनू बोले जांदा टांग संख्यावां। पहले लिखो टांग संख्यावां, इनू बोले जांदा ओड नंबर। कली वालियां जो आपां कली जोटे की गल कीती सी, जोटे वालियां जिष्ट ते कली वालियां की हो गई टांग। ये एका हो गई, जिवें तीया हो गई, पांजा, साता, नाया, 11। उस तरह ये भी की होंदियां अनगिनत, तो ये भी खत्म नहीं होंदियां। जिवें हुण आ संख्या लिखी हुई है, ਜਿਹਦੇ मगर मैं तीया पा दा, लास्ट वाला अखर ही चैक करना है। लास्ट से जां एका होएगा, जां तीया, जां पांजा, जां साता, जां नाया, ठीक है। फिर यही अखर ही होणगे, एका, तीया, पांजा, साता जां नाया, यही अखर होणगे। देखो 11 में तो एका रिपीट हो गया ना, बिल्कुल लास्ट जो एका, तीया, पांजा, साता जां नाया हैगा, तो किहड़ी संख्या होगी? टांग कली वाली, ओड नंबर, ठीक है जी। ये भी पता लग गया। हुण आ जो अगे, ਹੁਣ ਆਪਾਂ ਗੱਲ ਕਰਦੇ ਹਾਂ ਨੰਬਰ ਇੱਕ ਹੋਰ ਹੁੰਦੇ ਆ ਪ੍ਰਾਈਮ ਨੰਬਰ, ਜਿਹੜੇ ਤੁਹਾਨੂੰ ਸਮਝਣੇ ਬੜੇ ਜ਼ਰੂਰੀ ਹੈ। ਵੈਸੇ ਤਾਂ ਤੁਸੀਂ ਯਾਦ ਕਰਨੇ ਆ, ਤੁਹਾਨੂੰ ਯਾਦ ਕਰਨੇ ਪੈਣਗੇ ਵੀ 100, 1 ਤੋਂ ਲੈ ਕੇ 100 ਤੱਕ ਕਿਹੜੇ ਕਿਹੜੇ ਅੱਖਰ ਪ੍ਰਾਈਮ ਹੈ। 1 ਤੋਂ ਲੈ ਕੇ 100 ਤੱਕ ਤੁਹਾਨੂੰ ਜਿਹੜੀ ਹੈਗੇ ਆਪਣੇ ਪ੍ਰਾਈਮ ਜਿਹੜੇ ਨੰਬਰ ਹੈਗੇ ਆ, ਠੀਕ ਹੈ। ਅਭਾਜ ਸੰਖਿਆਵਾਂ ਤੁਹਾਨੂੰ ਵੈਸੇ ਯਾਦ ਕਰਨੀਆਂ ਹੀ ਪੈਣੀਆਂ, ਪਰ ਤੁਸੀਂ ਸਮਝ ਵੀ ਲਓ ਵੀ ਆਪਾਂ ਨੂੰ ਪਤਾ ਕਿਵੇਂ ਲੱਗਦਾ ਇਹ ਹੁੰਦੀਆਂ ਕਿਹੜੀਆਂ ਅਭਾਜ ਸੰਖਿਆਵਾਂ, ਠੀਕ ਹੈ ਜੀ। ਉਹ ਸੰਖਿਆਵਾਂ ਜੋ ਕਿਸੇ ਵੀ ਪਹਾੜੇ ਦੇ ਭਾਗ ਨਾ ਹੋਣ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ, ਜਿਵੇਂ ਮੰਨ ਲਓ ਦੂਆ ਹੈ, ਚੌਕਾ, ਛੀਕਾ ਹੋ ਗਿਆ, 12 ਹੋ ਗਿਆ, ਠੀਕ ਹੈ ਜੀ, 24 ਹੋ ਗਿਆ, ਜਾਂ 18 ਲਾ ਲਓ, ਠੀਕ ਹੈ। ਇਹਦੇ ਵਿੱਚ ਕੀ ਹੈ, ਤੁਸੀਂ ਧਿਆਨ ਨਾਲ ਵੇਖੋ, ਜਿਹੜਾ ਦੂਆ ਹੈ, ਦੂਆ ਕਿਸੇ ਪਹਾੜੇ ਦੇ ਭਾਗ ਨਹੀਂ ਹੁੰਦਾ, ਸਿਰਫ ਆਪਦੇ ਤੇ ਹੁੰਦਾ। ਕਿਉਂਕਿ ਦੂਏ ਤੋਂ ਪਹਿਲਾਂ ਤਾਂ ਇੱਕ ਹੀ ਅੱਖਰ ਹੁੰਦਾ ਨਾ, ਏਕਾ ਹੀ ਆਉਂਦਾ, ਏਕ ਇਹਨੂੰ ਲੈਣਾ ਨਹੀਂ ਹੁੰਦਾ, ਕਿਉਂਕਿ ਇੱਕ ਨਾਲ ਸਾਰੀਆਂ ਰਕਮਾਂ ਭਾਗ ਹੋ ਜਾਂਦੀਆਂ, ਇੱਕ ਨੂੰ ਵਿੱਚ ਕਾਊਂਟ ਨਹੀਂ ਕਰਨਾ, ਠੀਕ ਹੈ ਜੀ। ਆਪਾਂ ਕਿੱਥੋਂ ਸ਼ੁਰੂ ਕਰਨਾ? ਅਭਾਜ ਸੰਖਿਆ 2 ਤੋਂ ਸ਼ੁਰੂ ਕਿੱਥੋਂ ਕਰਨੀ ਹੈ? 2 ਤੋਂ। ਤੁਸੀਂ ਇਹ ਵੇਖੋ ਜਿਹੜੀ ਰਕਮ ਹੈਗੀ ਕਿਸੇ ਪਹਾੜੇ ਦੇ ਭਾਗ ਹੁੰਦੀ ਹੈ, ਕਿਸੇ ਪਹਾੜੇ ਦੇ ਭਾਗ ਨਹੀਂ ਹੁੰਦੀ। यानी कि एक तो जी संख्या दूआ की होगी अभाज। अभाज का मीनिंग होंगे वो संख्यावां अभाज। देखो भाज जे कला भाज की गल करिए, भाज का मीनिंग होंगे भाग हो जाना। अभाज का मीनिंग की होगा जी किसी रकम से भाग ना हो, जी किसी भी रकम से भाग ना हो, यानी कि दूआ किसी रकम से भाग नहीं होंगे, सिर्फ आपदे ते ही होंगे, सिर्फ आपदे ते होंगे दूआ हो गया। हुण जिवें चौका वेखो, चौका दूए दे भाग हो जाता है, 2 दूनी 4, चौके नूं आपां 2 नाल कट सकते हैं ना, इस करके ये अभाज संख्या नहीं हैगी। उवें आपां छीके नूं भी 2 ते कट सकते हैं, ये भी अभाज नहीं हैगी। 12 नूं कट सकते हैं 2 ते, ये भी अभाज नहीं, ठीक है। 12 नूं आपां 2 ते भी कट सकते हैं, 3 ते भी कट सकते हैं, 4 ते भी कट सकते हैं। ये नहीं कल्ली दूआ चैक करना है, किसी भी रकम का चैक करना। जिवें 12 है, 12 वेखो 2 ते भी कट्टी जाती है, 2 छिक्की 12, 12 3 ते भी कट्टी जाती है, 3 चौकी 12, 12 अपनी 4 ते भी कट्टी जाती है, 3 आ जाएगा। इस करके ये भी की है अभाज नहीं। तुसीं ये चैक करना है भी जिहड़ी भी संख्या हैगी है किसी पहाड़े के भाग हुंदी है कि नहीं। उस तरह 24 देखो जी, 24 2 ते भी भाग हुंदी है, ठीक है जी। 24 3 ते भी कट्टी जाती है, 8 तिया 24, 4 ते भी कट्टी जाती है, 4 छिक्का 24, 6 ते भी कट्टी जाती है, 6 चौका 24, 8 ते कट्टी जाती है, 3 8 24, ठीक है। 12 ते भी कट्टी जाती है। इस करके ये भी अभाज संख्या नहीं हैगी, ये भी अभाज संख्या नहीं है, ठीक है जी। उस तरह 18 भी कट्टी जाती है, 2 ते 3 ते सारियां ते। एक गल होर याद रखियो, कल जिष्ट संख्यावां की जे गल करिए, कला दूआ ही है जी अभाज संख्या। जिष्ट संख्यावां विच कल्ली दूआ ही इहो जी रकम है
ਜਿਹੜੀ ਕੀ ਹੈਗੀ ਹੈ ਅਭਾਜ ਸੰਖਿਆ ਜਿਸ਼ਟ ਸੰਖਿਆ ਹੋਰ ਕੋਈ ਵੀ ਹੈ ਅਭਾਜ ਸੰਖਿਆ ਨਹੀਂ ਹੋ ਸਕਦੀ, ਕਿਉਂਕਿ ਕੋਈ ਵੀ ਤੁਸੀਂ ਸੰਖਿਆ ਲੈ ਲਓ ਜਿਸ਼ਟ, ਚਾਹੇ ਵੱਡੀ ਤੋਂ ਵੱਡੀ ਲੈ ਲਓ, ਚਾਹੇ ਆਹ ਵੇਖੋ ਜੀ, ਠੀਕ ਹੈ ਜੀ, ਇਹ ਦੂਏ ਤੇ ਜ਼ਰੂਰ ਕੱਟੀ ਜਾਊਗੀ, ਦੂਏ ਤੇ ਜਿਸ਼ਟ ਸੰਖਿਆ ਸਾਰੀਆਂ ਦੂਏ ਤੇ ਜ਼ਰੂਰ ਕੱਟੀਆਂ ਹੀ ਜਾਂਦੀਆਂ। ਇਸ ਕਰਕੇ ਜਿਸ਼ਟ ਸੰਖਿਆਵਾਂ ਜੇ ਤੁਹਾਨੂੰ ਪੇਪਰ 'ਚ ਆ ਜਾਏ, ਕਈ ਵਾਰੀ ਸਿੱਧਾ ਕੁਐਸਚਨ ਪੁੱਛ ਲਿਆ ਜਾਂਦਾ ਹੈ, ਕਿੰਨੀਆਂ ਜਿਸ਼ਟ ਸੰਖਿਆਵਾਂ ਅਭਾਜ ਸੰਖਿਆਵਾਂ ਹੁੰਦੀਆਂ, ਕਿੰਨੀਆਂ ਜਿਸ਼ਟ ਸੰਖਿਆਵਾਂ ਪ੍ਰਾਈਮ ਨੰਬਰ ਹੁੰਦੀਆਂ, ਤਾਂ ਸਿਰਫ ਇੱਕ ਹੀ ਹੈ ਉਹਨਾਂ ਦੀ ਗਿਣਤੀ, ਇੱਕ ਗਿਣਤੀ ਹੈ, ਤੇ ਇੱਕ ਹੈ ਕਿਹੜੀ ਉਹ ਦੂਆ, ਯਾਨੀ ਕਿ ਕਿੰਨੀਆਂ ਗਿਣਤੀ 'ਚ ਹੈਗੀਆਂ ਜਿਸ਼ਟ ਸੰਖਿਆਵਾਂ, ਇੱਕ ਹੀ ਹੈ, ਸਿਰਫ ਇੱਕ ਹੀ ਨੰਬਰ ਇਹੋ ਜਿਹਾ ਇਕੱਲਾ ਦੂਆ ਜਿਹੜੀ ਜਿਸ਼ਟ ਸੰਖਿਆ ਪ੍ਰਾਈਮ ਨੰਬਰ ਹੈ। ਬਾਕੀ ਜਿੰਨੇ ਵੀ ਪ੍ਰਾਈਮ ਨੰਬਰ ਹੈ ਉਹ ਸਾਰੀਆਂ ਕੀ ਹੈਗੀਆਂ ਟੰਗ ਸੰਖਿਆਵਾਂ ਹੀ ਹੋਣਗੀਆਂ। ਠੀਕ ਹੈ ਜੀ, ਸਮਝ ਆਇਆ। ਹੁਣ ਆਪਾਂ ਕਰਦੇ ਹਾਂ ਟੰਗ ਸੰਖਿਆਵਾਂ। ਇੱਕ ਤਾਂ ਯਾਦ ਰੱਖਿਓ ਵੀ ਜਿਹੜੇ ਪ੍ਰਾਈਮ ਨੰਬਰ ਆ ਉਹ ਸ਼ੁਰੂ ਹੀ ਦੂਏ ਤੋਂ ਹੁੰਦੇ ਆ, ਵੀ ਯਾਦ ਰੱਖਣਾ। ਪ੍ਰਾਈਮ ਨੰਬਰ ਤੁਹਾਨੂੰ ਮੈਂ ਪਹਿਲਾਂ ਹੀ ਕਹਿਤਾ ਵੀ ਏਕਾ ਨਹੀਂ ਲੈਣਾ ਹੁੰਦਾ, ਏਕਾ ਨਹੀਂ ਲੈਣਾ ਹੁੰਦਾ, ਸ਼ੁਰੂ ਹੀ ਕਿੱਥੇ ਹੁੰਦੇ, ਫਿਰ ਵੇਖੋ ਗਿਣਤੀ ਦੇ ਵਿੱਚ ਏਕਾ ਆਪਾਂ ਲੈਣਾ ਨਹੀਂਗਾ, ਦੂਆ ਤੀਆ, ਫਿਰ ਸ਼ੁਰੂ ਕਿੱਥੇ ਹੁੰਦੀ ਹੈ ਗਿਣਤੀ ਦੂਏ ਤੋਂ, ਯਾਨੀ ਕਿ ਪਹਿਲੀ ਪ੍ਰਾਈਮ ਜਿਹੜੀ ਸੰਖਿਆ ਕਿਹੜੀ ਹੋਊਗੀ ਦੂਆ ਹੋਏਗੀ, ਇਹ ਵੀ ਯਾਦ ਰੱਖਣਾ। ਪਹਿਲੀ ਜਿਹੜੀ ਪ੍ਰਾਈਮ ਸੰਖਿਆ ਹੈ, ਪਹਿਲੀ ਜਿਹੜੀ ਆਪਣੀ ਅਭਾਜ ਸੰਖਿਆ ਕਿਹੜੀ ਹੁੰਦੀ ਹੈ, 2 ਹੁੰਦੀ ਹੈ। ਠੀਕ ਹੈ ਜੀ, ਹੁਣ ਆਪਾਂ ਅੱਗੇ ਲੱਭਦੇ ਹਾਂ ਜੀ ਹੋਰ, ਇਹਦੀ ਗਿਣਤੀ ਲਿਖੋ ਜੀ। ਠੀਕ ਹੈ, ਦੂਆ ਆਪਾਂ ਨੂੰ ਪਤਾ ਲੱਗ ਗਿਆ, ਉਦੋਂ ਬਾਅਦ ਤੀਆ ਲਿਖ ਲਓ, ਚੌਕਾ ਵੈਸੇ ਆਪਾਂ ਨੂੰ ਪਤਾ ਲੱਗ ਹੀ ਗਿਆ ਵੀ ਨਹੀਂ ਹੋ ਸਕਦੀ, ਕੱਟ ਦਈਏ, ਕਲੀ ਵਾਲੀਆਂ ਲਿਖਦੇ ਹਾਂ, ਪੰਜਾ, ਛੀਕਾ ਤਾਂ ਹੋ ਨਹੀਂ ਸਕਦੀ ਕੋਈ ਜਿਸ਼ਟ ਆ ਗਈ, ਸਾਤਾ, ਫਿਰ ਨਾਇਆ, ਫਿਰ 11, ਇਹਨਾਂ ਤੋਂ ਆਪਾਂ ਚੈੱਕ ਕਰਦੇ ਹਾਂ ਵੀ ਕਿਹੜੀਆਂ ਕਿਹੜੀਆਂ ਸੰਖਿਆਵਾਂ ਭਾਜ ਹੈ, ਕਿਹੜੀਆਂ ਕਿਹੜੀਆਂ ਭਾਜ ਨਹੀਂ ਹੈਗੀਆਂ। ਠੀਕ ਹੈ ਜੀ, ਬਾਕੀ ਤੁਸੀਂ ਆਪ ਪ੍ਰੈਕਟਿਸ ਕਰਨੀ, ਤੁਹਾਨੂੰ ਥੋੜ੍ਹੀਆਂ ਦੱਸ ਦਿੰਦੇ ਹਾਂ, 100 ਤੱਕ ਤੁਸੀਂ ਵੈਸੇ ਯਾਦ ਰੱਖਣੀ ਹੈ। ਦੂਆ ਤੁਹਾਨੂੰ ਕਹਿ ਹੀ ਦਿੱਤਾ ਵੀ ਹੁੰਦੀ ਹੈ, ਇੱਕੋ ਇੱਕ ਜਿਸ਼ਟ ਸੰਖਿਆ ਜਿਹੜੀ ਅਭਾਜ ਹੁੰਦੀ ਹੈ। ਤੀਆ ਵੇਖੋ, ਤੀਏ ਤੋਂ ਪਹਿਲਾਂ ਦੂਆ ਹੀ ਆਉਂਦਾ, ਤੀਆ ਦੂਏ ਤੇ ਕੱਟਿਆ ਤਾਂ ਨਹੀਂ ਨਾ ਜਾਂਦਾ, ਜਿਹੜੀ 3 ਹੈਗੀ ਹੈ ਦੂਏ ਕੱਟੀ ਨਾ ਜਾਂਦੀ, ਯਾਨੀ ਕਿ ਇਹ ਵੀ ਅਭਾਜ ਸੰਖਿਆ ਆਪਣੀ ਹੈਗੀ ਹੈ, 3 ਵੀ ਕੀ ਹੈਗੀ ਹੈ ਅਭਾਜ ਸੰਖਿਆ ਹੈ। ਪੰਜਾ ਵੀ ਹੈਗੀ ਹੈ, ਕਿਉਂਕਿ ਜਿਹੜਾ ਪੰਜਾ ਹੈਗਾ ਉਹ ਸਿਰਫ 5 ਤੇ ਹੀ ਕੱਟਿਆ ਜਾਂਦਾ, ਦੂਏ ਤੀਏ ਤੋਂ ਇਦੋਂ ਪਹਿਲਾਂ ਵਾਲੀ ਰਕਮ ਨਾ ਏਕਾ ਤਾਂ ਲੈਣੇ ਨਹੀਂ ਹੁੰਦਾ, ਨਾ ਦੂਏ ਨਾਲ ਕੱਟਿਆ ਜਾਵੇ, ਨਾ ਤੀਏ ਨਾਲ, ਨਾ ਚੌਕੇ ਨਾਲ। ਸਾਤਾ ਵੀ ਅਭਾਜ ਸੰਖਿਆ ਹੁੰਦੀ ਹੈ, ਨਾ ਇਹ ਇਦੋਂ ਪਹਿਲਾਂ ਵਾਲੇ ਅੱਖਰ ਕਿਹੜੇ ਕਿਹੜੇ ਆਉਂਦੇ ਆ ਸਾਤੇ ਤੋਂ, ਦੂਆ ਉਹਦੇ ਨਾਲ ਵੀ ਨਹੀਂ ਕੱਟਿਆ ਜਾਂਦਾ, ਤੀਆ, ਚੌਕਾ, ਪੰਜਾ, ਛੀਕਾ, ਯਾਨੀ ਕਿ ਸਾਤਾ ਵੀ ਕੀ ਆ ਭਾਜ ਸੰਖਿਆ ਹੈ। ਦੂਆ, ਤੀਆ, ਪੰਜਾ, ਸਾਤਾ, ਇਹ ਸਾਰੀਆਂ ਭਾਜ ਹੈ। ਨਾਇਆ ਵੇਖੋ ਜੀ, ਨਾਇਆ ਕਿਹਦੇ ਕੱਟੇ ਜਾਂਦੇ, ਨਾਇਆ ਕਿਹਦੇ ਕੱਟੇ ਜਾਂਦੇ ਤੀਏ ਤੇ, ਇਸ ਕਰਕੇ ਇਹ ਭਾਜ ਸੰਖਿਆ ਨਹੀਂ ਹੈਗੀ, ਇਹਨੂੰ ਆਪਾਂ ਕੱਟ ਦੋ ਇੱਥੋਂ। ਫਿਰ 11 ਵੇਖੋ ਜੀ, 11 ਵੀ ਕਿਸ ਤੇ ਨਹੀਂ ਕੱਟਿਆ ਜਾਂਦਾ, ਨਾ ਦੂਏ ਤੇ, ਨਾ ਤੀਏ ਤੇ, ਨਾ ਪੰਜ ਤੇ, ਸਾਤੇ ਤੇ, ਨਾ। ਠੀਕ ਹੈ ਜੀ, ਤੇ 8 ਤੇ ਜਿਸ਼ਟ ਸੰਖਿਆ ਨਾਲ ਤਾਂ ਕੱਟੇ ਨਾ ਜਾਣਾ, ਕਲੀ ਵਾਲੀ ਰਕਮ ਕਲੀ ਨਾਲ ਹੀ ਕੱਟੀ ਜਾਊਗੀ, ਨਾ ਨਾਏ ਤੇ, ਇਸ ਕਰਕੇ 11 ਵੀ ਕੀ ਆ ਭਾਜ ਸੰਖਿਆ। ਉਸੇ ਤਰ੍ਹਾਂ 13 ਵੀ ਕਿਸੇ ਪਹਾੜੇ ਤੇ ਨਹੀਂ ਕੱਟਿਆ ਜਾਂਦਾ, 13 ਵੀ ਕਿਸੇ ਪਹਾੜੇ ਤੇ ਨਹੀਂ ਕੱਟਿਆ ਜਾਂਦਾ, ਨਾ ਤੀਏ ਤੇ, ਨਾ ਪਾਂਜੇ, ਸਾਤੇ, 11। ਠੀਕ ਹੈ, ਇਸ 13 ਵੀ ਕੀ ਆ ਭਾਜ ਸੰਖਿਆ। 15 ਵੇਖੋ ਜੀ, 15 ਇੱਕ ਤੀਏ ਦੇ ਕੱਟੇ ਜਾਂਦਾ, 3 5 15 ਹੁੰਦੇ ਆ, 3 5 15, ਇੱਕ 5 ਦੇ ਕੱਟਿਆ ਜਾਂਦਾ। ਠੀਕ ਹੈ ਜੀ, ਇਹ ਆਪਾਂ ਪ੍ਰੋਪਰਟੀਆਂ ਵੈਸੇ ਕਰਾਂਗੇ ਵੀ ਕਿਹੜੀਆਂ ਰਕਮਾਂ ਤੀਏ ਦੇ ਕੱਟੀਆਂ ਜਾਂਦੀਆਂ, ਕਿਹੜੀਆਂ ਪਾਂਜੇ ਤੇ। ਵੈਸੇ ਤੁਸੀਂ ਯਾਦ ਰੱਖਣਾ, ਰੱਖ ਲਿਓ, ਪਾਂਜੇ ਤੇ ਉਹੀ ਰਕਮਾਂ ਕੱਟੀਆਂ ਜਾਂਦੀਆਂ ਜਿਹਦੇ ਲਾਸਟ ਅੱਖਰ ਜਾਂ ਪੰਜਾ ਹੋਵੇ ਜਾਂ 0 ਹੋਵੇ। ਜਿਵੇਂ ਇਹਦੇ ਮਗਰ ਲਾਸਟ ਅੱਖਰ 5 ਆ ਨਾ, ਤਾਂ ਇਹ ਰਕਮ ਪਾਂਜੇ ਦੇ ਪੱਕਾ ਕੱਟੀ ਜਾਊਗੀ। ਜੇ ਕਿਸੇ ਵੀ ਰਕਮ ਦੇ ਮਗਰ ਪੰਜਾ ਹੋਵੇ ਜਾਂ 0 ਹੋਵੇ, ਉਹ ਪਾਂਜੇ ਤੇ ਪੱਕਾ ਹੀ ਕੱਟੀ ਜਾਏਗੀ। ਬਸ ਦੋ ਹੀ ਉਹੀ ਰਕਮਾਂ 5 ਨਾਲ ਕੱਟੀ ਜਾਂਦੀਆਂ ਜਿਹਦੇ ਮਗਰ ਜਾਂ ਤਾਂ ਪੰਜਾ ਹੋਵੇ ਜਾਂ 0 ਹੋਵੇ। ਉਵੇਂ ਜੇ ਤੀਏ ਦੀ ਪ੍ਰੋਪਰਟੀ ਤੁਸੀਂ ਯਾਦ ਕਰਨੀ ਹੈ ਕਰ ਲਓ, ਵੈਸੇ ਆਪਾਂ ਅਲੱਗ ਟੌਪਿਕ ਕਰਾਂਗੇ ਇਹ। ਤੀਏ ਤੇ ਉਹ ਰਕਮਾਂ ਕੱਟੀਆਂ ਜਾਂਦੀਆਂ ਜਿਹਦੇ ਅੱਖਰਾਂ ਦਾ ਜੋੜ, ਜਿਹਦੇ ਅੱਖਰਾਂ ਦਾ ਜੋੜ, ਜਿਵੇਂ ਹੁਣ 15 ਹੈ, 15 ਵਿੱਚ ਅੱਖਰ ਕਿਹੜੇ ਕਿਹੜੇ, ਇੱਕ 5 ਆ ਤੇ ਇੱਕ ਏਕਾ, ਇਹਨਾਂ ਦੇ ਅੱਖਰਾਂ ਦਾ ਜੋੜ, ਯਾਨੀ ਕਿ 1 ਤੇ 5 ਦਾ ਜੋੜ ਕਿੰਨਾ ਹੋ ਗਿਆ 6। ਜੇ ਇਹਨਾਂ ਦੇ ਅੱਖਰਾਂ ਦਾ ਜੋੜ ਤੀਏ ਨਾਲ ਕੱਟਿਆ ਜਾਵੇ ਤਾਂ ਤੀਏ ਨਾਲ ਇਹ ਰਕਮ ਕੀ ਹੋਊਗੀ, ਕੱਟੀ ਜਾਊਗੀ। ਵੇਖੋ 15 ਦਾ ਛੋਟੀ ਰਕਮ ਹੈ, ਕਈ ਵਾਰ ਰਕਮਾਂ ਬਹੁਤ ਜ਼ਿਆਦਾ ਦਿੱਤੀਆਂ ਹੁੰਦੀਆਂ, ਉਦੋਂ ਫਿਰ ਆਪਾਂ ਉਹਨਾਂ ਦੇ ਅੱਖਰਾਂ ਦਾ ਜੋੜ ਕਰ ਲਈਦਾ। ਠੀਕ ਹੈ, 3 ਨਾਲ ਉਹ ਰਕਮਾਂ ਕੱਟੀ ਜਾਂਦੀਆਂ ਜਦੋਂ ਕਿਸੇ ਵੀ ਰਕਮ ਦੇ ਅੱਖਰਾਂ ਜੋੜ 3 ਨਾਲ ਕੱਟਿਆ ਜਾਵੇ, ਯਾਨੀ ਕਿ 15 ਵੀ ਇਹ ਤੋਂ ਖਤਮ ਹੋ ਗਿਆ, 15 ਭਾਜ ਸੰਖਿਆ ਆਪਣੀ ਨਹੀਂ ਹੈਗੀ। ਉਸੇ ਤਰ੍ਹਾਂ 17 ਕਿਸੇ ਪਹਾੜੇ ਤੇ ਨਹੀਂ ਕੱਟਿਆ ਜਾਂਦਾ, 17 ਵੀ ਭਾਜ ਸੰਖਿਆ ਹੈ। 19 ਵੀ, 21 ਵੇਖੋ ਤੀਏ ਤੇ ਕੱਟਿਆ ਜਾਂਦਾ, ਇਹਦਾ ਆਪਾਂ ਜੋੜ ਕਰੀਏ 21 ਵਿੱਚ 2 + 1 ਅੱਖਰਾਂ ਦਾ ਜੋੜ 3 ਆ ਗਿਆ ਨਹੀਂ, 3 ਤਾਂ 3 ਦੇ ਪਹਾੜੇ ਤੇ ਵੈਸੇ ਹੀ ਆਉਂਦਾ, 3 ਏਕਮ 3, ਯਾਨੀ ਕਿ 21 3 ਤੇ ਕੱਟਿਆ ਜਾਂਦਾ, 21 7 ਤੇ ਵੀ ਕੱਟਿਆ ਜਾਂਦਾ, ਇਸ ਕਰਕੇ ਇਹ ਵੀ ਅਭਾਜ ਸੰਖਿਆ ਨਹੀਂ ਹੈਗੀ। ਸਮਝ ਆਇਆ ਜੀ? ਇਹ ਥੋੜਾ ਜਿਹਾ ਦੱਸੋਗੇ ਮੈਸੇਜ ਦੇ ਵਿੱਚ ਸਮਝ ਆ ਰਿਹਾ, ਫਿਰ ਆਪਾਂ ਆਪਦੀ ਸੀਰੀਜ਼ ਵਾਲੇ ਸਵਾਲ ਕਰੀਏ।
ਓਕੇ ਜੀ, ਥੈਂਕ ਯੂ। ਆਪਾਂ ਕਰਦੇ ਹਾਂ ਸਵਾਲ। ਆ ਵੈਸੇ ਨਾ ਮੈਂ ਤੁਹਾਨੂੰ ਗਰੁੱਪ 'ਚ ਅਸੀਂ ਪਾ ਦੇਣਾ, ਇਹ 'ਚ ਲਿਖੀਆਂ ਹੀ ਹੋਈਆਂ 1 ਤੋਂ ਲੈ ਕੇ 100 ਤੱਕ ਕੁੱਲ ਕਿੰਨੀਆਂ ਭਾਜ ਸੰਖਿਆਵਾਂ ਹੁੰਦੀਆਂ? 25। 1 ਤੋਂ 100 ਤੱਕ ਕੁੱਲ 25 ਭਾਜ ਸੰਖਿਆਵਾਂ ਹੁੰਦੀਆਂ। ਤੁਸੀਂ ਵੈਸੇ ਇਹਦੀ ਪ੍ਰੈਕਟਿਸ ਕਰਕੇ ਵੇਖਣੀ ਆਪ। ਜਿਵੇਂ ਆਪਾਂ ਗੱਲ ਕਰੀਏ 1 ਤੋਂ ਲੈ ਕੇ 10 ਤੱਕ, ਤਾਂ ਕਿਹੜੀਆਂ ਭਾਜ ਸੰਖਿਆਵਾਂ ਹੁੰਦੀਆਂ? 2 3 5 ਤੇ 7। ਠੀਕ ਹੈ ਜੀ। ਇਸੇ ਤਰ੍ਹਾਂ 11 ਤੋਂ ਲੈ ਕੇ 20 ਤੱਕ ਕਿਹੜੀ ਹੁੰਦੀ ਹੈ? 11 13 17 ਤੇ 19। ਠੀਕ ਹੈ ਜੀ। 21 ਤੋਂ 30 ਤੱਕ ਕਿਹੜੀਆਂ ਹੁੰਦੀਆਂ? 23 ਤੇ 29। ਉਦੋਂ ਬਾਅਦ 31 ਤੋਂ 40 ਤੱਕ ਕਿਹੜੀਆਂ ਹੁੰਦੀਆਂ? 31 ਤੇ 37। 41 ਤੋਂ 50 ਤੱਕ ਕਿਹੜੀਆਂ ਹੁੰਦੀਆਂ? 41 43 47। ਆਹ ਲਿਖਿਆ ਹੋਇਆ ਕਿੰਨੀਆਂ ਹੁੰਦੀਆਂ? 1 ਤੋਂ 10 ਤੱਕ 4 ਹੁੰਦੀਆਂ। ਇਹ ਵੈਸੇ ਯਾਦ ਨਹੀਂ ਕਰਨਾ ਤੁਸੀਂ, ਇਹ ਇੱਦਾਂ ਨਹੀਂ ਆਉਂਦਾ ਪੇਪਰ 'ਚ। 11 ਤੋਂ 20 ਤੱਕ ਕਿੰਨੀਆਂ ਹੁੰਦੀਆਂ? 4। 21 ਤੋਂ 30 ਤੱਕ ਕਿੰਨੀਆਂ ਹੁੰਦੀਆਂ? 2। ਇਹ ਵੀ 2। ਤੁਸੀਂ ਆਹ ਯਾਦ ਰੱਖਣੀਆਂ ਵੀ ਕਿਹੜੀਆਂ ਸੰਖਿਆਵਾਂ ਭਾਜ ਹੁੰਦੀਆਂ। ਠੀਕ ਹੈ ਜੀ। 51 ਤੋਂ 100 ਤੱਕ ਕਿਹੜੀਆਂ ਹੁੰਦੀਆਂ? 53 59 61 67 71 73 79 83 99 ਤੇ 97। ਠੀਕ ਹੈ ਜੀ। ਹੁਣ ਮੰਨ ਲਓ ਤੁਹਾਨੂੰ ਇੱਕ ਵੈਸੇ ਚੀਜ਼ ਦੱਸਣ ਲੱਗਿਆ ਮੈਂ ਇੱਥੇ। ਮੰਨ ਲਓ ਹੁਣ ਤੁਸੀਂ 41 ਚੈੱਕ ਕਰਨਾ ਹੈ, ਐਂ ਤਾਂ ਤੁਹਾਨੂੰ ਔਖਾ ਹੋ ਜਾਏਗਾ ਨਾ ਸਾਰੇ ਪਹਾੜੇ ਚੈੱਕ ਕਰਦੇ। ਮੰਨ ਲਓ ਤੁਸੀਂ 41 ਚੈੱਕ ਕਰਨੀ ਹੈ। ਵੈਸੇ ਤੁਹਾਨੂੰ ਤਰੀਕਾ ਦੱਸਣ ਲੱਗਿਆ ਭਾਜ ਸੰਖਿਆ ਚੈੱਕ ਕਿਵੇਂ ਕਰੀਦੀ ਹੈ, ਜੇ ਕਦੇ ਪੇਪਰ 'ਚ ਵੱਡੀ ਰਕਮ ਆ ਜੇ ਤਾਂ। 41 ਸੰਖਿਆ ਹੁਣ ਜੇ ਤੁਸੀਂ ਵੇਖੋ 41 ਤੋਂ ਪਹਿਲਾਂ ਰਕਮਾਂ ਕਿਹੜੀਆਂ? ਇੱਕ ਤਾਂ ਆਪਾਂ ਲੈਣੀ ਨਹੀਂ ਹੁੰਦਾ, ਪਹਿਲਾਂ 2 ਚੈੱਕ ਕਰੋਗੇ, ਫਿਰ 3 ਕਰੋਗੇ, ਫਿਰ 4। ਆਏ ਤਾਂ ਬਹੁਤ ਟਾਈਮ ਲੱਗ ਜੂਗਾ। ਦੂਆ ਤੀਆ ਚੌਕਾ ਪੰਜਾ ਛੀਕਾ 40 ਤੱਕ, ਹੈ ਨਾ। ਤੁਹਾਨੂੰ ਬਹੁਤ ਔਖਾ ਚੈੱਕ ਹੋਣਾ ਵੀ ਇਹ ਕੱਟੇ ਜਾਂਦੇ ਕਿ ਨਹੀਂ ਕੱਟੇ ਜਾਂਦੇ। ਇਹ ਬੜੀ ਦਿੱਕਤ ਹੈ। ਇਹਨੂੰ ਵਧੀਆ ਤਰੀਕਾ ਕੀ ਹੈ? ਤੁਸੀਂ ਇਹ ਬਣਾਉਣੇ ਵੀ ਉਹ ਰਕਮ ਲੈਣੀ ਹੈ ਵੀ ਜਿਹਨੂੰ ਆਪਾਂ 2 ਵਾਰ ਗੁਣਾ ਕਰੀਏ 41 ਤੋਂ ਵਧੇ। ਮੰਨ ਲਓ ਜਿਵੇਂ 1 ਨੂੰ 1 ਨਾਲ ਗੁਣਾ ਕੀਤੀ 1 ਹੀ ਆਉਂਦਾ ਹੈ, 2 ਨੂੰ 2 ਨਾਲ ਗੁਣਾ ਕੀਤੀ 4 ਆਉਂਦਾ ਹੈ, 3 ਨੂੰ 3 ਨਾਲ ਕੀਤੀ ਕਿੰਨਾ ਆਉਂਦਾ? 9 ਆਉਂਦਾ ਹੈ, 4 ਨੂੰ 4 ਨਾਲ ਗੁਣਾ ਕੀਤੀ 16 ਆਉਂਦਾ ਹੈ। ਠੀਕ ਹੈ ਜੀ। ਉਹ ਰਕਮ ਲੈਣੀ ਜਿਹੜੀ 41 ਤੋਂ ਵੱਧ ਜੇ, 2 ਵਾਰੀ ਆਪਾਂ ਗੁਣਾ ਕੀਤੀ। ਦੇਖੋ 5 ਗੁਣਾ 5 25, 6 ਗੁਣਾ 6 ਕਿੰਨਾ ਹੋ ਗਿਆ? 36, 7 ਗੁਣਾ 7 ਕਿੰਨਾ ਹੋ ਗਿਆ? 49। ਧਿਆਨ ਨਾਲ ਵੇਖੋ 41 ਕਿੱਥੇ ਆਉਂਦਾ ਪਿਆ? 36 ਤੋਂ ਵੱਧ ਹੈ, ਪਰ ਆਪਾਂ ਉਹ ਰਕਮ ਲੈਣੀ ਹੈ ਜਿਹੜੀ ਕਿ ਹੋਵੇ ਇਦੋਂ ਵੱਧ ਹੋਵੇ 41 ਤੋਂ। ਦੇਖੋ 36 ਤਾਂ 41 ਤੋਂ ਵੱਧ ਹੋਵੇ। 41 ਤੋਂ ਵੱਧ ਕਿੰਨਾ? 49 ਨਾ। 36 ਦਾ ਛੋਟਾ ਹੈ। 49 ਕਿਤੇ ਆਉਂਦਾ? 7 ਤੇ। 49 ਕਿਤੇ ਆ ਰਿਹਾ ਹੈਗਾ? 7 ਤੇ। ਯਾਨੀ ਕਿ ਆਪਾਂ 7 ਤੋਂ ਪਹਿਲਾਂ ਵਾਲੀਆਂ ਰਕਮਾਂ ਨਾਲ ਇਕੱਲਾ ਚੈੱਕ ਕਰ ਲਓ। 7 ਤੋਂ ਪਹਿਲਾਂ ਰਕਮਾਂ ਕਿਹੜੀਆਂ ਆਉਂਦੀਆਂ? ਦੂਆ ਤੀਆ ਚੌਕਾ ਪੰਜਾ ਤੇ ਛੀਕਾ। ਸਿਰਫ ਜੇ ਤੁਸੀਂ ਇਹਨਾਂ ਰਕਮਾਂ 'ਚ ਕਿਸੇ ਨਾਲ ਭਾਗ ਹੋ ਗਿਆ ਤਾਂ ਇਹ ਰਕਮ ਭਾਜ ਹੋਏਗੀ। ਜੇ ਇਹਨਾਂ ਰਕਮਾਂ ਦੇ ਭਾਗ ਨਾ ਹੋਈ ਤਾਂ ਇਹ ਸੰਖਿਆ ਕੀ ਹੋਊਗੀ? ਅਭਾਜ। ਸਾਰੀਆਂ ਚੈੱਕ ਕਰਨ ਦੀ ਲੋੜ ਨਹੀਂ ਹੁੰਦੀ। ਸਮਝ ਆਇਆ ਜੀ। ਵੇਖੋ 41 ਨੂੰ 2 ਨਾਲ ਭਾਗ, ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਵੀ ਕਲੀ ਵਾਲੀ ਰਕਮ ਕਦੇ ਜੋਟੇ ਨਾਲ ਭਾਗ ਨਹੀਂ ਹੁੰਦੀ। ਨਾ ਦੂਏ ਨਾਲ ਭਾਗ ਹੋਵੇ, ਨਾ ਚੌਕੇ ਨਾਲ, ਨਾ ਛੀਕੇ ਨਾਲ। ਠੀਕ ਹੈ। ਜੋਟੇ ਵਾਲੀ ਰਕਮ ਜੋਟੇ ਨਾਲ ਭਾਗ ਹੋਊਗੀ, ਕਲੀ ਵਾਲੀ ਕਲੀ ਨਾਲ ਹੋਏਗੀ। ਕੰਮ ਖਤਮ। 41 ਵੇਖੋ 3 ਤੇ ਭਾਗ ਹੁੰਦਾ। ਤੁਹਾਨੂੰ ਕਿਹਾ ਵੀ 3 ਤੇ ਉਹ ਰਕਮਾਂ ਭਾਗ ਹੁੰਦੀਆਂ ਜਿਹਦੇ ਅੱਖਰਾਂ ਜੋੜ 3 ਤੇ ਭਾਗ ਹੋ ਜੇ। ਵੇਖੋ 41 ਵਿੱਚ ਅੱਖਰ ਕਿਹੜੇ? 4 1 1 ਹੈ। 4 ਤੇ 1 ਦਾ ਜੋੜ ਕਿੰਨਾ ਹੋ ਗਿਆ? 5। 5 ਤੀਏ ਦਾ ਭਾਗ ਨਹੀਂ ਨਾ ਹੁੰਦਾ, ਯਾਨੀ ਕਿ ਨਹੀਂ ਹੋਣਾ। ਉਦੋਂ ਬਾਅਦ 5 ਤੇ ਵੇਖੋ 41 ਭਾਗ ਹੁੰਦਾ। ਤੁਹਾਨੂੰ ਮੈਂ ਹੁਣੇ ਦੱਸਿਆ ਵੀ 5 ਤੇ ਉਹ ਰਕਮਾਂ ਭਾਗ ਹੁੰਦੀਆਂ ਜਿਹਦੇ ਮਗਰ ਜਾਂ ਤਾਂ ਪੰਜਾ ਹੋਵੇ ਜਾਂ ਕੀ ਹੋਵੇ 0। 41 ਮਗਰ ਤਾਂ 1 ਹੈ, ਯਾਨੀ ਕਿ ਆਹ ਰਕਮ 5 ਦੇ ਭਾਗ ਨਹੀਂ ਹੋਣਾ। ਇਹ ਯਾਦ ਰੱਖਣਾ ਕਿ ਜੇ ਤੁਸੀਂ ਭਾਜ ਸੰਖਿਆ ਪਤਾ ਕਰਨੀ ਹੋਵੇ ਇੱਦਾਂ ਕਰੋ ਕਿ ਉਹ ਰਕਮ ਲੈਣੀ ਹੈ ਜਿਹਦਾ ਸਕੇਅਰ ਕੀਤਾ ਇਸ ਰਕਮ ਨਾਲੋਂ ਵੱਧ ਜੇ। ਜਿਹੜੀ ਰਕਮ ਦਿੱਤੀ ਹੈ ਜਿਹਦਾ ਸਕੇਅਰ ਇਸ ਰਕਮ ਨਾਲੋਂ ਵੱਧ ਜੇ, ਉਦੋਂ ਛੋਟੀਆਂ ਰਕਮਾਂ ਲੈਣੀਆਂ ਹੁੰਦੀਆਂ। ਇੱਕ ਹੋਰ ਕਰਕੇ ਵੇਖੀਏ। ਮੰਨ ਲਓ ਆਪਾਂ ਇੱਕ ਭਾਜ ਸੰਖਿਆ ਹੋਰ ਵੇਖਦੇ ਹਾਂ। ਕਿਹੜੀ ਵੇਖੀਏ ਜੀ? 71 ਵੇਖੀਏ। ਇਹ ਭਾਜ ਸੰਖਿਆ ਦੂਏ ਨੂੰ ਛੱਡ ਕੇ ਬਾਕੀ ਸਾਰੀ ਕਲੀ 'ਚ ਹੀ ਹੋਣਗੀਆਂ। ਇਸ ਕਰਕੇ ਜੋਟੇ ਵਾਲੀ ਸੰਖਿਆ ਲੈਣ ਦੀ ਲੋੜ ਨਹੀਂ ਹੁੰਦੀ। 71 ਵੇਖੋ ਜੀ। 71 ਕੀ 'ਚ ਆਏਗਾ? ਵੇਖੋ 2 ਨੂੰ 2 ਨਾਲ ਗੁਣਾ ਕਰਾਂਗੇ ਆਪਾਂ, ਵੇਖਿਆ ਹੀ ਹੁਣ 4 ਆਉਂਦਾ। ਠੀਕ ਹੈ। 3 ਨੂੰ 3 ਨਾਲ 9 ਆਉਂਦਾ, 16 ਆਉਂਦਾ, 25 6 ਵਾਲੀ 36 ਆਉਂਦਾ, 7 ਦੇ 49 ਆਉਂਦਾ। ਜੇ ਆਪਾਂ 8 ਨੂੰ 8 ਨਾਲ ਗੁਣਾ ਕਰਾਂਗੇ 64 ਆਉਂਦਾ। ਠੀਕ ਹੈ ਜੀ। ਆਪਾਂ ਲੈਣਾ 71। 9 ਨੂੰ 9 ਨਾਲ ਗੁਣਾ ਕਰਾਂਗੇ 81 ਆਉਂਦਾ। ਆਹ ਵੇਖੋ ਇਹ ਰਕਮ 81 ਵੱਧ ਗਈ। 64 ਤਾਂ ਛੋਟਾ ਇਹ ਨਹੀਂ ਲੈਣਾ ਆਪਾਂ। ਜਿਹੜੀ ਰਕਮ ਦਿੱਤੀ ਹੈ ਉਦੋਂ ਕਿਹੜੀ ਰਕਮ ਲੈਣੀ? ਤੇ ਵੱਡੀ ਕਿਹੜੀ ਹੋ ਗਈ? 81। ਠੀਕ ਹੈ ਜੀ। ਆਪਾਂ ਕੀ ਲੈਣਾ? ਜਾਣੀ ਕਿ 81 ਕਿਤੇ ਆਉਂਦਾ 9 ਦੇ ਪਹਾੜੇ ਤੇ। ਜਾਣੀ ਕਿ ਆਪਾਂ ਇਹਨੂੰ ਚੈੱਕ ਕਰਨ ਲਈ ਵੀ ਇਹ ਜਿਹੜੀ 71 ਹੈ ਭਾਜ ਹੈ ਜਾਂ ਅਭਾਜ ਹੈ, ਵੀ ਇਹ ਭਾਜ ਸੰਖਿਆ ਹੈਗੀ ਹੈ ਕਿ ਨਹੀਂ। ਆਪਾਂ ਕਿਦੋਂ ਘੱਟ ਰਕਮਾਂ ਲਵਾਂਗੇ? 9 ਤੋਂ। ਕਿਹੜੀਆਂ ਰਕਮਾਂ ਲਵਾਂਗੇ? 9 ਤੋਂ ਜਿਹੜੀਆਂ ਘੱਟ ਹੋਣ। 9 ਤੋਂ ਘੱਟ ਹੋਵੇ ਦੂਏ ਤੋਂ ਸ਼ੁਰੂ ਕਰਨੀ ਹੁੰਦੀ ਹੈ। ਦੂਆ ਤੀਆ ਚੌਕਾ ਪੰਜਾ ਛੀਕਾ 7 8। ਬਸ ਇਹਨਾਂ ਰਕਮਾਂ ਨਾਲ ਆਪਾਂ ਚੈੱਕ ਕਰਨਾ ਵੀ 71 ਕਿਸੇ ਪਹਾੜੇ ਤੇ ਆਉਂਦੇ ਕਿ ਨਹੀਂ। ਇਹ ਜੋ ਜੋਟੇ ਵਾਲੀ ਰਕਮਾਂ ਤੁਹਾਨੂੰ ਕਿਹਾ ਵੀ ਛੱਡ ਹੀ ਦਿਓ। ਠੀਕ ਹੈ। 4 ਗਈਆਂ।
ਤੀਏ ਤੇ ਚੈੱਕ ਕਰੋ ਪਹਿਲਾਂ। ਤੀਏ ਤੇ ਵੇਖੋ ਵੀ 71 ਭਾਗ ਹੁੰਦਾ ਕਿ ਨਹੀਂ ਹੁੰਦਾ। 3 ਤੇ ਤੁਹਾਨੂੰ ਮੈਂ ਦੱਸਿਆ ਵੀ ਉਹ ਰਕਮਾਂ ਭਾਗ ਹੁੰਦੀਆਂ ਜਿਹਦੇ ਅੱਖਰਾਂ ਦਾ ਜੋੜ 3 ਤੇ ਭਾਗ ਹੋ ਜੇ। 7 ਤੇ 1 ਦਾ ਜੋੜ ਕਿੰਨਾ ਬਣ ਗਿਆ 8। 8 ਤੀਏ ਤੇ ਵੇਖੋ ਭਾਗ ਨਹੀਂ ਹੁੰਦਾ। 3 ਤੀਏ 9 ਹੁੰਦੇ ਆ, 3 ਦੂਣੀ 6, 8 ਨਹੀਂ ਆਉਂਦਾ, ਯਾਨੀ ਕਿ ਇਹ ਰਕਮ ਤੀਏ ਦੇ ਭਾਗ ਵੀ ਨਹੀਂ ਹੋਣੀ। 5 ਆ ਵੇਖੋ 5 ਤੇ ਹੋਊਗੀ ਕਿ ਨਹੀਂ ਹੋਏਗੀ। 5 ਤੇ ਉਹ ਰਕਮਾਂ ਭਾਗ ਹੁੰਦੀਆਂ ਜਿਹਦੇ ਮਗਰ ਜਿਹਦਾ 5 ਹੋਵੇ ਜਾਂ 0 ਹੋਵੇ। ਇਹਦੇ ਮਗਰ ਕੀ ਹੈ 1 ਹੈ, ਇਹ ਵੀ 5 ਤੇ ਭਾਗ ਨਹੀਂ ਹੋਣੀ। 7 ਤੇ ਤੁਸੀਂ ਕਰਕੇ ਵੇਖ ਲਓ 10 ਜੇ ਆਪਾਂ 7 ਨਾਲ ਭਾਗ ਕਰਾਂਗੇ 10 ਤਾਂ 70 ਹੋ ਗਏ, 1 ਬਚਦਾ, 1 ਬਾਕੀ ਬਚਦਾ ਵੇ, ਪੂਰਾ ਭਾਗ ਨਹੀਂ ਹੁੰਦਾ ਗਾ, ਯਾਨੀ ਕਿ ਰਕਮ 7 ਤੇ ਵੀ ਭਾਗ ਨਹੀਂ ਹੋਣੀ। ਇਹ 71 ਵੀ ਕੀ ਹੈ ਅਭਾਜ ਸੰਖਿਆ। ਇੱਦਾਂ ਤੁਸੀਂ ਅਭਾਜ ਸੰਖਿਆਵਾਂ ਚੈੱਕ ਕਰ ਸਕਦੇ ਹੋ। ਵੈਸੇ ਆਹ ਤੁਸੀਂ ਯਾਦ ਰੱਖਣੀਆਂ। ਹੁਣ ਆਪਾਂ ਸਵਾਲ ਕਰਦੇ ਹਾਂ ਜੀ, ਸਮਝ ਆਇਆ ਜੀ ਅਭਾਜ ਸੰਖਿਆ ਵਾਲਾ ਗਰੁੱਪ ਇਹ ਦੱਸੋਗੇ ਥੋੜਾ ਜਿਹਾ, ਚੈਟ 'ਚ ਮੈਸੇਜ ਦੱਸੋਗੇ। ਅਭਾਜ ਸੰਖਿਆ ਦਾ ਪਤਾ ਲੱਗਿਆ ਜੀ। ਕਰੀਏ ਅੱਗੇ। ਠੀਕ ਹੈ ਜੀ, ਅੱਗੇ ਕਰਦੇ ਹੁਣ ਆਪਾਂ। ਅਭਾਜ ਸੰਖਿਆ ਲੜੀ, ਠੀਕ ਹੈ ਜੀ। ਇਹਨਾਂ ਵਿੱਚ ਕੀ ਹੈ ਵੀ ਤੁਸੀਂ ਇੱਕ ਯਾਦ ਰੱਖਣਾ, ਵੇਖੋ ਦੂਆ ਕੀ ਆਪਣੀ ਅਭਾਜ ਹੈ, ਇਹ ਤੁਹਾਨੂੰ ਮੂੰਹ ਜਵਾਨੀ ਯਾਦ ਹੋਣਾ ਚਾਹੀਦਾ। ਵੈਸੇ ਤੁਸੀਂ ਇਦਾਂ ਕਰਕੇ ਵੇਖੋ 2 ਤੋਂ 3 ਕਿਵੇਂ ਆਇਆ, 1 ਜੁੜ ਗਿਆ। 3 ਤੋਂ 5 ਆਏ 2 ਜੁੜ ਗਏ। 5 ਤੋਂ 7 ਫਿਰ 2 ਜੁੜ ਗਏ, ਫਿਰ ਜੁੜ ਗਏ 4। ਠੀਕ ਹੈ ਜੀ। ਹੁਣ ਆਪਾਂ ਆਹ ਰਕਮ ਲੱਭਣੀ ਹੈ, ਇਹਦੇ ਵਿੱਚ ਆਪਾਂ ਦੇਖਣਾ ਦੇਖੋ ਪਹਿਲਾਂ 1 ਜੁੜਿਆ, ਫਿਰ 2 ਵਾਰੀ 2 ਜੁੜ ਗਏ। ਜੇ ਆਪਾਂ ਫਾਰਮੂਲਾ ਲਾਈਏ ਪਹਿਲਾਂ 1 ਵਾਰ ਸ਼ਾਇਦ ਉਹਦਾ ਵੀ 2 ਵਾਰੀ 1 ਜੁੜਿਆ ਹੋਵੇ, ਵੀ 1 ਜੁੜ ਗਿਆ, ਫਿਰ 2 ਵਾਰੀ 2 ਜੁੜ ਗਏ, ਫਿਰ 3 ਵਾਰੀ 4 ਜੁੜਨੇ ਚਾਹੀਦੇ ਆ। ਜਾਂ ਤਾਂ 3 ਵਾਰੀ ਕੀ ਜੁੜਨੇ ਚਾਹੀਦੇ। ਜੇ ਆਪਾਂ ਸੀਰੀਜ਼ ਬਣਾਈਏ ਪਹਿਲਾਂ 1 ਵਾਰੀ 1 ਜੁੜਿਆ, ਫਿਰ 2 ਵਾਰੀ 2 ਜੁੜੇ, ਫਿਰ 3 ਵਾਰੀ ਕਿੰਨੇ ਜੁੜਨੇ ਚਾਹੀਦੇ ਆ 4। ਜੇ ਆਪਾਂ ਇੱਥੇ 4 ਜੋੜਾਂਗੇ ਕਿੰਨਾ ਆ ਜਾਊਗਾ 15, ਫਿਰ 4 ਜੋੜ ਕੇ ਇੱਥੇ 19 ਆਉਣਾ ਚਾਹੀਦਾ, ਪਰ ਇਹ ਸਹੀ ਨਹੀਂ ਹੈਗਾ, ਇੱਥੇ 19 ਨਹੀਂ ਹੈਗਾ। ਇਸ ਕਰਕੇ ਵੀ ਆਹ ਬਣ ਨਹੀਂ ਰਹੀ ਹੈ ਨਾ, ਇਸ ਕਰਕੇ ਲੜੀ ਬਣ ਨਹੀਂ ਰਹੀ। ਵੈਸੇ ਤਾਂ ਤੁਸੀਂ ਨਿਗਾਹ ਰੱਖਣੀ ਵੀ ਆ ਜਦੋਂ ਰਕਮਾਂ ਸਿੱਧੀਆਂ ਦਿੱਤੀਆਂ ਹਨ ਅਭਾਜ ਸੰਖਿਆਵਾਂ, ਇਹ ਲਗਾਤਾਰ ਅਭਾਜ ਸੰਖਿਆਵਾਂ ਲਗਾਤਾਰ ਹੋਣ। ਪਹਿਲਾਂ ਦੂਆ ਦਿੱਤਾ, ਇਹ ਵੀ ਅਭਾਜ ਹੈ। ਦੂਏ ਬਾਅਦ ਕਿਹੜੀ ਹੁੰਦੀ ਹੈ ਤੀਆ, ਫਿਰ 5 ਹੀ ਹੁੰਦੀ ਹੈ, ਫਿਰ 7 ਆ। 7 ਤੋਂ ਬਾਅਦ ਵੇਖੋ 8 ਆ, 9 ਆ ਅਤੇ 10 ਆਪਣੀਆਂ ਸਾਰੀਆਂ ਇਕੱਠੀਆਂ ਜਾਂਦੀਆਂ, ਅਭਾਜ ਸੰਖਿਆਵਾਂ ਨਹੀਂ ਹੁੰਦੀਆਂ। ਕਿਹੜੀ ਹੁੰਦੀ ਹੈ 11। 11 ਤੋਂ ਬਾਅਦ ਵੇਖੋ 12 ਆਉਂਦਾ, 12 2 ਤੇ ਕੱਟੇ ਜਾਂਦਾ, 3 ਤੇ 4 ਤੇ ਨਹੀਂ ਹੁੰਦੀ, ਫਿਰ ਕਿਹੜੀ ਹੁੰਦੀ ਹੈ 13। ਸਿੱਧੀ ਕਿਹੜੀ ਹੁੰਦੀ ਹੈ 13, ਯਾਨੀ ਕਿ ਆਨਸਰ ਕਿੰਨਾ ਆਏਗਾ 13। 13 ਤੋਂ ਬਾਅਦ ਕਿਹੜੀ ਹੁੰਦੀ ਹੈ 13 ਤੋਂ ਬਾਅਦ 14 ਨਹੀਂ ਹੁੰਦਾ, 15 ਨਹੀਂ ਹੁੰਦੀ, 16 ਨਹੀਂ ਹੁੰਦੀ ਤੇ 17। ਆ ਵੇਖੋ ਯਾਨੀ ਕਿ ਕਿਹੜੀਆਂ ਸੰਖਿਆਵਾਂ ਹੈ ਅਭਾਜ। ਜਦੋਂ ਤੁਹਾਨੂੰ ਪੇਪਰ ਦੇ ਵਿੱਚ ਜਦੋਂ ਵੀ ਤੁਸੀਂ ਇਹ ਸਵਾਲ ਚੈੱਕ ਕਰਨਾ ਹੈ, ਸਭ ਤੋਂ ਪਹਿਲਾਂ ਤੁਸੀਂ ਇਹੀ ਚੈੱਕ ਕਰਨਾ ਹੈ, ਜਦੋਂ ਵੀ ਲੜੀ ਵਾਲਾ ਸਵਾਲ ਕਰੋ, ਜਦੋਂ ਵੀ ਤੁਸੀਂ ਮੰਨ ਲਓ ਸੀਰੀਜ਼ ਵਾਲਾ ਸਵਾਲ ਕਰੋ, ਜਿਵੇਂ ਆਪਾਂ ਉੱਪਰ ਵੀ ਸਵਾਲ ਕੀਤੇ ਸੀਗੇ, ਉਹਦੇ ਵਿੱਚ ਵੀ ਸਭ ਤੋਂ ਪਹਿਲਾਂ ਤੁਸੀਂ ਅਭਾਜ ਸੰਖਿਆਵਾਂ ਹੀ ਚੈੱਕ ਕਰਨੇ ਵੀ ਅਭਾਜ ਸੰਖਿਆਵਾਂ ਤਾਂ ਨਹੀਂ ਬਣਦੀਆਂ। ਫਿਰ ਆਪਾਂ ਕੋਈ ਫਾਰਮੂਲਾ ਲਾਉਣਾ ਹੁੰਦਾ ਪਲੱਸ ਵਾਲਾ ਜਾਂ ਮਾਈਨਸ ਵਾਲਾ ਜਾਂ ਗੁਣਾ ਵਾਲਾ ਜਾਂ ਭਾਗ ਵਾਲਾ। ਮੇਰੀ ਗੱਲ ਸਮਝ ਗਏ ਨਾ ਜੀ। ਜਿਹੜੀਆਂ ਆਪਾਂ ਉੱਪਰਲੇ ਸਵਾਲ ਕੀਤੇ ਆ ਜਿਵੇਂ ਇਹਨਾਂ 'ਚ ਕੀਤੇ ਆ, ਇਹਨਾਂ ਦੇ ਵਿੱਚ ਤੁਹਾਨੂੰ ਤਾਂ ਨਹੀਂ ਦੱਸਿਆ ਕਿਉਂਕਿ ਇੱਥੇ ਅਭਾਜ ਸੰਖਿਆਵਾਂ ਬਣ ਨਹੀਂ ਰਹੀਆਂ ਸੀਗੀਆਂ। ਮੰਨ ਲਓ ਇੱਥੇ ਕਿਤੇ ਅਭਾਜ, ਸਭ ਤੋਂ ਪਹਿਲਾਂ ਤੁਸੀਂ ਚੈੱਕ ਹੀ ਅਭਾਜ ਸੰਖਿਆਵਾਂ ਕਰਨੀਆਂ ਹੁੰਦੀਆਂ ਵੀ ਕਿਤੇ ਸਵਾਲ ਅਭਾਜ ਸੰਖਿਆ ਵਾਲਾ ਸਿੱਧਾ ਤਾਂ ਨਹੀਂ, ਫਿਰ ਪਲੱਸ ਮਾਈਨਸ ਨਹੀਂ ਕਰਨਾ, ਉਹਦਾ ਆਨਸਰ ਵੀ ਕੀ ਆਊਗੀ ਅਭਾਜ ਸੰਖਿਆ ਹੀ ਆਨਸਰ ਆਏਗੀ। ਜੇ ਅਭਾਜ ਸੰਖਿਆ ਵਾਲਾ ਸਵਾਲ ਨਾ ਹੋਵੇ ਫਿਰ ਆਪਾਂ ਆਪਦਾ ਜਿਹੜਾ ਸੀਰੀਜ਼ ਦਾ ਜਿਹੜਾ ਹੈਗਾ ਕ੍ਰਮ ਚੈੱਕ ਕਰਨਾ ਹੁੰਦਾ ਵੀ ਇਹਦੇ ਵਿੱਚ ਕਿਹੜਾ ਮੰਨ ਲਓ ਵੀ ਰਿਲੇਸ਼ਨ ਬਣਦਾ। ਇਹਦਾ ਆਪਸ਼ਨ ਇਹ ਕੀ ਆ ਜਾਏਗਾ ਆਨਸਰ 13 ਕੀ ਹੋ ਜਾਊਗਾ ਆਨਸਰ। ਠੀਕ ਹੈ ਜੀ, ਅੱਗੇ ਕਰੀਏ। ਆਹ ਵੇਖੋ ਜੀ ਹੁਣ ਇਹ 'ਚ 7 ਆ ਗਈ। ਵੇਖੋ 7 ਤੋਂ ਬਾਅਦ ਕੀ ਹੁੰਦਾ 8 ਆ, 9 ਆ ਅਤੇ 10 ਆ ਅਤੇ ਉਦੋਂ ਬਾਅਦ ਆਹ ਤਾਂ ਸਾਰੀਆਂ ਅਭਾਜ ਸੰਖਿਆਵਾਂ ਨਹੀਂ ਹੈਗੀਆਂ, 11 ਹੀ ਹੈ। 7 ਤੋਂ ਗਾਂ ਕਿਹੜੀ ਹੈ 11। 11 ਬਾਅਦ 13 ਵੀ ਅਭਾਜ ਹੈ। 13 ਤੋਂ ਬਾਅਦ 14 15 16 ਕੱਟੀਆਂ ਜਾਂਦੀਆਂ, 17 ਹੀ ਅਭਾਜ ਹੁੰਦੀ ਹੈ। 17 ਤੋਂ ਬਾਅਦ 18 ਕੱਟੀ ਜਾਂਦੀ ਹੈ, 19 ਅਭਾਜ ਹੁੰਦੀ ਹੈ। 19 ਤੋਂ ਬਾਅਦ 23, 23 ਤੋਂ ਬਾਅਦ ਕਿਹੜੀ ਹੁੰਦੀ ਹੈਗੀ ਹੈ 29। ਆਹ ਵੇਖੋ ਥੋੜ੍ਹਾ ਧਿਆਨ ਨਾਲ ਦੱਸਦਾ ਵੀ ਦੇਖੋ ਧਿਆਨ ਨਾਲ। ਆਹ ਵੇਖੋ ਪਹਿਲਾਂ 7 ਆ ਗਈ, 11 13 17 19 23 ਤੇ ਉਦੋਂ ਬਾਅਦ ਕਿਹੜੀ ਆ ਗਈ 29। ਇਹ ਤੁਸੀਂ ਪ੍ਰੈਕਟਿਸ ਕਰਨੀ ਹੈ ਚੰਗੀ ਤਰ੍ਹਾਂ, ਇਹ ਯਾਦ ਕਰਨੀ ਪੈਣੀ ਹੈ ਕਿਉਂਕਿ ਆਪਾਂ ਨੂੰ ਬਹੁਤ ਜ਼ਿਆਦਾ ਜਦੋਂ ਮੈਥ ਆਪਾਂ ਕਰਾਂਗੇ ਨਾ ਅਰਥਮੈਟਿਕ ਦੇ ਸਵਾਲ, ਉਦੋਂ ਆਪਾਂ ਨੂੰ ਨੈਚੁਰਲ ਨੰਬਰ, ਜਿਸਤ ਸੰਖਿਆਵਾਂ, ਟੰਗ ਸੰਖਿਆਵਾਂ, ਇਹਨਾਂ ਦੀ ਬੜੀ ਲੋੜ ਪੈਣੀ ਹੈ। ਇਹ ਤੁਹਾਨੂੰ ਯਾਦ ਕਰਨੇ ਹੀ ਪੈਣੇ ਹੈ। ਠੀਕ ਹੈ, ਹਰ ਵਾਰ ਜੇ ਤੁਸੀਂ ਇਹ ਲੱਭੋਗੇ ਵੀ ਕਿਹੜੀ ਸੰਖਿਆ ਭਾਜ ਹੈ, ਉਹਦਾ ਟਾਈਮ ਬੜਾ ਵੇਸਟ ਹੋਣਾ ਹੈ। ਤੁਹਾਨੂੰ 1 ਤੋਂ ਲੈ ਕੇ 100 ਤੱਕ
ਰਕਮਾਂ ਪਤਾ ਹੋਣ ਵੀ 25 ਅਭਾਜ ਸੰਖਿਆਵਾਂ ਹੁੰਦੀਆਂ ਤੇ ਕਿਹੜੀਆਂ ਹੁੰਦੀਆਂ। ਠੀਕ ਹੈ ਜੀ, ਅੱਗੇ ਕਰੀਏ। ਅੱਗੇ ਆਓ ਜੀ ਸਵਾਲ। ਇਹ 'ਚ ਵੇਖੋ ਜੀ 5 ਤੋਂ 7 ਬਣਿਆ। ਦੇਖੋ 5 ਅਭਾਜ ਹੈ, 7 ਵੀ ਅਭਾਜ ਹੈ, ਪਰ 10 ਅਭਾਜ ਨਹੀਂ ਹੈਗੀ। 10 ਅਭਾਜ ਹੈ ਨਹੀਂ ਨਾ ਜੀ, ਇਸ ਕਰਕੇ ਆਪਾਂ ਉਂਝ ਚੈੱਕ ਕਰਾਂਗੇ ਪਲੱਸ ਮਾਈਨਸ ਕਰਕੇ। ਕਰੀਏ। 5 ਤੋਂ 7 ਕਿਵੇਂ ਬਣਿਆ, ਕਿੰਨੇ ਜੁੜ ਗਏ 2। 7 ਤੋਂ 10 ਕਿਵੇਂ ਬਣਿਆ, ਕਿੰਨੇ ਜੁੜ ਗਏ 3। 10 ਤੋਂ 15 ਕਿਵੇਂ ਬਣਿਆ, ਕਿੰਨੇ ਜੁੜ ਗਏ 5। 15 ਤੋਂ 22 ਕਿਵੇਂ ਬਣਿਆ, ਕਿੰਨੇ ਜੁੜ ਗਏ 7। 22 ਤੋਂ 33 ਕਿਵੇਂ ਬਣਿਆ, ਕਿੰਨੇ ਜੁੜ ਗਏ 11। ਤੁਸੀਂ ਵੇਖੋ ਪਹਿਲਾਂ 2 ਜੁੜੇ, ਫਿਰ 3 ਜੁੜੇ, 1 ਵਧਿਆ, ਫਿਰ 2 ਜੁੜੇ, ਫਿਰ 2 ਜੁੜੇ, ਫਿਰ 4 ਜੁੜੇ। ਕੋਈ ਸੀਕੁਐਂਸ ਆਪਣੀ ਬਣ ਨਹੀਂ ਰਹੀ। ਇਹ ਕਿ ਤੁਸੀਂ ਧਿਆਨ ਨਾਲ ਚੈੱਕ ਕਰੋ, ਪਹਿਲਾਂ 2 ਜੁੜਿਆ, 2 ਕੀ ਆ ਭਾਜ ਸੰਖਿਆ, ਜੁੜੀ ਭਾਜ ਸੰਖਿਆਵਾਂ ਜਾਂਦੀਆਂ। ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਜਦੋਂ ਵੀ ਤੁਸੀਂ ਇਹ ਨੰਬਰ ਸੀਰੀਜ਼ ਦਾ ਸਵਾਲ ਕਰਨਾ, ਸਭ ਤੋਂ ਪਹਿਲਾਂ ਤੁਸੀਂ ਚੈੱਕ ਹੀ ਅਭਾਜ ਸੰਖਿਆ ਕਰਨੇ ਵੀ ਅਭਾਜ ਸੰਖਿਆ ਸਿੱਧਾ ਜਾਣੀ ਕਿ ਸਵਾਲ ਦੇ ਵਿੱਚ ਤਾਂ ਨਹੀਂ ਆਈ। ਜੇ ਮੰਨ ਲਓ ਜੋੜ ਵੇਲੇ ਘਟਾਓ ਵੇਲੇ ਜੇ ਅਭਾਜ ਸੰਖਿਆ ਆ ਰਹੀ ਹੈ ਤਾਂ ਤੁਸੀਂ ਜਿਹੜਾ ਆਨਸਰ ਹੈ ਅਭਾਜ ਸੰਖਿਆ ਦੇ ਨਾਲ ਹੀ ਕੈਲਕੂਲੇਟ ਕਰਨਾ ਹੈ। ਜੇ ਅਭਾਜ ਸੰਖਿਆ ਨਹੀਂ ਹੈਗੀ ਫਿਰ ਆਪਾਂ ਆਪਦੇ ਤਰੀਕੇ ਨਾਲ ਉਹਨਾਂ ਦਾ ਰਿਲੇਸ਼ਨ ਬਣਾ ਕੇ ਆਨਸਰ ਕੱਢਣਾ ਹੈ। ਇਹ ਤੁਸੀਂ ਰਿਲੇਸ਼ਨ ਬਣਾਓ। ਪਹਿਲਾਂ ਵੇਖੋ ਦੂਆ ਭਾਜ ਹੈ, 2 ਤੋਂ ਬਾਅਦ ਤੀਆ ਭਾਜ ਹੁੰਦੀ ਹੈ, 3 ਤੋਂ ਬਾਅਦ 5 ਭਾਜ ਹੈ, ਫਿਰ 7 ਭਾਜ ਹੈ, ਫਿਰ 7 ਤੋਂ ਬਾਅਦ ਕਿਹੜੀ ਹੁੰਦੀ ਹੈ 11। ਯਾਨੀ ਕਿ ਜਿਹੜੀ ਰਕਮਾਂ ਜੁੜੀ ਜਾਂਦੀਆਂ, ਉਹ ਕਿਹੜੀਆਂ ਰਕਮਾਂ ਜੁੜੀ ਜਾਂਦੀਆਂ, ਲਗਾਤਾਰ ਅਭਾਜ ਸੰਖਿਆਵਾਂ ਜੁੜ ਰਹੀਆਂ। ਲਗਾਤਾਰ ਕਿਹੜੇ ਨੰਬਰ ਜੁੜੀ ਜਾਂਦੇ, ਪ੍ਰਾਈਮ ਨੰਬਰ। ਪਹਿਲਾਂ ਵੇਖੋ ਦੂਆ ਪ੍ਰਾਈਮ ਨੰਬਰ ਹੈ, ਫਿਰ ਤੀਆ, 5 7 11। ਇਹ ਤੇ ਤੁਸੀਂ ਚੈੱਕ ਵੀ ਕਰ ਸਕਦੇ ਹੋ। ਵੇਖੋ ਜੀ ਪਹਿਲਾਂ ਦੂਆ ਹੈ, ਠੀਕ ਹੈ ਜੀ, ਪਹਿਲਾਂ ਦੂਆ ਹੈ, ਫਿਰ ਤੀਆ ਹੈ, ਫਿਰ 5 ਹੈ। ਆ ਵੇਖੋ ਪਹਿਲਾਂ ਦੂਆ, ਤੀਆ, 5 7 11 13 17 19। ਠੀਕ ਹੈ ਜੀ, ਯਾਨੀ ਕਿ ਰਕਮਾਂ ਕਿਵੇਂ ਜੁੜੀ ਜਾਂਦੀਆਂ, ਭਾਜ ਸੰਖਿਆਵਾਂ। 11 ਤੋਂ ਬਾਅਦ ਕਿਹੜੀ ਭਾਜ ਸੰਖਿਆ ਜੁੜੂਗੀ 13। 11 ਤੋਂ ਬਾਅਦ ਭਾਜ ਸੰਖਿਆ ਕਿਹੜੀ ਜੋੜਨੀ ਪੈਣੀ ਹੈ 13। ਯਾਨੀ ਕਿ ਜੇ ਆਪਾਂ 33 ਦੇ ਵਿੱਚ ਹੁਣ 13 ਜੋੜ ਦਾਂਗੇ ਕਿੰਨਾ ਆਪਣਾ ਆਨਸਰ ਆ ਜਾਊਗਾ, 33 ਦੇ 13 ਕਿੰਨੇ ਹੋ ਗਏ 46। 33 ਦੇ 13 46। ਠੀਕ ਹੈ ਜੀ, ਤੁਸੀਂ ਬਸ ਇੱਕ ਗੱਲ ਦੀ ਨਿਗਾਹ ਰੱਖਣੀ, ਜਦੋਂ ਵੀ ਲੜੀ ਵਾਲਾ ਸਵਾਲ ਕਰੋ ਸੀਰੀਜ਼ ਵਾਲਾ, ਪਹਿਲਾਂ ਤੁਸੀਂ ਰਕਮ ਚੈੱਕ ਕਰਨੀ ਹੈ ਵੀ ਇਹ ਜਿਹੜੀ ਰਕਮ ਆਪਾਂ ਨੂੰ ਦਿੱਤੀ ਹੈ ਅਭਾਜ ਸੰਖਿਆਵਾਂ ਤਾਂ ਨਹੀਂ ਹੈਗੀਆਂ। ਠੀਕ ਹੈ, ਜੇ ਰਕਮ ਹੀ ਅਭਾਜ ਸੰਖਿਆ ਦਿੱਤੀ ਹੋਵੇ ਸਿੱਧਾ ਆਨਸਰ ਅਭਾਜ ਸੰਖਿਆ ਨਾਲ ਹੀ ਕੱਢਣਾ ਹੈ, ਫਿਰ ਰਿਲੇਸ਼ਨ ਬਣਾ ਕੇ ਨਹੀਂ ਕੱਢਣਾ। ਠੀਕ ਹੈ, ਜੇ ਮੰਨ ਲਓ ਵੀ ਉਹਦੇ ਅਭਾਜ ਸੰਖਿਆ ਨਹੀਂ ਹੈਗੀ, ਫਿਰ ਜਿਹੜਾ ਪਲੱਸ ਮਾਈਨਸ ਕਰੋਗੇ ਉਦੋਂ ਤੁਸੀਂ ਚੈੱਕ ਕਰਨੇ ਆ ਵੀ ਜਿਹੜਾ ਪਲੱਸ ਹੈ ਉਹ ਅਭਾਜ ਸੰਖਿਆ ਵਿੱਚ ਹੋਵੇ, ਜਾਂ ਜੇ ਰਕਮ ਲੜੀ ਘਟੀ ਜਾਂਦੀ ਹੈ ਤਾਂ ਉਹ ਵੀ ਅਭਾਜ ਸੰਖਿਆ ਵਿੱਚ ਹੋਵੇ ਤਾਂ ਅਭਾਜ ਸੰਖਿਆ ਹੀ ਲੈਣੀ ਹੈ। ਅੱਗੇ ਵੇਖੋ ਜੀ, ਇਹ 'ਚ ਰਕਮਾਂ ਘਟੀ ਜਾਂਦੀਆਂ। ਵੇਖੋ 68 ਤੋਂ 49 ਆ ਗਿਆ, 68 ਤੋਂ ਕਿੰਨਾ ਆ ਗਿਆ 49। 68 ਤੁਹਾਨੂੰ ਪਤਾ ਵੀ ਅਭਾਜ ਸੰਖਿਆ ਨਹੀਂ ਹੈਗੀ, ਮਗਰ ਕਿਉਂਕਿ 8 ਹੈ। ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਜਿਸਤ ਵਿੱਚ ਇਕੱਲੀ ਦੂਆ ਹੀ ਹੈ ਜਿਹੜੀ ਅਭਾਜ ਸੰਖਿਆ ਹੁੰਦੀ ਹੈ। ਦੂਏ ਨੂੰ ਛੱਡ ਕੇ ਜਿਸਤ ਸੰਖਿਆ ਕੋਈ ਵੀ ਪ੍ਰਾਈਮ ਨੰਬਰ ਨਹੀਂ ਹੁੰਦਾ। ਠੀਕ ਹੈ, ਤਾਂ ਆਪਾਂ ਪਲੱਸ ਮਾਈਨਸ ਚੈੱਕ ਕਰੀਏ ਜੀ। 68 ਚੋਂ ਆਪਾਂ ਕਿੰਨੇ ਘਟਾਈਏ, 49 ਆਵੇ 19। ਕਿੰਨੇ ਘਟਾਤੇ ਉਹਨਾਂ ਨੇ, 19 ਘਟਾਤੇ। ਠੀਕ ਹੈ ਜੀ, 49 ਤੋਂ ਆਇਆ 32। 49 ਤੋਂ 32 ਕਿਵੇਂ ਆਏਗਾ, ਕਿੰਨੇ ਘਟਾਤੇ 17 ਘਟਾਤੇ। ਵੇਖੋ 19 ਆਪਣੀ ਅਭਾਜ ਸੰਖਿਆ ਹੈ, 19 ਤੋਂ ਛੋਟੀ ਅਭਾਜ ਸੰਖਿਆ ਕਿਹੜੀ ਹੁੰਦੀ ਹੈ 18 ਹੁੰਦੀ ਨਹੀਂ, 17 ਅਭਾਜ ਹੈ। ਠੀਕ ਹੈ, ਇਹ ਜਾਣ ਕੇ ਆਪਾਂ ਚੈੱਕ ਕਰਨੀ ਹੈ ਵੀ ਇਹ ਕੋਈ ਲੜੀ ਜਿਹੜੀ ਅਭਾਜ ਸੰਖਿਆ ਤਾਂ ਨਹੀਂ ਬਣ ਰਹੀ। ਫਿਰ ਵੇਖੋ 32 ਤੋਂ 19 ਕਿਵੇਂ ਆ ਗਏ, 13 ਘਟ ਗਏ। ਵੇਖੋ 17 ਤੋਂ ਫਿਰ ਉਸ ਤੋਂ ਬਾਅਦ ਅਭਾਜ ਸੰਖਿਆ ਕਿਹੜੀ ਹੁੰਦੀ ਹੈ 13 ਹੀ ਹੁੰਦੀ ਹੈ, ਨਾ 16 ਹੋਵੇ ਨਾ 15 ਹੋਵੇ ਨਾ 14 ਹੋਵੇ, ਕਿਹੜੀ ਆ ਗਈ 13। ਯਾਨੀ ਕਿ ਜਿਹੜੀ ਇਹ ਲੜੀ ਹੈ ਇਹ ਵੀ ਕਿਹੜੀ ਹੈ ਅਭਾਜ ਸੰਖਿਆ ਪ੍ਰਾਈਮ ਨੰਬਰ ਵਾਲੀ ਹੈ। 19 ਤੋਂ ਫਿਰ 8, 19 ਤੋਂ 8 ਕਿਵੇਂ ਆਏਗਾ, ਕਿੰਨੇ ਘਟ ਗਏ 11। ਕਿੰਨੇ ਘਟ ਗਏ 11। ਆ ਵੇਖੋ 13 ਤੋਂ ਬਾਅਦ 12 ਵੀ ਅਭਾਜ ਸੰਖਿਆ ਨਹੀਂ ਹੁੰਦੀ, ਕਿਹੜਾ ਰਹਿ ਗਿਆ 11। ਯਾਨੀ ਕਿ ਹਰ ਵਾਰੀ ਕਿਹੜੀ ਸੰਖਿਆ ਘਟੀ ਜਾਂਦੀ ਹੈ ਅਭਾਜ ਸੰਖਿਆ। ਪਹਿਲਾਂ 19 ਘਟੀ, 19 ਤੋਂ ਬਾਅਦ ਫਿਰ 18 ਹੁੰਦਾ ਨਹੀਂ 17 ਘਟੀ, ਫਿਰ 16 15 14 ਹੁੰਦਾ ਨਹੀਂ 13 ਘਟਿਆ, 12 ਹੁੰਦਾ ਨਹੀਂ 11 ਘਟਿਆ। ਹੁਣ 11 ਤੋਂ ਛੋਟੀ ਅਭਾਜ ਸੰਖਿਆ ਕਿਹੜੀ ਹੁੰਦੀ ਹੈ, 11 ਤੋਂ ਛੋਟਾ ਇੱਕ ਤਾਂ 10 ਹੁੰਦਾ, ਉਹ ਅਭਾਜ ਨਹੀਂ ਹੈਗਾ। 9 ਵੀ ਹੈ ਨਹੀਂ, 8 ਵੀ ਦੂਏ ਦੇ ਬੱਚਿਆਂ ਦੀ ਨਹੀਂ ਹੈਗੀ, ਕਿਹੜੀ ਰਹਿ ਗਈ 7। 7 ਕਿਹੜੀ ਹੁੰਦੀ ਹੈ ਅਭਾਜ ਸੰਖਿਆ। ਯਾਨੀ ਕਿ ਇਦੋਂ ਬਾਅਦ ਕਿੰਨਾ ਘਟਾਵਾਂਗੇ ਆਪਾਂ 7 ਘਟਾਵਾਂਗੇ, ਕਿੰਨਾ ਘਟਾਵਾਂਗੇ 7। ਜਦੋਂ ਆਪਾਂ 8 ਵਿੱਚੋਂ 7 ਘਟਾਈ ਕਿੰਨਾ ਆਨਸਰ ਆ ਗਿਆ 1। ਕਿੰਨਾ ਆਨਸਰ ਆ ਜਾਏਗਾ 1 ਆਪਣਾ ਆਨਸਰ ਆ ਜਾਏਗਾ। ਨਹੀਂ ਚੱਕਿਆ ਜਾਂਦਾ, ਸਮਝ ਆਇਆ ਜੀ, ਤੇ ਲੌਕ ਲੱਗਿਆ ਉੱਤੇ ਤਾਂ ਆ ਜਾਂਦਾ ਹੁਣ। ਇਹੀ ਆਪਣਾ ਅੱਜ ਦਾ ਟੌਪਿਕ ਸੀਗਾ, ਇਹਨਾਂ ਕੇ ਆਪਾਂ ਕਰਨਾ ਸੀਗਾ। ਥੋੜਾ ਦੱਸੋਗੇ ਪਤਾ ਲੱਗਿਆ ਕਿ ਨਹੀਂ ਲੱਗਿਆ। ਕਿਸੇ ਨੇ ਕੁਝ ਸਮਝ ਆਇਆ ਜੀ।
ਜੀ। ਇਹ ਤੁਸੀਂ ਮੈਂ ਨਾ ਤੁਹਾਨੂੰ ਅੱਜ ਗਰੁੱਪ ਦੇ ਵਿੱਚ ਇੱਕ ਕਿਤਾਬ ਹੈਗੀ ਹੈ, ਆਹ ਉਹ ਪਾ ਦਾਂਗਾ। ਇੱਕ ਦੋ ਕਿਤਾਬਾਂ ਆਨਲਾਈਨ ਬਹੁਤ ਪਈਆਂ ਹੈਗੀਆਂ, ਤੁਸੀਂ ਪ੍ਰੈਕਟਿਸ ਲਈ ਉਹਦੇ ਵਿੱਚੋਂ ਜਾਣੀ ਕਿ ਸਵਾਲ ਕਰਨੇ ਹੈਗੇ ਆ। ਮੈਂ ਤਾਂ ਕੀਤੇ ਹੋਏ ਆ ਜਦੋਂ ਬੋਲਦੀ ਆ ਇਹਦੀ, ਹੁਣ ਉਹਨੇ ਕਰਤਾ ਮਾਈਕੋ ਠੀਕ। ਪਲੀਜ਼ ਸਾਰੇ ਸਟੂਡੈਂਟ ਆਪਦਾ ਨਾ ਮਾਈਕ ਬੰਦ ਕਰ ਦਿਓ, ਕਈਆਂ ਨੂੰ ਡਿਸਟਰਬੈਂਸ ਹੋ ਰਹੀ ਹੈਗੀ ਹੈ, ਮੰਨ ਲਓ ਵੀ ਉਹ ਡਿਸਟਰਬੈਂਸ ਕ੍ਰੀਏਟ ਹੋ ਜਾਂਦੀ ਹੈ। ਜੇ ਕਿਸੇ ਨੇ ਕੁਝ ਪੁੱਛਣਾ ਦੱਸਣਾ ਤਾਂ ਗਰੁੱਪ ਦੇ ਵਿੱਚ ਇੱਦਾਂ ਮੈਸੇਜ ਪਾ ਦਿਆ ਕਰੋ, ਠੀਕ ਹੈ ਜੀ। ਤੁਹਾਨੂੰ ਮੈਂ ਕਹਿ ਰਿਹਾ ਸੀਗਾ ਵੀ ਅੱਜ ਨਾ ਤੁਹਾਨੂੰ ਇੱਕ ਕਿਤਾਬ ਅਸੀਂ ਗਰੁੱਪ 'ਚ ਪਾ ਦਾਂਗੇ। ਵੈਸੇ ਤੁਸੀਂ ਕੋਸ਼ਿਸ਼ ਕਰਨੀ ਹੈ ਸਾਰਿਆਂ ਨੇ ਵੀ ਆਪਦੀ ਮਨਮਰਜ਼ੀ ਦੀ ਕਿਤਾਬ ਲੈ ਲੈਣੀ ਹੈ। ਇੱਕ ਨਾ ਕਿਤਾਬਾਂ ਆਉਂਦੀਆਂ, ਜਿਵੇਂ ਮੰਨ ਲਓ ਤੁਸੀਂ ਕਾਂਸਟੇਬਲ ਦਾ ਪੇਪਰ ਦਿੰਦੇ ਹੋ, ਮਾਰਕੀਟ ਦੇ ਵਿੱਚ ਤੁਸੀਂ ਵੇਖੋਗੇ ਇੱਕ ਸਿੰਪਲ ਕਿਤਾਬ ਆ ਜਾਂਦੀ ਜੀ ਕਾਂਸਟੇਬਲ ਲਈ ਹੈ, ਤੁਸੀਂ ਉਹ ਨਹੀਂ ਖਰੀਦਣੀ। ਉਹਦੇ ਵਿੱਚ ਸਿਲੇਬਸ ਬਹੁਤ ਘੱਟ ਹੈ। ਉਹਦੇ ਵਿੱਚ ਜਿਵੇਂ ਮੰਨ ਲਓ ਇੱਕ ਕਿਤਾਬ ਨਿੱਕੀ ਜੀ ਹੈਗੀ ਹੈ, ਉਹਦੇ ਵਿੱਚ ਹੀ ਤੁਹਾਡੀ ਜੀਕੇ ਹੋਏਗੀ, ਮੈਥ ਹੋਏਗਾ, ਉਹ ਕੰਪਲੀਟ ਨਹੀਂ ਹੈਗਾ। ਸਿਰਫ ਮੈਥ ਦੇ ਹਰ ਟੌਪਿਕ ਦੇ 10-10 ਸਵਾਲ ਹੈ, ਉਹਦੇ ਨਾਲ ਤੁਹਾਡਾ ਸਿਲੇਬਸ ਨਹੀਂ ਕੰਪਲੀਟ ਹੋਣਾ, ਠੀਕ ਹੈ। ਤੁਹਾਨੂੰ ਹੋਰ ਕੋਈ ਕਿਤਾਬ ਖਰੀਦਣ ਦੀ ਲੋੜ ਹੈ ਨਹੀਂ। ਤੁਹਾਨੂੰ ਨੋਟਸ ਸਾਰੇ ਅਸੀਂ ਦੇਵਾਂਗੇ, ਚਾਹੇ ਪੰਜਾਬੀ ਦੇ ਚਾਹੇ ਜਰਨਲ ਨੌਲੇਜ ਦੇ। ਤੁਹਾਨੂੰ ਉਹਦੇ ਲਈ ਕੋਈ ਵੀ ਕਿਤਾਬ ਖਰੀਦਣ ਦੀ ਲੋੜ ਨਹੀਂ ਹੈਗੀ। ਤੁਸੀਂ ਜਿਹੜੀ ਕਿਤਾਬ ਕਿਹੜੀ ਖਰੀਦਣੀ ਹੈ, ਇੱਕ ਤੁਸੀਂ ਰੀਜਨਿੰਗ ਦੀ ਕਿਤਾਬ ਖਰੀਦਣੀ ਹੈ ਅਲੱਗ, ਇੱਕ ਰੀਜਨਿੰਗ ਦੀਆਂ ਅਲੱਗ ਕਿਤਾਬਾਂ ਆਉਂਦੀਆਂ। ਜੇ ਕਿਸੇ ਨੇ ਬਹੁਤ ਵੇਖੋ ਸਾਰਾ, ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀਗਾ ਵੀ ਜਿਹੜਾ ਟੌਪਿਕ ਹੁੰਦੇ ਹੈ ਉਹ ਸਾਰੇ ਕੰਪੀਟੀਸ਼ਨ ਐਗਜ਼ਾਮ ਲਈ ਇੱਕੋ ਹੀ ਹੁੰਦੇ ਹੈ। ਮੈਥ ਦੇ ਵੀ 25-30 ਟੌਪਿਕ ਹੈ ਅਤੇ ਰੀਜਨਿੰਗ ਦੇ ਵੀ 25-30 ਟੌਪਿਕ ਹੈ। ਇਹ ਹੈ ਵੀ ਕਿਸੇ ਕੰਪੀਟੀਸ਼ਨ ਐਗਜ਼ਾਮ ਲਈ ਫਲਾਣੇ ਟੌਪਿਕ ਹੁੰਦੇ ਆ, ਕਿਸੇ ਲਈ ਕਿੰਨੇ ਟੌਪਿਕ ਹੁੰਦੇ ਆ, ਠੀਕ ਹੈ। ਇਸੇ ਤਰ੍ਹਾਂ ਤੁਸੀਂ ਤਾਂ ਪੇਪਰ ਦਿੰਦੇ ਰਹਿਣਾ ਨਾ, ਜਿੰਨਾ ਚਿਰ ਆਪਣੀ ਮੰਨ ਲਓ ਸਿਲੈਕਸ਼ਨ ਨਹੀਂ ਹੋਣੀ, ਆਪਾਂ ਤਿਆਰੀ ਕਰਦੇ ਰਹਿਣਾ ਹੈ। ਇਸ ਕਰਕੇ ਤੁਸੀਂ ਕੀ ਕਰਨਾ, ਇੱਕ ਰੀਜਨਿੰਗ ਦੀ ਕਿਤਾਬ ਖਰੀਦਣੀ ਹੈ। ਸਭ ਤੋਂ ਵਧੀਆ ਕਿਤਾਬ ਹੁੰਦੀ ਹੈ ਰੀਜਨਿੰਗ ਦੀ ਅਤੇ ਮੈਥ ਦੀ, ਜਿਹੜੀ ਆਪਾਂ ਕੁਆਂਟੀਟੀ ਐਪਟੀਟਿਊਡ ਹੈ, ਉਹ ਹੁੰਦੀ ਹੈ RS ਅਗਰਵਾਲ, ਠੀਕ ਹੈ। ਜੇ ਤੁਸੀਂ RS ਅਗਰਵਾਲ ਨਹੀਂ ਖਰੀਦਣੀ, ਜੇ ਤੁਸੀਂ RS ਅਗਰਵਾਲ ਨਹੀਂ ਖਰੀਦਣੀ, ਫਿਰ ਤੁਸੀਂ ਇੱਕ ਉਪਕਾਰ ਦੀ ਆਉਂਦੀ ਹੈ, ਉਪਕਾਰ ਵਾਲੀ ਲੈ ਲਓ, ਠੀਕ ਹੈ ਜੀ। ਇਹ ਵਧੀਆ ਕਿਤਾਬ ਹੈ। ਇਹ ਮੈਥ ਦੀ ਅਲੱਗ ਹੋਏਗੀ, ਰੀਜਨਿੰਗ ਦੀ ਅਲੱਗ ਹੋਏਗੀ। ਮੇਰੇ ਖਿਆਲ 200-250 ਰੁਪਏ ਦੀ ਇੱਕ ਕਿਤਾਬ ਆਏਗੀ ਰੀਜਨਿੰਗ ਦੀ ਅਤੇ ਮੈਥ ਦੀ। ਉਪਕਾਰ ਦੀ ਲੈ ਸਕਦੇ ਹੋ, ਅਰੀਹੰਤ ਦੀ ਲੈ ਸਕਦੇ ਹੋ, ਪਰ ਇਹ ਕਿਤਾਬ ਅਲੱਗ-ਅਲੱਗ ਲਈਓ, ਇੱਕ ਮੈਥ ਦੀ ਇੱਕ ਰੀਜਨਿੰਗ ਦੀ। ਉਹਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਪ੍ਰੈਕਟਿਸ ਲਈ ਕਾਫੀ ਸਵਾਲ ਮਿਲਣਗੇ, ਹਰ ਨੰਬਰੀ ਦੇ 100-100। ਜਿਵੇਂ ਕੱਲ੍ਹ ਮੈਂ ਤੁਹਾਨੂੰ ਲੈਟਰ ਸੀਰੀਜ਼ ਕਰਾਈ ਸੀਗੀ, ਉਹਦੇ ਘੱਟੋ ਘੱਟ ਤੁਹਾਨੂੰ 100-150 ਸਵਾਲ ਆਪ ਹੱਲ ਕਰਨਾ ਪੈਣਾ। ਫਿਰ ਤੁਹਾਡੀ ਪ੍ਰੈਕਟਿਸ ਦੇ ਨਾਲ, ਜੇ ਤੁਸੀਂ ਪ੍ਰੈਕਟਿਸ ਕਰੋਗੇ ਇੱਦਾਂ ਹੈ ਨਾ 100-150 ਸਵਾਲਾਂ ਦੀ, ਤੁਹਾਡੀ ਸਪੀਡ ਬਣੇਗੀ। ਮੇਨ ਕੰਮ ਹੁੰਦਾ ਸਪੀਡ ਦਾ। ਜਿੰਨਾ ਚਿਰ ਤੁਸੀਂ ਪ੍ਰੈਕਟਿਸ ਨਹੀਂ ਕਰੋਗੇ ਤੁਹਾਡੀ ਸਪੀਡ ਨਹੀਂ ਬਣਨੀ, ਠੀਕ ਹੈ ਜੀ। ਖੜਖੜ ਦੀ ਆਵਾਜ਼ ਆਉਂਦੀ, ਮਾਈਕ ਸਹੀ ਕਰਕੇ ਹਿਲਦਾ ਜਾਂ ਕੀ ਦਿੱਕਤ ਆ ਰਹੀ ਹੈ? नीचे लावा, मेरे ख्याल नीचे करके लाऊंगी, बाली ऊंची ला रखा मैं। देखियो हुण माइक सही आ रहा, सही है ना मोहित? चलो आप हुण करते हैं आप अगला टॉपिक, ठीक है जी। हुण आप कल जीके शुरू की हुई थी, पोल्टी करते हैं, ठीक है जी। कल जिन्होंने भी पोल्टी की दुबारा पढ़ी सीगी, ਇਹਨੂੰ ਨਾ ਇੱਕ ਵਾਰੀ ਪੜ੍ਹ ਲਿਆ ਕਰੋ। ਅਸੀਂ ਗਰੁੱਪ 'ਚ ਪਾ ਦਿਆ ਕਰਾਂਗੇ ਤੁਹਾਨੂੰ PDF ਬਣਾ ਕੇ। ਤੁਹਾਨੂੰ ਕਿਤਾਬ ਖਰੀਦਣ ਦੀ ਲੋੜ ਹੈ ਨਹੀਂ, ਤੁਸੀਂ ਇਹੀ ਨੋਟਸ ਬਣਾ ਲਿਓ, ਸਫੀਸ਼ੀਐਂਟ ਹੈ। ਕਿਤਾਬਾਂ ਸਿਰਫ ਤੁਸੀਂ ਇੱਕ ਰੀਜਨਿੰਗ ਦੀ ਲੈਣੀ ਹੈ ਆਪਦੀ ਮਨਮਰਜ਼ੀ ਦੀ ਪ੍ਰੈਕਟਿਸ ਲਈ, ਇੱਕ ਤੁਸੀਂ ਮੈਥ ਦੀ ਲੈਣੀ ਹੈ। ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ ਉਹ ਤੁਸੀਂ ਮੰਨ ਲਓ ਜਿਹੜੀ ਅਸੀਂ ਕਿਤਾਬ ਪਾਵਾਂਗੇ ਹੈ ਨਾ, ਮੈਂ ਤੁਹਾਨੂੰ ਗਰੁੱਪ 'ਚ ਪ੍ਰੋਵਾਈਡ ਕਰਵਾ ਦਾਂਗੇ, ਉਹਦੇ ਵਿੱਚੋਂ ਕੁਝ ਤੁਸੀਂ ਸਵਾਲ ਆਪਦੇ ਹੱਥ ਨਾਲ ਲਿਖ ਲੈਣੇ ਆ, ਠੀਕ ਹੈ ਜੀ। ਆਪਾਂ ਸ਼ੁਰੂ ਕਰਦੇ ਹਾਂ ਪੋਲਿਟੀ ਦਾ, ਅੱਜ ਦੂਜਾ ਦਿਨ। ਦੇਖੋ ਕੱਲ ਆਪਾਂ ਪੜ੍ਹ ਲਿਆ ਸੀਗਾ, ਪੋਲਿਟੀ ਸ਼ੁਰੂ ਕੀਤੀ ਸੀ ਆਪਾਂ, ਉਹਦਾ ਅੱਗੇ ਚੱਲਦੇ ਹਾਂ ਕੰਟੀਨਿਊ। ਇੱਥੇ ਆਪਾਂ ਆ ਗਏ ਸੀ ਲਾਰਡ ਮਾਊਂਟ ਬੈਟਨ ਯੋਜਨਾ। ਲਾਰਡ ਮਾਊਂਟ ਬੈਟਨ ਯੋਜਨਾ ਇੱਕ ਵਾਰੀ ਆਪਾਂ ਕੱਲ੍ਹ ਵਾਲਾ ਵੇਖੀਏ ਥੋੜ੍ਹਾ ਜਿਹਾ। ਕੱਲ੍ਹ ਤੁਹਾਨੂੰ ਯਾਦ ਹੋਣਾ, ਤੁਹਾਨੂੰ ਕਰਾਇਆ ਸੀਗਾ
ਵੇਖੋ ਤੁਹਾਨੂੰ ਕੱਲ ਰਾਸ਼ਟਰੀ ਝੰਡੇ, ਰਾਸ਼ਟਰੀ ਗੀਤ, ਇਹਨੂੰ ਬੇਸਿਕ ਨੌਲੇਜ ਦੇ ਦਿੱਤੀ ਸੀ। ਇੱਕ ਤੁਹਾਨੂੰ ਵਿਸ਼ੇਸ਼ਤਾਵਾਂ ਕਰਾਤੀਆਂ ਸੀਗੀਆਂ, ਸਾਰੀਆਂ ਕੀ ਕਰਵਾਤੀਆਂ ਸੀਗੀਆਂ, ਵਿਸ਼ੇਸ਼ਤਾਵਾਂ, ਵੀ ਸਾਡੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਕੀ ਹੈ। ਠੀਕ ਹੈ ਜੀ, ਤੁਹਾਨੂੰ ਇਹ ਵੀ ਦੱਸਤਾ ਸੀਗਾ ਵੀ ਜਿਹੜਾ ਸੰਵਿਧਾਨ ਹੈਗਾ, ਤੁਹਾਨੂੰ ਕੱਲ ਦੱਸਤਾ ਜਿਹੜਾ ਸੰਵਿਧਾਨ ਹੈਗਾ ਆਪਣਾ, ਉਹ ਕਿਹਨੇ ਲਿਖਿਆ ਸੀਗਾ। ਆਪਣਾ ਜਿਹੜਾ ਸੰਵਿਧਾਨ ਹੈਗਾ ਉਹ ਕਿਹਨੇ ਬਣਾਇਆ ਸੀ, ਆਪਣਾ ਸੰਵਿਧਾਨ ਸਭਾ ਨੇ। ਕੱਲ ਤੁਹਾਨੂੰ ਇਹ ਚੀਜ਼ ਮੈਂ ਦੱਸਤੀ ਸੀਗੀ। ਠੀਕ ਹੈ ਜੀ, ਸੰਵਿਧਾਨ ਕਿਹਨੇ ਲਿਖਿਆ ਹੈਗਾ, ਆਪਣਾ ਸੰਵਿਧਾਨ ਸਭਾ ਨੇ। ਸੰਵਿਧਾਨ ਸਭਾ ਕਿਹਨੇ ਬਣਾਈ ਸੀ, ਕੈਬਨਿਟ ਮਿਸ਼ਨ ਨੇ। ਇਹ ਤੁਹਾਨੂੰ ਮੈਂ ਕੱਲ ਸਾਰੀ ਆਪਾਂ ਇਹਦੀ ਜਾਣਕਾਰੀ ਹਾਸਲ ਕੀਤੀ ਸੀਗੀ। ਠੀਕ ਹੈ ਜੀ, ਇੱਕ ਇਹ ਸੰਵਿਧਾਨ ਕਿਉਂ ਬਣਾਇਆ ਇਹ ਆਪਾਂ ਕੱਲ ਪੜ੍ਹ ਲਿਆ ਸੀ। ਆਪਾਂ ਅੱਗੇ ਪੜ੍ਹਦੇ ਹਾਂ। ਅੱਗੇ ਆ ਜਾਓ, ਲਾਰਡ ਮਾਊਂਟਬੈਟਨ ਯੋਜਨਾ। ਲਾਰਡ ਮਾਊਂਟਬੈਟਨ ਯੋਜਨਾ, ਠੀਕ ਹੈ ਜੀ। ਲਾਰਡ ਮਾਊਂਟਬੈਟਨ ਯੋਜਨਾ ਦੇਖੋ ਜੀ ਕੀ ਕਹਿੰਦੇ ਆ। ਕੀ ਹੋਇਆ ਸੀਗਾ ਜਦੋਂ ਆਪਣਾ 1947, ਕੱਲ ਤੁਹਾਨੂੰ ਮੈਂ ਦੱਸਤਾ ਸੀਗਾ ਵੀ ਜਦੋਂ 1946 ਦੇ ਵਿੱਚ, ਤੁਹਾਨੂੰ ਕੱਲ ਇੱਕ ਗੱਲ ਦੱਸੀ ਸੀ ਵੀ 1946 ਦੇ ਵਿੱਚ ਕੀ ਹੋਇਆ ਸੀਗਾ, ਜਿਹੜਾ ਆਪਣਾ ਇੰਗਲੈਂਡ ਹੈ ਉੱਥੇ ਕੀ ਹੋਏ ਸੀਗੇ, ਇਲੈਕਸ਼ਨ ਹੋ ਗਏ ਸੀਗੇ। ਇੰਗਲੈਂਡ ਦੇ ਵਿੱਚ ਇਲੈਕਸ਼ਨ ਹੋ ਗਏ ਸੀਗੇ, ਤੇ ਜਿਹੜੇ ਆਪਣੇ ਲਾਰਡ ਐਟਲੀ ਹੈ, ਲਾਰਡ ਐਟਲੀ ਜੀ, ਉਹ ਉੱਥੋਂ ਦੇ ਕੀ ਬਣ ਗਏ ਸੀਗੇ, ਪ੍ਰਧਾਨ ਮੰਤਰੀ। 1946 ਦੇ ਵਿੱਚ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਸੀ, ਉਹ ਲੇਬਰ ਪਾਰਟੀ ਨਾਲ। ਕਿਹੜੀ ਪਾਰਟੀ ਨਾਲ, ਲੇਬਰ ਪਾਰਟੀ ਨਾਲ। ਤੇ ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਬਣੇ, ਠੀਕ ਹੈ ਜੀ, 1946 ਦੇ ਵਿੱਚ ਹੀ ਉਹਨਾਂ ਨੇ ਅਨਾਊਂਸ, ਯਾਨੀ ਕਿ ਪ੍ਰਕਿਰਿਆ ਚੱਲ ਪਈ ਸੀ ਵੀ ਭਾਰਤ ਵਿੱਚ ਜਿਹੜਾ ਹੈਗਾ ਅਲੱਗ ਸੰਵਿਧਾਨ ਹੋਵੇਗਾ। ਭਾਰਤੀ ਲੋਕ ਹੀ ਜਿਹੜਾ ਸੰਵਿਧਾਨ ਤਿਆਰ ਕਰਨਗੇ। ਭਾਰਤੀਆਂ ਦਾ ਸੰਵਿਧਾਨ ਤਿਆਰ ਕਰਨ ਲਈ ਕੀ ਬਣਾਈ ਗਈ ਸੀ, ਇੱਕ ਸੰਵਿਧਾਨ ਸਭਾ। ਕਿਹਨੇ ਬਣਾਈ, ਉਹਨਾਂ ਨੇ ਇੱਕ ਕੈਬਨਿਟ ਮਿਸ਼ਨ ਭੇਜਿਆ ਸੀ, 3 ਮੈਂਬਰੀ ਕਮੇਟੀ। ਆਪਾਂ ਗੱਲ ਕੀਤਾ ਸੀਗਾ ਵੀ 3 ਮੈਂਬਰੀ, ਉਹਨਾਂ ਨੇ ਇੱਕ ਕੈਬਨਿਟ ਮਿਸ਼ਨ ਭੇਜਿਆ, ਉਹਨਾਂ ਨੇ ਸੰਵਿਧਾਨ ਸਭਾ ਬਣਾਈ। ਠੀਕ ਹੈ ਜੀ, ਸੰਵਿਧਾਨ ਸਭਾ ਦਾ ਕੰਮ ਕੀ ਸੀ, ਸੰਵਿਧਾਨ ਨੂੰ ਤਿਆਰ ਕਰਨਾ। ਹੁਣ ਆ ਜਾਓ ਅੱਗੇ, 1947 ਵੇਖੋ, ਜਿਹੜਾ ਲਾਰਡ ਮਾਊਂਟਬੈਟਨ ਕੀ ਸੀ, ਗਵਰਨਰ ਜਨਰਲ। ਪਹਿਲਾਂ ਵੇਖੋ ਗਵਰਨਰ ਜਨਰਲ ਹੁੰਦਾ ਕੀ ਹੈ। ਗਵਰਨਰ ਇੱਕ ਲਾਰਡ ਹੋਇਆ, ਲਾਰਡ ਮਾਊਂਟਬੈਟਨ, ਇਹ ਨਾਮ ਹੈ ਜੀ ਉਹਨਾਂ ਦਾ, ਲਾਰਡ ਮਾਊਂਟਬੈਟਨ। ਇਹ ਆਪਣੇ ਕੀ ਸੀਗੇ, ਭਾਰਤ ਦੇ ਗਵਰਨਰ ਜਨਰਲ। ਜਿਵੇਂ ਹੁਣ ਆਪਣੇ ਰਾਸ਼ਟਰਪਤੀ ਹੁੰਦਾ ਜੀ, ਆਪਣੇ ਕੀ ਹੁੰਦਾ, ਰਾਸ਼ਟਰਪਤੀ। ਉਵੇਂ ਅੰਗਰੇਜ਼ਾਂ ਨੇ ਅੰਗਰੇਜ਼ਾਂ ਦਾ ਜਿਹੜਾ ਮੇਨ ਨੁਮਾਇੰਦਾ ਹੈ, ਜਿਹੜਾ ਭਾਰਤ ਉੱਤੇ ਰਾਜ ਕਰਦਾ ਸੀ, ਯਾਨੀ ਕਿ ਜਿਹੜਾ ਅੰਗਰੇਜ਼ੀ ਹਕੂਮਤ ਚਲਾਉਂਦਾ ਸੀ, ਜਿਹੜਾ ਕੰਟਰੋਲ ਕਰਦਾ ਸੀ, ਉਹਨੂੰ ਕੀ ਬੋਲਿਆ ਜਾਂਦਾ ਸੀ, ਗਵਰਨਰ ਜਨਰਲ ਆਫ ਇੰਡੀਆ। ਕੀ ਕਿਹਾ ਜਾਂਦਾ ਸੀ, ਗਵਰਨਰ ਜਨਰਲ ਆਫ ਇੰਡੀਆ। ਅੱਜ ਕੱਲ੍ਹ ਕਿਹੜੀ ਪੋਸਟ ਹੈਗੀ ਆ, ਆਪਣੇ ਗਵਰਨਰ ਜਨਰਲ ਦੀ ਖਤਮ ਕਰਤੀ ਸੀ, ਕਿਹਦੀ ਬਣ ਗਈ, ਰਾਸ਼ਟਰਪਤੀ ਦੀ। ਠੀਕ ਹੈ, ਇਹ ਤੁਹਾਨੂੰ ਪਤਾ ਹੀ ਹੋਣਾ ਵੀ ਜਿੰਨੇ ਵੀ ਸਰਕਾਰ ਦੇ ਕੰਮ ਹੁੰਦੇ ਆ ਉਹ ਸਾਰੇ ਕਿਹਦੇ ਨਾਮ ਤੇ ਹੁੰਦੇ ਆ, ਰਾਸ਼ਟਰਪਤੀ ਦੇ ਨਾਮ ਤੇ। ਜੇ ਆਪਾਂ ਮੰਨ ਲਓ ਸਹੀ ਗੱਲ ਕਰੀਏ ਤਾਂ ਜਿਹੜੀ ਸਰਕਾਰ ਦੇ ਜਿੰਨੇ ਵੀ ਕੰਮ ਹੁੰਦੇ ਆ, ਪ੍ਰਧਾਨ ਮੰਤਰੀ ਮੁਖੀ ਨਹੀਂ ਹੁੰਦਾ। ਆਪਣੇ ਦੇਸ਼ ਵਿੱਚ ਜਿਹੜਾ ਸਹੀ ਮੁਖੀ ਕੌਣ ਹੁੰਦਾ, ਰਾਸ਼ਟਰਪਤੀ। ਠੀਕ ਹੈ ਜੀ, ਇਹ ਆਪਾਂ ਅੱਗੇ ਕਰਾਂਗੇ। ਵੈਸੇ ਉਹ ਇਹ ਆਪਾਂ ਗੱਲ ਕਰ ਰਹੇ ਹਾਂ ਹੁਣ ਲਾਰਡ ਮਾਊਂਟਬੈਟਨ ਯੋਜਨਾ 1947 ਵਿੱਚ ਆਈ ਸੀ। ਇਹ ਪੇਪਰ 'ਚ ਆਉਂਦਾ ਹੁੰਦਾ, ਲਾਰਡ ਮਾਊਂਟਬੈਟਨ ਯੋਜਨਾ ਕਦੋਂ ਆਈ ਸੀ, 1947 ਦੇ ਵਿੱਚ। ਕੀ ਸੀ ਯੋਜਨਾ, 1947 ਦੀ ਇੱਕ ਯੋਜਨਾ ਤਿਆਰ ਕੀਤੀ ਸੀ ਅੰਗਰੇਜ਼ਾਂ ਨੇ, ਅੰਗਰੇਜ਼ੀ ਹਕੂਮਤ ਨੇ ਇੱਕ ਯੋਜਨਾ ਤਿਆਰ ਕੀਤੀ ਸੀ। ਉਹਨਾਂ ਨੇ ਇੱਕ ਪ੍ਰਸਤਾਵ ਬਣਾ ਲਿਆ ਸੀਗਾ, ਉਹਨਾਂ ਨੇ ਇੱਕ ਮਨ ਬਣਾ ਲਿਆ ਸੀਗਾ ਵੀ ਜਿਹੜਾ ਭਾਰਤ ਹੈਗਾ ਉਹਨੂੰ ਆਜ਼ਾਦ ਕਰ ਦੇਣਾ। ਤਾਂ ਉਹਨਾਂ ਨੇ ਫਿਰ ਇੱਕ ਯੋਜਨਾ ਤਿਆਰ ਕੀਤੀ, ਉਹਨੂੰ ਕੀ ਬੋਲਿਆ ਜਾਂਦਾ, ਲਾਰਡ ਮਾਊਂਟਬੈਟਨ ਯੋਜਨਾ। ਲਾਰਡ ਮਾਊਂਟਬੈਟਨ ਯੋਜਨਾ ਤਾਂ ਕਿਹਾ ਜਾਂਦਾ ਹੈ ਕਿਉਂਕਿ ਉਸ ਸਮੇਂ ਜਿਹੜਾ ਸਾਡੇ ਦੇਸ਼ ਦਾ ਜਿਹੜਾ ਮੰਨ ਲਓ ਗਵਰਨਰ ਜਨਰਲ ਕੌਣ ਸੀ, ਲਾਰਡ ਮਾਊਂਟਬੈਟਨ। ਕੌਣ ਸੀ, ਲਾਰਡ ਮਾਊਂਟਬੈਟਨ। ਇਹ ਯੋਜਨਾ ਵਿੱਚ ਕੀ ਕਿਹਾ ਗਿਆ ਸੀ, ਉਹਨਾਂ ਨੇ ਕਿਹਾ ਸੀ ਕਿ ਭਾਰਤ ਦੀ ਵੰਡ ਕੀਤੀ ਜਾਊਗੀ। ਜੇ ਤੁਹਾਨੂੰ ਪੇਪਰ 'ਚ ਆ ਜਾਏ ਵੀ ਜਿਹੜੀ ਭਾਰਤ ਦੀ ਵੰਡ ਹੈ, ਠੀਕ ਹੈ, ਉਹ ਕਿਹੜੀ ਯੋਜਨਾ ਅਧੀਨ ਹੋਈ ਸੀ, ਕਿਹਨੇ ਅਨਾਊਂਸ ਕੀਤੀ ਸੀ, ਤਾਂ ਉਹ ਕਿਹਨੇ ਕੀਤੀ ਸੀ, ਲਾਰਡ ਮਾਊਂਟਬੈਟਨ ਨੇ। ਭਾਰਤ ਦੀ ਵੰਡ ਦਾ ਜਿਹੜਾ ਪ੍ਰਸਤਾਵ ਉਹਨਾਂ ਨੇ ਦਿੱਤਾ ਸੀ, ਅੰਗਰੇਜ਼ ਕਹਿੰਦੇ ਵੀ ਅਸੀਂ ਤੁਹਾਨੂੰ ਆਜ਼ਾਦ ਕਰਾਂਗੇ ਪਰ ਭਾਰਤ ਦੇ 2 ਹਿੱਸੇ ਕੀਤੇ ਜਾਣਗੇ। ਠੀਕ ਹੈ ਜੀ, ਭਾਰਤ ਨੂੰ 2 ਭਾਗਾਂ ਵਿੱਚ ਵੰਡਤਾ। ਇੱਕ ਤੁਹਾਨੂੰ ਪਤਾ ਵੀ ਪਾਕਿਸਤਾਨ ਭਾਰਤ ਵਿੱਚੋਂ ਬਣ ਗਿਆ। ਇਹ ਘੋਸ਼ਣਾ ਹੋਈ ਕਦੋਂ ਸੀ, 3 ਜੂਨ 1947 ਨੂੰ। ਅਨਾਊਂਸ ਕਦੋਂ ਹੋਈ ਸੀ, ਯਾਨੀ ਕਿ ਇਹਦਾ ਅਨਾਊਂਸਮੈਂਟ ਕਦੋਂ ਹੋਈ ਸੀ, 3 ਜੂਨ 1947 ਨੂੰ। ਵੇਖੋ ਇਸੇ ਘੋਸ਼ਣਾ ਦੇ ਆਧਾਰ ਤੇ, ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਭਾਰਤ ਦੀ ਵੰਡ ਦਾ ਪ੍ਰਸਤਾਵ, ਇਸੇ ਘੋਸ਼ਣਾ ਦੇ ਆਧਾਰ ਤੇ 3 ਜੂਨ ਨੂੰ ਇਹਨੇ ਘੋਸ਼ਣਾ ਕਰਤੀ। ਜੁਲਾਈ 1947 ਵਿੱਚ ਜਿਹੜੇ ਅੰਗਰੇਜ਼ ਹੈ, ਅੰਗਰੇਜ਼ਾਂ ਦੀ ਜਿਹੜੀ ਪਾਰਲੀਮੈਂਟ ਹੈ, ਉਹਨੇ ਕੀ ਕੀਤਾ, ਦਾ ਇੰਡੀਅਨ ਇੰਡੀਪੈਂਡੈਂਸ ਐਕਟ 1947 ਪਾਸ ਕਰਤਾ। ਯਾਨੀ ਕਿ 3 ਜੁਲਾਈ 1947 ਦੇ ਵਿੱਚ ਅੰਗਰੇਜ਼ੀ ਹਕੂਮਤ ਨੇ ਆਪਦੀ ਪਾਰਲੀਮੈਂਟ ਵਿੱਚ, ਯਾਨੀ ਕਿ ਅੰਗਰੇਜ਼ੀ ਹਕੂਮਤ ਨੇ ਇੰਗਲੈਂਡ ਦੇ ਵਿੱਚ ਭਾਰਤ ਨੂੰ ਆਜ਼ਾਦ ਕਰਨ ਦਾ ਜਿਹੜਾ ਹੈਗਾ ਇੱਕ ਕਾਨੂੰਨ ਪਾਸ ਕਰਤਾ। ਤੇ ਨਾਲ ਹੀ ਲਿਖਤਾ ਕਿ ਭਾਰਤ ਨੂੰ ਜਿਹੜਾ ਦੇਸ਼ ਹੈ ਉਹਨੂੰ 2 ਭਾਗਾਂ 'ਚ ਵੰਡਿਆ ਜਾਊਗਾ। ਇੱਕ ਦਾ ਨਾਮ ਭਾਰਤ ਤੇ ਦੂਜੇ ਦਾ ਨਾਮ ਕੀ ਹੋਊਗਾ,
पाकिस्तान। ठीक है जी, अगे करिए। एक गल जी तुसीं मेन याद रखनी है, जिहदे विच ज़्यादातर क्वेश्चन पूछा जाता, बड़ी कन्फ्यूजन होंदी है। तुसीं देखना भी, तुहानूं मैं पहले दस्सिया भी जदों भारत कदों अपना याद हो गया सीगा 15 अगस्त नूं। भारत याद होया अपना देश 15 अगस्त 1947 नूं। जिहड़ा पाकिस्तान एक दिन पहला याद हो गया, पाकिस्तान की आपां गल करिए, ठीक है जी, पाकिस्तान वो कदों याद होया सी 14 अगस्त नूं। पाकिस्तान कदों याद होया 14 अगस्त नूं। जदों 15 अगस्त नूं भारत याद होया तो उदों वाइसराय कौन सी? अंतिम वाइसराय। अंतिम वाइसराय तुहानूं मैं दस्सिया जिहड़ा की सीगा, लॉर्ड माउंटबैटन। लॉर्ड की सी अपना उस समय का वाइसराय सीगा। ठीक है, इनू की कहांगे? अंतिम वाइसराय। ठीक है जी, 12 फरवरी की लोड़ नहीं, अंतिम वाइसराय तुसीं याद रखना, तरीक याद रखनी है, रख लियो। वैसे यही वाइसराय अगे भी रहे है। एक गल होर याद रखियो, जदों मान लो पाकिस्तान याद होया, जदों अपना पाकिस्तान याद होया, ठीक है जी, जिहड़े मुहम्मद अली जिन्ना सीगे, मुहम्मद अली जिन्ना ने ज़्यादा कहा था ना भी पाकिस्तान चाहिए, वो उत्थों के राष्ट्रपति बन गए, वो उत्थों के गवर्नर बन गए थे एक्चुअली। ठीक है जी, उत्थों के की बन गए, वो आप गवर्नर बोल सकते हैं। इस तरह जिहड़े लियाकत अली खान सीगे, लियाकत अली खान उत्थे वो की बन गए सीगे? पाकिस्तान के प्रधानमंत्री। अगे हैगा लिखिया होया, ठीक है जी, थोड़ा अगे भी आएगा, तुहानूं दस देने। पर जो देश अपना भारत याद होया, जो भारत याद होया तो जिहड़े लॉर्ड माउंटबैटन जिहड़े की अपने पहले गवर्नर जनरल रहे, याद रखना है। देखो पाकिस्तान दे विच नहीं रहे, पाकिस्तान दे विच जिन्हां की बन गए थे उत्थों के गवर्नर बन गए थे, लियाकत अली खान उत्थों के की बन गए थे? प्रधानमंत्री। पर जो साडा देश भारत आज़ाद हो गया 15 अगस्त नूं, देश की हो गया? आज़ाद हो गया। पर फिर भी अपना गवर्नर जनरल कौन रहा? लॉर्ड माउंटबैटन। जे तुहानूं पेपर च आवे आज़ाद भारत का पहला गवर्नर जनरल कौन सी? आज़ाद भारत का पहला गवर्नर जनरल भी कौन सी? लॉर्ड माउंटबैटन। ये जून 1948 तक अपने गवर्नर जनरल रहे है। देश आज़ाद होने तो बाद भी जून 1948 तक ये अपनी पोस्ट से रहे है। जे पेपर में आवे आज़ाद भारत का पहला गवर्नर जनरल कौन रहा? लॉर्ड माउंटबैटन। ठीक है जी, तो जो जिहड़ा ये क्यों रहा, वो कहते भी जिहड़ा असी इंडियन इंडिपेंडेंस एक्ट लैके आए हैं, भारत नूं आज़ाद करन दा जिहड़ा एक्ट लैके आंदा 1947, इहनूं ठीक तरीके नाल लागू किया जा सके। ठीक है जी, आ तुहानूं मैं दसदा भी जून 1948 तक लॉर्ड माउंटबैटन की रहे हैं साडे देश के गवर्नर जनरल। जदों जून 1948 दे विच लॉर्ड माउंटबैटन आपकी पोस्ट छड्ड गए, ठीक है, उस तो बाद पहले भारती किहड़े सीगे? आज़ाद भारत के पहले भारती किहड़े गवर्नर जनरल बने? सी राजा गोपालचारी। ये याद रखना है, लॉर्ड माउंटबैटन तो बाद पहले भारती गवर्नर जनरल कौन बने सी? सी गोपालचारी। ये भी याद रखना है भी जिहड़े सी गोपालचारी है वो पहले तो लास्ट गवर्नर जनरल ही रहे हैं भारती, क्योंकि इस तो बाद ये पोस्ट तुहानूं मैं दस्सिया भी खत्म करती सीगी। जिहड़ी ये पोस्ट हैगी है गवर्नर जनरल की, जिहड़ी आ पोस्ट सीगी गवर्नर जनरल की, इनू की करता? खत्म करता। इसकी जगह ते किहड़ी पोस्ट आ गई? राष्ट्रपति की। किहड़ी पोस्ट आ गई सीगी? राष्ट्रपति की। यानी कि जे आपां गल करिए भी किहड़ा भारती सीगा, यानी कि किहड़ा भारती जिहड़ा अपना पहला गवर्नर जनरल बनया? सी राजा गोपालचारी। तो यही सी राजा गोपालचारी जी सीगे जिहड़े अपने भारती सीगे जिहड़े अपने गवर्नर जनरल रहे है। इक्को ही भारती है जिहड़ा अपना गवर्नर जनरल रहा है, उस तो बाद पोस्ट नूं की कर दिता गया? खत्म कर दिता गया। ठीक है जी, जे तुहानूं पेपर च आवे भी पहला गवर्नर जनरल कौन सी आज़ाद भारत का, तो लॉर्ड माउंटबैटन आएगा आंसर। जे पेपर च पूछा जाए भी वो किहड़ा भारती सी जिहड़ा साडा पहला गवर्नर जनरल रहा है, तो की आंसर आएगा? सी राजा गोपालचारी। जे तुहानूं पूछा जाए भारत का अंतिम गवर्नर जनरल कौन रहा है? आज़ाद भारत का या भारत का अंतिम गवर्नर जनरल कौन रहा है, तो भी की आंसर आएगा? सी राजा गोपालचारी। ठीक है जी, आ तुहानूं दसता जी 1950 में गवर्नर जनरल की पोस्ट नूं खत्म करता तो किहड़ी पोस्ट बन गई? राष्ट्रपति की। ठीक है जी, आ वैसे हिस्टरी ली है, वैसे मेरे उत्ते लिखता, ये हिस्टरी का क्वेश्चन है। जो कहते भारत ते पाकिस्तान बने तो उन्होंने एक बाउंड्री तो खिंचनी सी ना भी आ हिस्सा पाकिस्तान का, आ हिस्सा इंडिया का। ठीक है जी, भारत पाकिस्तान की सीमा निर्धारित करने लई किहनूं नियुक्त किया गया सीगा? सर सिरिल रैडक्लिफ। रैडक्लिफ ही नाम याद रखियो। तो मैं पहले कल भी दस्सिया सीगा
ਲਾਸਟਲਾ ਅੱਖਰ ਹੀ ਪੱਖਾ ਹੁੰਦਾ ਇਹਦੇ ਵਿੱਚ ਕਈ ਵਾਰੀ ਨਾ ਸ਼ਾਰਟ ਫਾਰਮ ਦੇ ਦਿੰਦੇ ਆ, ਇਹਨੂੰ ਐਂ ਵੀ ਲਿਖ ਸਕਦੇ ਆ SC ਰੈਡਕਲਿਫ, ਪੇਪਰ 'ਚ ਸ਼ਾਰਟ ਫਾਰਮ ਹੀ ਆਉਂਦੀ ਹੈ। ਤੁਸੀਂ ਆਹ ਲਾਸਟਲਾ ਯਾਦ ਰੱਖਣਾ ਰੈਡਕਲਿਫ। ਕਿਹਨੂੰ ਨਿਯੁਕਤ ਕੀਤਾ ਗਿਆ ਸੀਗਾ, ਜਿਹੜੀ ਬਾਉਂਡਰੀ ਬਣਾਈ ਜਾਊਗੀ ਪਾਕਿਸਤਾਨ ਤੇ ਇੰਡੀਆ ਦੀ, ਕਿਹੜੇ ਸੀਗੇ? ਸਰ ਰੈਡਕਲਿਫ। ਠੀਕ ਹੈ, ਜਿਹੜੀ ਇਸ ਕਰਕੇ ਜਿਹੜੀ ਬਾਉਂਡਰੀ ਬਣੀ ਹੈ, ਜਿਹੜੀ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ, ਉਹਨੂੰ ਕੀ ਨਾਮ ਨਾਲ ਜਾਣਿਆ ਜਾਂਦਾ? ਰੈਡਕਲਿਫ ਲਾਈਨ, ਉਹਨਾਂ ਦੇ ਨਾਮ ਤੇ ਹੀ ਹੈ। ਸਰ ਰੈਡਕਲਿਫ ਦੇ ਨਾਮ ਤੇ ਹੀ ਆਪੇ ਨੂੰ ਨਾਮ ਰੱਖਿਆ ਹੋਇਆ ਰੈਡਕਲਿਫ ਲਾਈਨ। ਇਹ ਵੈਸੇ ਹਿਸਟਰੀ ਦਾ ਕੁਐਸਚਨ ਹੈ, ਤੁਹਾਨੂੰ ਵੈਸੇ ਹੀ ਇੱਥੇ ਦੱਸਤਾ। ਠੀਕ ਹੈ ਜੀ, ਅੱਗੇ ਆ ਜਾਓ ਜੀ। ਜਦੋਂ ਭਾਰਤ ਆਜ਼ਾਦ ਹੋ ਗਿਆ 1947 ਦੇ ਵਿੱਚ, ਸਾਡਾ ਦੇਸ਼ ਆਜ਼ਾਦ ਹੋਇਆ, ਤਾਂ ਤੁਹਾਨੂੰ ਮੈਂ ਪਹਿਲਾਂ ਦੱਸਤਾ ਵੀ ਜਿਹੜਾ ਪਾਕਿਸਤਾਨ ਹੈ 14 ਅਗਸਤ 1947 ਨੂੰ ਆਜ਼ਾਦ ਹੋਇਆ। ਮੁਹੰਮਦ ਅਲੀ ਜਿਨਾ ਜੀ ਪਾਕਿਸਤਾਨ ਦੇ ਗਵਰਨਰ ਜਨਰਲ ਬਣੇ, ਲਿਆਕਤ ਅਲੀ ਖਾਨ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਠੀਕ ਹੈ ਜੀ, ਆਪਾਂ ਯਾਦ ਕਰਨਾ ਜ਼ਿਆਦਾ ਇੰਡੀਆ ਦਾ। 15 ਅਗਸਤ ਨੂੰ ਸਾਡਾ ਦੇਸ਼ ਆਜ਼ਾਦ ਹੋਇਆ। ਠੀਕ ਹੈ ਜੀ, ਲਾਰਡ ਮਾਊਂਟਬੈਟਨ ਤੁਹਾਨੂੰ ਦੱਸਿਆ ਹੀ ਹੈ ਵੀ ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਜਨਰਲ ਬਣੇ। ਕਦੋਂ ਤੱਕ ਰਹੇ? ਜੂਨ 1948 ਤੱਕ। ਠੀਕ ਹੈ, ਲਾਰਡ ਮਾਊਂਟਬੈਟਨ ਤੋਂ ਬਾਅਦ ਕਿਹੜੇ ਰਹੇ? ਸੀ ਰਾਜਾ ਗੋਪਾਲਚਾਰੀ, ਉਹੀ ਸੀਗੇ ਸੀ ਰਾਜਾ ਗੋਪਾਲਚਾਰੀ, ਜਿਹੜੇ ਪਹਿਲੇ ਵੀ ਭਾਰਤੀ ਸੀ ਤੇ ਲਾਸਟ ਭਾਰਤੀ ਗਵਰਨਰ ਜਨਰਲ ਉਹੀ ਰਹੇ। ਉਸ ਤੋਂ ਬਾਅਦ ਪੋਸਟ ਕੀ ਕਰਤੀ? ਖਤਮ ਕਰਤੀ। ਉਸ ਤੋਂ ਇਲਾਵਾ ਤੁਸੀਂ ਆਹ ਯਾਦ ਰੱਖਣਾ, ਪਹਿਲੇ ਪ੍ਰਧਾਨ ਮੰਤਰੀ ਕੌਣ ਸੀ? ਪੰਡਿਤ ਜਵਾਹਰ ਲਾਲ ਨਹਿਰੂ। ਇਹ ਆਪਾਂ ਨੂੰ ਯਾਦ ਹੀ ਹੈ, ਆਪਣੇ ਦੇਸ਼ ਦੇ ਪਹਿਲੇ ਆਜ਼ਾਦ ਭਾਰਤ ਦੇ ਪਹਿਲੇ ਪ੍ਰਾਈਮ ਮਿਨਿਸਟਰ ਕਿਹੜੇ ਸੀਗੇ? ਸਾਡੇ ਪੰਡਿਤ ਜਵਾਹਰ ਲਾਲ ਨਹਿਰੂ ਜੀ। ਜਿਹੜੇ ਹੋਮ ਮਿਨਿਸਟਰ, ਗ੍ਰਹਿ ਮੰਤਰੀ, ਹੋਮ ਮਿਨਿਸਟਰ ਬੋਲਦੇ ਨੇ ਇਹਨੂੰ, ਹੋਮ ਮਿਨਿਸਟਰ ਕੌਣ ਸੀਗੇ? ਸਰਦਾਰ ਵੱਲਭ ਭਾਈ ਪਟੇਲ। ਹੋਮ ਮਿਨਿਸਟਰ ਕੌਣ ਸੀ? ਸਰਦਾਰ ਵੱਲਭ ਭਾਈ ਪਟੇਲ। ਡਾਕਟਰ ਰਜਿੰਦਰ ਪ੍ਰਸਾਦ, ਇਹ ਰਾਸ਼ਟਰਪਤੀ ਵੀ ਸੀਗੇ, ਇਹ ਵੀ ਯਾਦ ਰੱਖਣਾ। ਸਾਡੇ ਜਿਹੜਾ ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਕਿਹੜੇ ਸੀਗੇ? ਡਾਕਟਰ ਰਜਿੰਦਰ ਪ੍ਰਸਾਦ। ਪਹਿਲਾਂ ਇਹ ਖੇਤੀਬਾੜੀ ਮੰਤਰੀ ਸੀ। 1950 'ਚ ਜਦੋਂ ਪੋਸਟ ਖਤਮ ਹੋ ਗਈ, ਰਾਸ਼ਟਰਪਤੀ ਦੀ ਪੋਸਟ ਆ ਗਈ, ਤਾਂ ਇਹ ਆਜ਼ਾਦ ਭਾਰਤ ਦੇ ਪਹਿਲੇ ਕੀ ਬਣੇ? ਰਾਸ਼ਟਰਪਤੀ, ਡਾਕਟਰ ਰਜਿੰਦਰ ਪ੍ਰਸਾਦ। ਠੀਕ ਹੈ ਜੀ, RK ਸਨਮੁਖ ਚੈਟੀ ਵਿੱਤ ਮੰਤਰੀ ਸੀਗੇ ਆਪਣੇ ਆਜ਼ਾਦ ਭਾਰਤ ਦੇ ਪਹਿਲੇ। ਮੌਲਾਨਾ ਅਬਦੁਲ ਕਲਾਮ ਆਜ਼ਾਦ ਕੌਣ ਕੀ ਸੀਗੇ? ਸਿੱਖਿਆ ਮੰਤਰੀ। ਮੌਲਾਨਾ ਅਬਦੁਲ ਕਲਾਮ ਆਜ਼ਾਦ ਸਿੱਖਿਆ ਮੰਤਰੀ, ਤੇ ਡਾਕਟਰ BR ਅੰਬੇਦਕਰ ਕੀ ਸੀਗੇ? ਕਾਨੂੰਨ ਮੰਤਰੀ। ਠੀਕ ਹੈ ਜੀ, ਅੱਗੇ ਵੇਖੋ ਉਧਰ ਆਪਣਾ ਸੰਵਿਧਾਨ ਤਿਆਰ ਹੋਈ ਜਾਂਦਾ ਸੀ। ਸਾਡਾ ਦੇਸ਼ ਆਜ਼ਾਦ ਹੋ ਗਿਆ, ਤੁਹਾਨੂੰ ਪਤਾ ਹੀ ਹੈ ਸੰਵਿਧਾਨ ਤਾਂ 1950 'ਚ ਲਾਗੂ ਹੋਇਆ, ਦੇਸ਼ 1947 'ਚ ਆਜ਼ਾਦ ਹੋ ਗਿਆ। ਇਨ ਬਿਟਵੀਨ ਸਾਡਾ ਸੰਵਿਧਾਨ ਕੀ ਹੈ? ਪ੍ਰੋਸੈਸ ਸੀਗਾ, ਸਾਡਾ ਸੰਵਿਧਾਨ ਤਿਆਰ ਹੋ ਰਿਹਾ ਸੀਗਾ। ਉਹ ਸੰਵਿਧਾਨ ਨੂੰ ਤਿਆਰ ਕੌਣ ਕਰ ਰਹੇ ਸੀ? ਸੰਵਿਧਾਨ ਸਭਾ। ਤੁਹਾਨੂੰ ਕੱਲ ਦੱਸਿਆ ਸੀਗਾ ਵੀ ਸੰਵਿਧਾਨ ਸਭਾ ਕੀ ਸੀ? ਪਹਿਲਾਂ ਉਹਦੇ ਵਿੱਚ 300, ਠੀਕ ਹੈ, ਆਪਾਂ ਪੜ੍ਹੇ ਸੀ 99 ਮੈਂਬਰ ਸੀ, ਫਿਰ 299 ਰਹਿ ਗਏ। ਸੰਵਿਧਾਨ ਸਭਾ ਨੇ ਅਲੱਗ-ਅਲੱਗ ਕਮੇਟੀਆਂ ਬਣਾਤੀਆਂ। ਕੀ ਕਰਤਾ? ਅਲੱਗ-ਅਲੱਗ ਕਮੇਟੀਆਂ ਬਣਾਤੀਆਂ ਵੀ ਫਲਾਨੀ ਕਮੇਟੀ ਫਲਾਨਾ ਕੰਮ ਕਰੂਗੀ, ਫਲਾਨੀ ਕਮੇਟੀ ਫਲਾਨਾ ਕੰਮ ਕਰੂਗੀ। ਠੀਕ ਹੈ, ਉਹਦੇ ਬਾਰੇ ਪੜ੍ਹਦੇ ਹਾਂ। ਸੰਵਿਧਾਨ ਸਭਾ ਨੇ ਕਈ ਕਮੇਟੀਆਂ ਤਿਆਰ ਕੀਤੀਆਂ, ਉਹ 'ਚੋਂ ਕੁਝ ਮਹੱਤਵਪੂਰਨ ਆ ਹੈ। ਉਹਦੇ ਵਿੱਚ ਆਪਾਂ ਪੜ੍ਹਦੇ ਹਾਂ, ਪੰਡਿਤ ਜਵਾਹਰ ਲਾਲ ਨਹਿਰੂ ਸੀਗੇ। ਇੱਕ ਕੁਝ ਕਮੇਟੀ ਬਣੀ ਸੀ ਸੰਘੀ ਕਮੇਟੀ, ਕੇਂਦਰ ਵਾਲੀ। ਸੰਘੀ ਦਾ ਮੀਨਿੰਗ ਹੁੰਦਾ ਕੇਂਦਰ ਵਾਲੀ। ਮੋਟੇ ਯਾਦ ਰੱਖਿਓ, ਜੇ ਆਪਾਂ ਯਾਦ ਰੱਖਣਾ ਟ੍ਰਿਕ ਹੈਗੀ ਹੈ ਇਹ, ਜਿਹੜੀ ਕੇਂਦਰ ਨਾਲ ਸੰਬੰਧ ਹੈ, ਕੇਂਦਰ ਮੀਨਿੰਗ ਸੰਘ ਨਾਲ। ਠੀਕ ਹੈ ਜੀ, ਸੰਘ ਦਾ ਮੀਨਿੰਗ ਹੁੰਦਾ ਕੇਂਦਰ। ਉਹਦੇ ਜਿਹੜੇ ਹੈਗੇ ਪ੍ਰਧਾਨ ਕੌਣ ਸੀ? ਪੰਡਿਤ ਜਵਾਹਰ ਲਾਲ ਨਹਿਰੂ। ਜਿਹੜੀ ਸਭ ਤੋਂ ਤਾਕਤਵਰ ਕੀ ਹੁੰਦਾ? ਸੰਘ ਹੁੰਦਾ, ਆਪਣਾ ਕੇਂਦਰ ਹੁੰਦਾ ਹੈ। ਠੀਕ ਹੈ, ਉਹਦੇ ਜਿਹੜੇ ਪ੍ਰਧਾਨ ਕੌਣ ਸੀ? ਪੰਡਿਤ ਜਵਾਹਰ ਲਾਲ ਨਹਿਰੂ। ਯਾਨੀ ਕਿ ਜਿਹੜੀ ਇੱਕ ਤਾਂ ਸੰਘੀ ਸੰਵਿਧਾਨ ਕਮੇਟੀ ਸੀ, ਕਮੇਟੀ ਜਾਂ ਸਮਿਤੀ ਇੱਕ ਹੀ ਗੱਲ ਹੈ। ਸੰਘੀ ਸੰਵਿਧਾਨ ਕਮੇਟੀ, ਸੰਘ ਸ਼ਕਤੀ ਕਮੇਟੀ, ਰਾਜ ਸਮਿਤੀ ਦਾ ਮੀਨਿੰਗ ਹੁੰਦਾ ਵੀ ਕਿਵੇਂ ਕਿਵੇਂ ਰਾਜਾਂ ਦੀ ਵੰਡ ਕਰਨੀ ਹੈ, ਬਾਉਂਡਰੀ, ਰਾਜਾਂ ਦੀ ਬਾਉਂਡਰੀ ਨਿਰਧਾਰਿਤ ਕਰਨੀ ਹੈ। ਇਹ ਵੀ ਕੇਂਦਰ ਦਾ ਕੰਮ ਹੀ ਹੈ ਨਾ। ਤਾਂ ਉਹਦੇ ਜਿਹੜੇ ਪ੍ਰਧਾਨ ਕੌਣ ਸੀ? ਪੰਡਿਤ ਜਵਾਹਰ ਲਾਲ ਨਹਿਰੂ, ਇਹਨਾਂ ਕਮੇਟੀਆਂ ਦੇ। ਠੀਕ ਹੈ, ਇਹਦੇ ਵਿੱਚ ਵੈਸੇ ਸਭ ਤੋਂ ਮੇਨ ਹੈਗੀ ਹੈ ਸੰਘੀ ਸੰਵਿਧਾਨ ਕਮੇਟੀ ਇੱਕ। ਅੱਗੇ ਆ ਜਾਓ, ਸਰਦਾਰ ਵੱਲਭ ਭਾਈ ਪਟੇਲ ਪ੍ਰਾਂਤਕ ਸੰਵਿਧਾਨ ਸਮਿਤੀ, ਜਿਹੜੀ ਪ੍ਰਾਂਤਾਂ ਦੀ ਜਿਹੜੀ ਸੰਵਿਧਾਨ ਹੈ, ਜਿਹੜੀ ਰਾਜਾਂ ਨਾਲ ਸੰਬੰਧਿਤ ਸੀ, ਯਾਦ ਰੱਖਿਓ, ਜਿਹੜੀ ਰਾਜ ਸਰਕਾਰਾਂ ਨਾਲ ਸੰਬੰਧਿਤ ਹੁੰਦੀ ਹੈ, ਉਹਦੇ ਪ੍ਰਧਾਨ ਕੌਣ ਸੀਗੇ? ਸਰਦਾਰ ਵੱਲਭ ਭਾਈ ਪਟੇਲ। ਜਿਵੇਂ ਪ੍ਰਾਂਤਕ ਸੰਵਿਧਾਨ ਕਮੇਟੀ ਆ ਗਈ, ਇੱਕ ਆਹ ਵੈਰੀ ਵੈਰੀ ਇੰਪੋਰਟੈਂਟ ਮੌਲਿਕ ਅਧਿਕਾਰਾਂ ਤੇ ਸਲਾਹਕਾਰ ਕਮੇਟੀ ਵੀ ਕੌਣ ਸੀ? ਵੱਲਭ ਭਾਈ ਪਟੇਲ। ਘੱਟ ਗਿਣਤੀ ਤੇ ਆਦੀਵਾਸੀ ਤੇ ਬਾਹਰੀ ਖੇਤਰਾਂ, ਘੱਟ ਗਿਣਤੀ ਤੇ ਆਦੀਵਾਸੀ ਯਾਦ ਰੱਖਿਓ, ਘੱਟ ਗਿਣਤੀ ਤੇ ਆਦੀਵਾਸੀ ਨਾਲ ਜਿਹੜੀ ਕਮੇਟੀ ਸੀ ਉਹਦੇ ਵੀ ਕੌਣ ਸੀਗੇ? ਸਰਦਾਰ ਵੱਲਭ ਭਾਈ ਪਟੇਲ ਕੀ ਸੀਗੇ? ਚੇਅਰਮੈਨ ਸੀਗੇ। ਅੱਗੇ ਡਾਕਟਰ ਰਜਿੰਦਰ ਪ੍ਰਸਾਦ ਦਾ ਸਿਰਫ ਤੁਸੀਂ ਪਹਿਲਾਂ ਹੀ ਯਾਦ ਰੱਖਣਾ ਮੇਨ ਤਾਂ। ਰਾਸ਼ਟਰੀ ਝੰਡੇ ਤੇ ਵਿਸ਼ੇਸ਼ ਕਮੇਟੀ, ਰਾਸ਼ਟਰੀ ਝੰਡੇ ਤੇ ਜਿਹੜੀ ਕਮੇਟੀ ਸੀ ਕੌਣ ਸੀਗੇ? ਉਹਦੇ ਚੇਅਰਮੈਨ ਡਾਕਟਰ ਰਜਿੰਦਰ ਪ੍ਰਸਾਦ। ਉਹਨੂੰ ਛੱਡ ਕੇ ਇੱਕ ਵਿੱਤ ਵਾਲੇ ਸੀਗੇ, ਇੱਕ ਸੰਚਾਲਨ ਦਾ ਮੀਨਿੰਗ ਹੈ
ਜਿਹੜੀ ਸਾਰੀ ਕਮੇਟੀਆਂ ਦਾ ਬੈਠਣ ਉੱਠਣ ਦਾ ਮੀਟਿੰਗ ਦਾ ਪ੍ਰਬੰਧ ਕਰਦੀ ਸੀ। ਇਹ ਵੈਸੇ ਏਡਾ ਇੰਪੋਰਟੈਂਟ ਨਹੀਂ ਹੈਗਾ, ਤੁਸੀਂ ਮੇਨ ਰਾਸ਼ਟਰੀ ਝੰਡੇ ਵਾਲਾ ਯਾਦ ਕਰਨਾ ਹੈ। ਇੱਕ ਆਹ ਵੈਰੀ ਵੈਰੀ ਇੰਪੋਰਟੈਂਟ, ਇਹੀ ਮੋਸਟਲੀ ਪੇਪਰ 'ਚ ਆਉਂਦਾ ਹੈ। ਜੇ ਡਾਕਟਰ ਬੀ ਆਰ ਅੰਬੇਦਕਰ ਹੈ, ਇਹਦਾ ਤੁਹਾਨੂੰ ਪਤਾ ਨਾ, ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਭਾਰਤੀ ਸੰਵਿਧਾਨ ਦਾ ਪਿਤਾਮਾ ਕਿਹਾ ਜਾਂਦਾ ਹੈ। ਭਾਰਤੀ ਸੰਵਿਧਾਨ ਦਾ ਪਿਤਾਮਾ ਕਿਹਾ ਜਾਂਦਾ ਹੈ। ਉਹ ਕਿਹੜੀ ਕਮੇਟੀ ਦੇ ਚੇਅਰਮੈਨ ਸੀ? ਡਰਾਫਟਿੰਗ ਕਮੇਟੀ ਦੇ। ਡਰਾਫਟਿੰਗ ਨੂੰ ਬੋਲਿਆ ਜਾਂਦਾ ਮਸੌਦਾ ਕਮੇਟੀ। ਇਹ ਕੁਐਸਚਨ ਪੇਪਰ 'ਚ ਸਭ ਤੋਂ ਵੱਧ ਇਹੀ ਆਉਂਦਾ ਵੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਸਨ? ਡਾਕਟਰ ਬੀ ਆਰ ਅੰਬੇਦਕਰ। ਇਹ ਵੀ ਯਾਦ ਰੱਖਿਓ, ਡਰਾਫਟਿੰਗ ਕਮੇਟੀ ਵਿੱਚ ਕੁੱਲ ਕਿੰਨੇ ਮੈਂਬਰ ਸੀਗੇ? 7। ਤੁਹਾਨੂੰ ਇਹਦਾ ਯਾਦ ਰੱਖਣਾ ਪੈਣਾ। ਡਰਾਫਟਿੰਗ ਜਿਹੜੀ ਕਮੇਟੀ ਹੈ, ਜਿਹਦੇ ਜਿਹੜੇ ਚੇਅਰਮੈਨ ਡਾਕਟਰ ਬੀ ਆਰ ਅੰਬੇਦਕਰ ਜੀ ਸੀਗੇ, ਠੀਕ ਹੈ, ਉਹਦੇ ਕਿੰਨੇ ਮੈਂਬਰ ਸੀ? ਕੁੱਲ 7। ਤੇ ਕਿਹੜੀ ਕਮੇਟੀ ਦੇ ਚੇਅਰਮੈਨ ਸੀ? ਡਰਾਫਟਿੰਗ ਕਮੇਟੀ। ਇੱਕ ਇਹ ਵੀ ਯਾਦ ਰੱਖਿਓ, ਉਹਨਾਂ ਨੂੰ ਭਾਰਤੀ ਸੰਵਿਧਾਨ ਦਾ ਕੀ ਕਿਹਾ ਜਾਂਦਾ? ਪਿਤਾਮਾ। ਆਹ ਵੇਖੋ ਜੀ, ਡਰਾਫਟਿੰਗ ਕਮੇਟੀ, ਇਹਦੇ ਬਾਰੇ ਤੁਸੀਂ ਜ਼ਰੂਰ ਪੜ੍ਹਨਾ ਹੈ, ਕਿਉਂਕਿ ਪੇਪਰ 'ਚ ਮੋਸਟਲੀ ਡਰਾਫਟਿੰਗ ਕਮੇਟੀ ਵਾਲਾ ਹੀ ਕੁਐਸਚਨ ਪੁੱਛਿਆ ਜਾਂਦਾ। ਜਿਹੜੀ ਇਹ ਕਮੇਟੀ ਕੀ ਸੀਗੀ? ਵੇਖੋ, ਉਹਨੂੰ ਪਿਤਾਮਾ ਕਿਉਂ ਕਿਹਾ ਜਾਂਦਾ? ਭਾਰਤੀ ਸੰਵਿਧਾਨ ਦਾ ਤੁਹਾਨੂੰ ਕਿਹਾ ਵੀ ਕਮੇਟੀਆਂ ਤਾਂ ਬਹੁਤ ਸੀਗੀਆਂ, ਪਰ ਜਿਹਦੇ ਚੇਅਰਮੈਨ ਡਾਕਟਰ ਆਪਣੇ ਬੀ ਆਰ ਅੰਬੇਦਕਰ ਜੀ ਸੀਗੇ, ਡਾਕਟਰ ਬੀ ਆਰ ਅੰਬੇਦਕਰ ਜੀ ਸੀਗੇ, ਉਹਨੇ ਆਪਣਾ ਪਿਤਾਮਾ ਕਿਉਂ ਕਿਹਾ ਜਾਂਦਾ? ਕਿਉਂਕਿ ਇਹ ਸਭ ਤੋਂ ਮੇਨ ਕਮੇਟੀ ਸੀ। ਕਿਉਂਕਿ ਇਹਨਾਂ ਦਾ ਕੀ ਕੰਮ ਸੀ? ਜਿੰਨੀਆਂ ਵੀ ਕਮੇਟੀਆਂ ਉਹਨਾਂ ਨੇ ਆਪਦੀਆਂ ਰਿਪੋਰਟਾਂ ਲਿਆ ਕੇ, ਯਾਨੀ ਕਿ ਮਸੌਦਾ ਕਮੇਟੀ ਨੂੰ ਦੇਣਾ ਸੀ, ਡਰਾਫਟਿੰਗ ਕਮੇਟੀ ਨੂੰ ਦੇ ਦੇਣਾ ਸੀ। ਪਹਿਲੀ ਕਮੇਟੀ ਹੋ ਗਈ, ਦੂਜੀ, ਤੀਜੀ, ਚੌਥੀ, ਜਿੰਨੀਆਂ ਵੀ ਕਮੇਟੀਆਂ ਸੀ, ਉਹਨਾਂ ਨੇ ਆਪਦੀਆਂ ਰਿਪੋਰਟਾਂ ਕਿਹਨੂੰ ਦੇਣੀਆਂ ਸੀਗੀਆਂ? ਡਰਾਫਟਿੰਗ ਕਮੇਟੀ ਨੂੰ। ਡਰਾਫਟਿੰਗ ਕਮੇਟੀ ਨੇ ਕੀ ਕੀਤਾ? ਜਿੰਨੀਆਂ ਵੀ ਰਿਪੋਰਟਾਂ ਆਈਆਂ ਅਲੱਗ-ਅਲੱਗ, ਉਹਨਾਂ ਦਾ ਕੰਮ ਸੀ ਵੀ ਇਹਦੇ ਵਿੱਚੋਂ ਇੱਕ ਡਰਾਫਟ ਤਿਆਰ ਕਰਨਾ ਵੀ ਕਿਹੜੀ ਕਮੇਟੀ ਦੀ ਕਿਹੜੀ ਰਿਪੋਰਟ ਨੂੰ ਵਿੱਚ ਲੈਣਾ ਹੈ, ਕਿਹੜੀ ਰਿਪੋਰਟ ਨੂੰ ਕਿਵੇਂ ਮੋਡੀਫਾਈ ਕਰਨਾ ਹੈ। ਇਸ ਕਰਕੇ ਪੂਰਾ ਸੰਵਿਧਾਨ ਕਿਹਨੇ ਤਿਆਰ ਕੀਤਾ? ਡਰਾਫਟਿੰਗ ਕਮੇਟੀ ਨੇ। ਇਸ ਕਰਕੇ ਹੀ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਭਾਰਤੀ ਸੰਵਿਧਾਨ ਦਾ ਕੀ ਕਿਹਾ ਜਾਂਦਾ ਹੈਗਾ? ਪਿਤਾਮਾ। ਠੀਕ ਹੈ ਜੀ। ਇਹ ਕਮੇਟੀ ਸਭ ਤੋਂ ਮਹੱਤਵਪੂਰਨ ਤੁਹਾਨੂੰ ਦੱਸ ਹੀ ਦਿੱਤਾ ਜੀ, ਕਿਉਂਕਿ ਇਹਦਾ ਮੇਨ ਕੰਮ ਡਰਾਫਟ ਤਿਆਰ ਕਰਨਾ ਸੀ। ਇਸ ਕਮੇਟੀ ਦਾ ਕੰਮ ਕੀ ਸੀ? ਸਾਰੀਆਂ ਕਮੇਟੀਆਂ ਤੋਂ ਰਿਪੋਰਟ ਪ੍ਰਾਪਤ ਕਰਕੇ ਨਵੇਂ ਸੰਵਿਧਾਨ ਦਾ ਡਰਾਫਟ ਤਿਆਰ ਕਰਨਾ, ਇਹ ਤੁਹਾਨੂੰ ਦੱਸਤਾ। ਠੀਕ ਹੈ। ਇਹ ਕਮੇਟੀ ਕਦੋਂ ਬਣਾਈ ਗਈ ਸੀ? ਇਹ ਬਣਾਈ ਸੀ ਜਦੋਂ ਭਾਰਤ ਆਜ਼ਾਦ ਹੋ ਗਿਆ, 29 ਅਗਸਤ 1947 ਨੂੰ। ਡਰਾਫਟਿੰਗ ਕਮੇਟੀ ਕਦੋਂ ਬਣਾਈ ਗਈ ਸੀਗੀ? 29 ਅਗਸਤ 1947 ਨੂੰ। ਠੀਕ ਹੈ। ਤੇ ਇਹਨਾਂ ਨੇ ਆਪਦੀ ਰਿਪੋਰਟ ਕਦੋਂ ਭੇਜੀ, ਕਦੋਂ ਸੌਂਪੀ ਸੀਗੀ? 21 ਫਰਵਰੀ 1948 ਨੂੰ। ਸੰਵਿਧਾਨ ਦਾ ਮਸੌਦਾ ਸੰਵਿਧਾਨ ਸਭਾ ਦੇ ਪ੍ਰਧਾਨ ਨੂੰ ਕਦੋਂ ਸੌਂਪਤਾ ਸੀ? 21 ਫਰਵਰੀ 1948 ਨੂੰ। ਠੀਕ ਹੈ ਜੀ। ਇਹ ਤੁਹਾਨੂੰ ਮੈਂ ਕੱਲ੍ਹ ਦੱਸਿਆ ਸੀ, ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਲਈ ਕਿੰਨਾ ਸਮਾਂ ਲੱਗਿਆ? 2 ਸਾਲ 11 ਮਹੀਨੇ ਤੇ 18 ਦਿਨ। ਕਿੰਨਾ ਲੱਗਾ ਜੀ ਟੋਟਲ ਸਮਾਂ? 2 ਸਾਲ। ਵੇਖੋ 46 ਤੋਂ ਸ਼ੁਰੂ ਹੋਇਆ ਸੀਗਾ। ਆਹ ਹੈਗੇ 7 ਮੈਂਬਰ। ਤੁਹਾਨੂੰ ਮੈਂ ਦੱਸਿਆ ਵੀ ਇਹਦੇ ਯਾਦ ਕਰਨੇ ਪੈਣਗੇ ਵੀ ਜਿਹੜੇ ਹੈਗੇ ਆਪਣੀ ਡਰਾਫਟਿੰਗ ਕਮੇਟੀ ਸੀਗੀ, ਠੀਕ ਹੈ, ਉਹਦੇ ਕੁੱਲ ਕਿੰਨੇ ਮੈਂਬਰ ਸੀਗੇ? 7। ਆਹ ਤੁਸੀਂ ਨਾਮ ਇਹਦੇ ਪੜ੍ਹ ਲੈਣੇ ਆ। ਠੀਕ ਹੈ, ਜਿਹੜੇ ਯਾਦ ਹੋਣ। ਠੀਕ ਹੈ, ਕਿਉਂਕਿ ਪੇਪਰ ਦੇ ਵਿੱਚ ਤੁਸੀਂ ਐਲੀਮੀਨੇਸ਼ਨ ਮੈਥਡ ਨਾਲ ਕਰ ਸਕਦੇ ਹੋ। ਪਹਿਲੇ ਸੀਗੇ, ਤੁਹਾਨੂੰ ਦੱਸ ਦਿੱਤਾ, ਮੇਨ ਤਾਂ ਡਾਕਟਰ ਬੀ ਆਰ ਅੰਬੇਦਕਰ ਜੀ, ਉਹਦਾ ਚੇਅਰਮੈਨ ਸੀਗੇ। ਠੀਕ ਹੈ। ਇੱਕ ਸੀਗੇ ਏ ਕੇ ਅਈਅਰ ਜਾਂ ਅਲਾਦੀ ਕ੍ਰਿਸ਼ਨਾ ਕੁਮਾਰ। ਪਿਛਲਾ ਅੱਖਰ ਹੀ ਯਾਦ ਕਰ ਲਿਓ ਬਸ, ਅਈਅਰ, ਜਿਵੇਂ ਇੱਦਾਂ ਹੀ ਆਉਂਦਾ ਹੁੰਦਾ ਸ਼ੋਰਟ ਫਾਰਮ 'ਚ, ਪਿਛਲਾ ਅੱਖਰ ਸੇਮ ਰਹਿੰਦਾ, ਅਈਅਰ। ਏ ਕੇ ਅਈਅਰ ਜੀ। ਫਿਰ ਆ ਗਿਆ ਐਨ ਗੋਪਾਲ ਸਵਾਮੀ ਜੀ। ਠੀਕ ਹੈ। ਕੇ ਐਮ ਮੁੰਸ਼ੀ ਜੀ, ਮੁਹੰਮਦ ਸਦੁੱਲਾ ਜੀ, ਬੀ ਐਲ ਮਿੱਤਰ ਜੀ, ਡੀ ਪੀ ਖੇਤਾਨ ਜੀ। ਇਹ ਤੁਸੀਂ ਨਾਮ ਯਾਦ ਕਰ ਲਿਓ, ਕਿਉਂਕਿ ਜਦੋਂ ਤੁਹਾਨੂੰ ਪੇਪਰ 'ਚ ਮੰਨ ਲਓ ਆ ਗਿਆ, ਉਹਦੇ ਵਿੱਚ ਲਿਖਿਆ ਹੋਊਗਾ ਵੀ ਕਿਹੜਾ ਇਹਨਾਂ ਵਿੱਚੋਂ ਡਰਾਫਟਿੰਗ ਕਮੇਟੀ ਦਾ ਮੈਂਬਰ ਸੀ। ਵਿੱਚ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਠੀਕ ਹੈ, ਰਜਿੰਦਰ ਪ੍ਰਸਾਦ, ਡਾਕਟਰ ਰਜਿੰਦਰ ਪ੍ਰਸਾਦ ਜੀ, ਇਹਨਾਂ ਦੇ ਨਾਮ ਲਿਖੇ ਹੋਣਗੇ। ਉਹ ਐਲੀਮੀਨੇਸ਼ਨ ਮੈਥਡ ਨਾਲ ਕੀ ਆਪਾਂ ਕੱਟ ਸਕਦੇ ਹਾਂ, ਤੇ ਆਨਸਰ ਕੀ ਆ ਜਾਏਗਾ? ਸਹੀ ਆ ਜਾਏਗਾ। ਪਰ ਜੇ ਯਾਦ ਹੋ ਜਾਣ ਤਾਂ ਬੈਸਟ ਹੈ। ਠੀਕ ਹੈ ਜੀ। ਆਹ ਪੜ੍ਹ ਲੈਣਾ ਤੁਸੀਂ। ਇਹ 'ਚ ਲਿਖਿਆ ਜਿਹੜੇ ਬੀ ਐਲ ਮਿੱਤਰ ਸੀਗੇ ਜੀ, ਆਹ ਵੇਖੋ ਜੀ, ਬੀ ਐਲ ਮਿੱਤਰ 6 ਨੰਬਰ ਤੇ। ਕੀ ਹੋ ਗਿਆ ਸੀਗਾ? ਬੀ ਐਲ ਮਿੱਤਰ ਵੱਲੋਂ ਖਰਾਬ ਸਿਹਤ ਕਾਰਨ ਅਸਤੀਫਾ ਦੇ ਦਿੱਤਾ ਗਿਆ। ਦੇਣ ਕਾਰਨ ਉਹਨਾਂ ਦੀ ਜਗ੍ਹਾ ਤੇ ਕੌਣ ਆ ਗਿਆ ਸੀ? ਐਨ ਮਾਧਵ ਰਾਓ। ਬੀ ਐਲ ਮਿੱਤਰ ਵੱਲੋਂ ਅਸਤੀਫਾ ਦੇ ਦਿੱਤਾ, ਉਹਨਾਂ ਦੀ ਜਗ੍ਹਾ ਤੇ ਕੌਣ ਆ ਗਿਆ? ਐਨ ਮਾਧਵ ਰਾਓ। ਉਸੇ ਤਰ੍ਹਾਂ ਜਿਹੜੇ ਡੀ ਪੀ ਖੇਤਾਨ ਦੀ ਮੌਤ ਹੋਣ ਕਾਰਨ ਉਹਨਾਂ ਦੀ ਜਗ੍ਹਾ ਤੇ ਕੌਣ ਆ ਗਿਆ ਸੀਗਾ? ਟੀ ਟੀ ਕ੍ਰਿਸ਼ਨਾਮਚਾਰੀ। ਠੀਕ ਹੈ ਜੀ। ਆਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਪਹਿਲਾਂ, ਡਾਕਟਰ ਬੀ ਆਰ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦਾ ਕੀ ਕਿਹਾ ਜਾਂਦਾ? ਪਿਤਾਮਾ। ਵੈਰੀ ਵੈਰੀ ਇੰਪੋਰਟੈਂਟ, ਇਹ ਪੇਪਰ 'ਚ ਆਉਂਦਾ ਹੁੰਦਾ। ਭਾਰਤੀ ਸੰਵਿਧਾਨ ਦਾ ਪਿਤਾਮਾ ਕੌਣ ਆ? ਡਾਕਟਰ ਬੀ ਆਰ ਅੰਬੇਦਕਰ। ਇਹਨਾਂ ਨੂੰ ਆਧੁਨਿਕ ਮੰਨੂ ਵੀ ਕਿਹਾ ਜਾਂਦਾ ਹੈ। ਇਹਨਾਂ ਨੂੰ ਕੀ ਕਿਹਾ ਜਾਂਦਾ? ਆਧੁਨਿਕ ਮੰਨੂ। ਵੈਸੇ ਸੰਵਿਧਾਨ ਦਾ ਪਿਤਾਮਾ ਵਾਲਾ ਜ਼ਿਆਦਾ ਪੇਪਰ 'ਚ ਆਉਂਦਾ। ਅੱਗੇ ਜੀ, ਇੰਨਾ ਸਮਝ ਆਇਆ ਜੀ? ਕਰੀਏ ਅਗਲਾ ਟੌਪਿਕ, ਅਗਲਾ ਸ਼ੁਰੂ। ਮੈਸੇਜ ਕਰਕੇ ਦੱਸੋਗੇ ਥੋੜਾ ਜਿਹਾ? ਮੈਸੇਜ ਦੱਸੋਗੇ ਜੀ ਚੈਟ 'ਚ? ਕਰੀਏ ਅੱਗੇ ਸ਼ੁਰੂ ਜੀ?
ठीक है जी। एक पेपर 'ਚ ਤੁਹਾਨੂੰ ਕੁਐਸਚਨ ਇਹ 'ਚੋਂ ਬੜਾ ਇੰਪੋਰਟੈਂਟ ਹੈ। ਵੇਖੋ ਜਿਹੜਾ ਆਪਣਾ ਸੰਵਿਧਾਨ ਹੈ ਨਾ ਜੀ, ਤੁਹਾਨੂੰ ਮੈਂ ਕੱਲ ਦੱਸਿਆ ਸੀਗਾ ਜਿਹੜਾ ਭਾਰਤ ਦਾ ਜਿਹੜਾ ਸੰਵਿਧਾਨ ਹੈ, ਆਪਾਂ ਕੱਲ ਕੀਤਾ ਸੀਗਾ, ਭਾਰਤ ਦਾ ਜਿਹੜਾ ਸੰਵਿਧਾਨ ਹੈ ਸਭ ਤੋਂ ਲੰਮਾ ਹੈ, ਸਭ ਤੋਂ ਵਿਸ਼ਾਲ ਹੈ, ਠੀਕ ਹੈ, ਲੈਂਥੀਅਸ ਹੈ, ਸਭ ਤੋਂ ਲੰਮਾ ਹੈ, ਵਿਸ਼ਾਲ ਹੈ, ਲੈਂਥੀਅਸ ਹੈ, ਠੀਕ ਹੈ। ਪੂਰੀ ਦੁਨੀਆ ਵਿੱਚੋਂ ਸਭ ਤੋਂ ਲੰਮਾ, ਵਿਸ਼ਾਲ, ਲਿਖਿਤ ਹੈ, ਲਿਖਿਤ ਮੀਨਿੰਗ ਲਿਖਤੀ ਸੰਵਿਧਾਨ ਹੈ। ਉਹ ਕਿਉਂ ਹੈ? ਕੀ ਹੋਇਆ ਸੀ, ਜਿਹੜੀ ਸੰਵਿਧਾਨ ਸਭਾ ਸੀ ਉਹਨਾਂ ਨੇ ਹਰ ਦੇਸ਼ਾਂ 'ਚੋਂ ਸੰਵਿਧਾਨ ਲੈ ਲਿਆ, ਬਹੁਤ ਦੇਸ਼ਾਂ ਤੋਂ ਆਪਾਂ ਸੰਵਿਧਾਨ ਲਿਆ, ਜਿਵੇਂ ਅਮਰੀਕਾ ਤੋਂ ਲੈ ਲਿਆ, ਠੀਕ ਹੈ, ਯੂਨਾਈਟਿਡ ਕਿੰਗਡਮ ਆਪਣਾ ਲਾ ਲਓ ਵੀ, ਇੰਗਲੈਂਡ ਤੋਂ ਲੈ ਲਿਆ, ਜਰਮਨੀ ਤੋਂ ਲੈ ਲਿਆ, ਉਹਨਾਂ ਨੇ ਸਾਰੇ ਦੇਸ਼ਾਂ ਦੇ ਸੰਵਿਧਾਨ ਚੱਕ ਲਏ, ਬਹੁਤ ਦੇਸ਼ਾਂ ਦੇ। ਜਿਹੜੇ ਦੇਸ਼ ਦਾ ਜਿਹੜਾ ਚੀਜ਼ ਵਧੀਆ ਲੱਗੀ ਉਹਨੂੰ ਆਪਣੇ ਸੰਵਿਧਾਨ ਵਿੱਚ ਲੈ ਲਿਆ। ਤਾਂ ਹੀ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਕੀ ਹੋ ਗਿਆ, ਬਹੁਤ ਜ਼ਿਆਦਾ ਵਿਸਤ੍ਰਿਤ ਹੋ ਗਿਆ, ਬਹੁਤ ਜ਼ਿਆਦਾ ਕੀ ਹੋ ਗਿਆ, ਲੈਂਥੀ ਹੋ ਗਿਆ। ਆਪਾਂ ਇਹਦੇ ਵਿੱਚ ਕੱਢਣਾ ਸੋਰਸਜ਼ ਆਫ, ਅੱਜ ਪੜ੍ਹਨਾ ਹੁਣ ਸੰਵਿਧਾਨ ਦੇ ਸਰੋਤ ਦਾ ਮੀਨਿੰਗ ਵੀ ਜਿਹੜਾ ਸਾਡਾ ਸੰਵਿਧਾਨ ਲਿਖਿਆ ਗਿਆ ਆਪਾਂ ਕਿਹੜੇ ਦੇਸ਼ ਤੋਂ ਕੀ ਲਿਆ ਗਿਆ, ਕਿਹੜੇ ਦੇਸ਼ ਤੋਂ ਕਿਹੜੀ ਪ੍ਰੋਵੀਜ਼ਨ ਆਪਾਂ ਸੰਵਿਧਾਨ ਦੇ ਵਿੱਚ ਲਈ ਹੈ। ਵੇਖੋ ਇੱਕ ਤਾਂ ਹੈਗਾ ਭਾਰਤ ਸਰਕਾਰ ਅਧਿਨਿਯਮ 1935। ਵੇਖੋ ਇਹ ਹੈ ਕੀ ਸੀ, ਇਹਨੂੰ ਬੋਲਿਆ ਜਾਂਦਾ ਹੈ ਦਾ ਗੌਰਮੈਂਟ ਆਫ ਇੰਡੀਆ ਐਕਟ 1935। ਜਦੋਂ ਅੰਗਰੇਜ਼ ਭਾਰਤ ਉੱਤੇ ਰਾਜ ਕਰ ਰਹੇ ਸੀ ਨਾ, ਉਹ ਵੀ ਸਮੇਂ-ਸਮੇਂ ਤੇ ਆਪਦੇ ਐਕਟ ਲੈ ਕੇ ਆਏ ਸੀ ਸੰਵਿਧਾਨ ਲਈ। ਉਹਨਾਂ ਨੇ ਆਪਦੇ ਤਰੀਕੇ ਨਾਲ ਸੰਵਿਧਾਨ ਬਣਾਇਆ ਸੀਗਾ ਦੇਸ਼ ਨੂੰ ਲੁੱਟਣ ਦਾ। ਇੱਕ ਉਹਨਾਂ ਦੇ ਵਿੱਚੋਂ ਸੀਗਾ ਦਾ ਗੌਰਮੈਂਟ ਆਫ ਇੰਡੀਆ ਐਕਟ। ਉਹਨਾਂ ਨੇ 1935 ਵਿੱਚ ਇੱਕ ਸੰਵਿਧਾਨ ਦੇਸ਼ ਲਈ ਤਿਆਰ ਕੀਤਾ ਸੀ, ਜਿਹਨੂੰ ਬੋਲਿਆ ਜਾਂਦਾ ਦਾ ਗੌਰਮੈਂਟ ਆਫ ਇੰਡੀਆ ਐਕਟ 1935 ਜਾਂ ਭਾਰਤ ਸਰਕਾਰ ਅਧਿਨਿਯਮ 1935, ਠੀਕ ਹੈ ਜੀ। ਉਹਦੇ ਵਿੱਚੋਂ ਜਿਹੜਾ ਹੁਣ ਆਪਣਾ ਸੰਵਿਧਾਨ ਹੈ ਵਰਤਮਾਨ, ਜਿਹੜਾ ਡਾਕਟਰ BR ਅੰਬੇਦਕਰ ਜੀ ਨੇ ਲਿਖਿਆ ਹੈ, ਠੀਕ ਹੈ ਜੀ, ਬਣਾਇਆ ਹੈ, ਉਹਨਾਂ ਨੂੰ ਪਤਾਮਾ ਕਿਹਾ ਜਾਂਦਾ ਹੈ। ਉਹਦੇ ਵਿੱਚੋਂ ਆਪਾਂ ਕਿਹੜਾ ਢਾਂਚਾ ਲਿਆ, ਸੰਘੀ ਢਾਂਚਾ, ਯਾਨੀ ਕਿ ਫੈਡਰਲ ਸਿਸਟਮ। ਸੰਘੀ ਢਾਂਚਾ ਦਾ ਮੀਨਿੰਗ ਹੁੰਦਾ ਵੀ ਇੱਕ ਕੇਂਦਰ ਸਰਕਾਰ ਹੋਊਗੀ, ਕੇਂਦਰ ਮਜ਼ਬੂਤ ਹੋਊਗਾ, ਇੱਕ ਰਾਜ ਸਰਕਾਰ ਹੋਊਗੀ, ਇਹਨੂੰ ਬੋਲਿਆ ਜਾਂਦਾ ਸੰਘੀ ਢਾਂਚਾ। ਇਹ ਕਿੱਥੋਂ ਲਿਆ ਹੈਗਾ, ਭਾਰਤ ਸਰਕਾਰ ਅਧਿਨਿਯਮ 1935 ਤੋਂ। ਇੱਕ ਗੱਲ ਹੋਰ ਯਾਦ ਰੱਖਣੀ ਹੈ ਵੀ ਜਿਹੜਾ ਆਪਣਾ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਸਭ ਤੋਂ ਜਿਹੜਾ ਵੱਧ ਹੈ, ਸਭ ਤੋਂ ਜਿਹੜਾ ਵੱਧ ਹੈਗਾ ਜਾਂ ਕਿੱਥੋਂ ਲਿਆ ਗਿਆ, ਇਹ ਵੀ ਆਪਾਂ ਭਾਰਤ ਸਰਕਾਰ ਅਧਿਨਿਯਮ ਤੋਂ ਲਿਆ ਗਿਆ। ਭਾਰਤ ਸਰਕਾਰ ਅਧਿਨਿਯਮ ਤੋਂ ਜਿਹੜਾ ਆਪਣਾ ਹੋਣ ਵਾਲਾ ਸੰਵਿਧਾਨ ਹੈ ਉਹਦਾ ਲਗਭਗ 70% ਤੋਂ ਵੱਧ ਹਿੱਸਾ ਭਾਰਤ ਸਰਕਾਰ ਅਧਿਨਿਯਮ 1935 ਤੋਂ ਹੀ ਲਿਆ ਗਿਆ। ਜੇ ਤੁਹਾਨੂੰ ਪੇਪਰ 'ਚ ਸਿੱਧਾ ਕੁਐਸਚਨ ਆਵੇ ਭਾਰਤੀ ਸੰਵਿਧਾਨ ਦਾ ਸਭ ਤੋਂ ਵੱਧ ਯਾਨੀ ਕਿ ਆਪਾਂ ਕਿੱਥੋਂ ਲਿਆ ਗਿਆ, ਉਹ ਭਾਰਤ ਸਰਕਾਰ ਅਧਿਨਿਯਮ 1935 ਤੋਂ ਹੀ ਲਿਆ ਗਿਆ, ਠੀਕ ਹੈ ਜੀ। ਹੋਰ ਵੇਖੋ ਯੂਨਾਈਟਿਡ ਸਟੇਟ ਅਮਰੀਕਾ ਤੋਂ ਕੀ ਲਿਆ ਗਿਆ। ਵੇਖੋ ਇਹਨੂੰ ਯਾਦ ਕਿਵੇਂ ਕਰੋਗੇ, ਯੂਨਾਈਟਿਡ ਸਟੇਟ ਅਮਰੀਕਾ। ਤੁਸੀਂ ਇੱਕ ਗੱਲ ਯਾਦ ਰੱਖਣੀ ਹੈ, ਟ੍ਰਿਕ ਹੈ, ਵੈਸੇ ਟ੍ਰਿਕ ਯਾਦ ਰੱਖਿਓ ਛੋਟੀ ਜੀ। ਜਿਹੜੀ ਇਹਦੇ ਵਿੱਚ ਪਾਵਰਾਂ ਦੀ ਗੱਲ ਕੀਤੀ ਜਾਂਦੀ ਹੈ, ਸਭ ਤੋਂ ਜਿਹੜਾ ਪਾਵਰਫੁਲ ਕੰਟਰੀ ਕਿਹੜਾ ਹੈ, ਐਟ ਅਮਰੀਕਾ ਹੀ ਹੈ ਨਾ। ਸਭ ਤੋਂ ਪਾਵਰਫੁਲ ਕੰਟਰੀ ਕਿਹੜਾ, ਅਮਰੀਕਾ, ਠੀਕ ਹੈ ਜੀ। ਅਮਰੀਕਾ ਤੋਂ ਆਪਾਂ ਮੋਸਟਲੀ ਉਹ ਚੀਜ਼ਾਂ ਲਈਆਂ, ਮੋਸਟਲੀ 100% ਨਹੀਂ ਆਖ ਰਿਹਾ, ਮੋਸਟਲੀ ਮੀਨਿੰਗ 80-90%, ਜਿਹਦੇ ਵਿੱਚ ਲੋਕਾਂ ਨੂੰ ਅਧਿਕਾਰ ਦਿੱਤੇ ਗਏ ਆ, ਪਾਵਰ ਦਿੱਤੀ ਗਈ ਹੈ, ਪਾਵਰ ਦਿੱਤੀ ਗਈ ਹੈ, ਕੀ ਦਿੱਤੇ ਗਏ ਅਧਿਕਾਰ। ਜਿਵੇਂ ਮੌਲਿਕ ਅਧਿਕਾਰ ਹੈ, ਮੌਲਿਕ ਅਧਿਕਾਰ ਆਪਾਂ ਨੂੰ ਕੀ ਹੈਗੇ ਆ, ਆਮ ਲੋਕਾਂ ਨੂੰ ਅਧਿਕਾਰ ਦਿੱਤੇ ਗਏ ਆ ਵੀ ਤੁਸੀਂ ਆਪਣੀ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਤੁਹਾਨੂੰ ਆਹ ਅਧਿਕਾਰ ਦਿੱਤੇ ਜਾਂਦੇ ਆ, ਠੀਕ ਹੈ ਜੀ। ਮੌਲਿਕ ਅਧਿਕਾਰ ਹੋ ਗਿਆ। ਸੁਤੰਤਰ ਨਿਆਂਪਾਲਿਕਾ। ਸੁਤੰਤਰ ਨਿਆਂਪਾਲਿਕਾ ਦਾ ਮੀਨਿੰਗ ਹੈ ਵੀ ਜਿਹੜੀ ਆਪਣੀ ਕੋਰਟ ਕਚਹਿਰੀਆਂ ਹੈ, ਜੇ ਆਪਣੇ ਨਾਲ ਕੋਈ ਸਰਕਾਰ ਜਾਂ ਕੋਈ ਵੀ ਵਿਅਕਤੀ ਆਪਣੇ ਨਾਲ ਧੱਕਾ ਕਰਦਾ ਹੈ, ਠੀਕ ਹੈ, ਆਪਣੇ ਅਧਿਕਾਰਾਂ ਦੀ ਉਲੰਘਣਾ ਕਰਦਾ ਤਾਂ ਆਪਾਂ ਕੋਰਟ ਵਿੱਚ ਜਾ ਸਕਦੇ ਹਾਂ, ਆਪਾਂ ਨੂੰ ਕੋਰਟ ਨਿਆਂ ਦਊਗੀ। ਉਹ ਸੁਤੰਤਰ ਹੈ, ਉਹਦੇ ਉੱਤੇ ਕੋਈ ਪੋਲੀਟੀਕਲੀ ਪ੍ਰੈਸ਼ਰ ਨਹੀਂ ਹੋਏਗਾ, ਯਾਨੀ ਕਿ ਕੋਰਟ ਨੂੰ ਅਧਿਕਾਰ ਦੇਤਾ, ਯਾਨੀ ਕਿ ਕਿਹਨੂੰ ਅਧਿਕਾਰ ਦਿੱਤਾ, ਜਸਟਿਸ ਨੂੰ ਅਧਿਕਾਰ ਦਿੱਤਾ। ਉਹ ਵੀ ਕਿੱਥੋਂ ਲਿਆ ਗਿਆ, ਅਮਰੀਕਾ ਤੋਂ। ਇਹ ਆਮ ਲੋਕਾਂ ਨੂੰ ਅਧਿਕਾਰ ਹੋ ਗਿਆ, ਇਹ ਕੋਰਟ ਨੂੰ ਅਧਿਕਾਰ ਹੋ ਗਿਆ। ਇਹ ਵੀ ਕੀ ਹੈ, ਸੁਪਰੀਮ ਕੋਰਟ ਹਾਈ ਕੋਰਟ ਦੇ ਜੱਜ ਨੂੰ ਹਟਾਉਣਾ। ਮੰਨ ਲਓ ਜੇਕਰ ਕੋਈ ਸੁਪਰੀਮ ਕੋਰਟ ਦਾ ਜੱਜ ਹੈ, ਹਾਈ ਕੋਰਟ ਦਾ ਜੱਜ ਹੈ, ਇੱਕ ਰਾਸ਼ਟਰਪਤੀ ਵੀ ਲਾ ਲਓ, ਆਪਣੇ ਦੇਸ਼ ਦਾ ਰਾਸ਼ਟਰਪਤੀ ਹੈ, ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੇ, ਮੰਨ ਲਓ ਕੋਈ ਵੀ ਸੰਵਿਧਾਨ ਅਨੁਸਾਰ ਕੰਮ ਨਹੀਂ ਕਰਦੇ, ਤਾਂ ਉਹਨਾਂ ਨੂੰ ਹਟਾਇਆ ਵੀ ਜਾ ਸਕਦਾ ਹੈ। ਜ਼ਰੂਰੀ ਨਹੀਂ ਵੀ ਉਹਨਾਂ ਨੂੰ ਜਿਹੜੇ ਪੀਰੀਅਡ ਲਈ ਹੈ ਤੇ ਉਹੀ ਪੀਰੀਅਡ ਪੂਰਾ ਰੱਖਣਾ, ਉਹਨਾਂ ਨੂੰ ਉਹਦੇ ਟਾਈਮ ਜਾਂ ਟੈਨੂਅਰ ਤੋਂ ਪਹਿਲਾਂ ਹਟਾਇਆ ਜਾ ਸਕਦਾ ਹੈ। ਆਪਾਂ ਅੱਗੇ ਪੜਾਂਗੇ। ਯਾਨੀ ਇਹ ਵੀ ਕੀ ਹੈਗਾ, ਆਪਣੀ ਇੱਕ ਅਧਿਕਾਰ ਆਮ ਲੋਕਾਂ ਨੂੰ ਮਿਲਿਆ ਹੋਇਆ, ਆਮ ਲੋਕ ਲਾ ਲਓ ਜਾਂ ਸੰਸਦ ਲਾ ਲਓ, ਵੀ ਉਹਨਾਂ ਨੂੰ ਹਟਾਇਆ ਜਾ ਸਕਦਾ ਹੈ, ਠੀਕ ਹੈ। ਉਹ ਵੀ ਕਿੱਥੋਂ ਲਿਆ ਗਿਆ, ਅਮਰੀਕਾ ਤੋਂ। ਇਹਨੂੰ ਛੱਡ ਕੇ ਆਹ ਤੁਸੀਂ ਯਾਦ ਰੱਖਣੀ ਆਪਸ਼ਨ ਆ ਗਈਆਂ। ਵੇਖੋ ਆਹ ਪਾਵਰ ਹੋ ਗਈ ਨਾ, ਆਮ ਲੋਕਾਂ ਦੀ ਪਾਵਰ ਹੋ ਗਈ, ਮੌਲਿਕ ਅਧਿਕਾਰ, ਸੁਤੰਤਰ ਨਿਆਂਪਾਲਿਕਾ, ਠੀਕ ਹੈ, ਆਪਣੀ ਮੰਨ ਲਓ ਕੋਰਟ ਕਚਹਿਰੀਆਂ ਦੀ ਪਾਵਰ ਹੋ ਗਈ, ਸੁਪਰੀਮ ਕੋਰਟ, ਹਾਈ ਕੋਰਟ, ਰਾਸ਼ਟਰਪਤੀ ਨੂੰ ਹਟਾਉਣਾ ਵੀ ਉਹ ਸਹੀ ਢੰਗ ਨਾਲ ਕੰਮ ਨਹੀਂ ਕਰਦੇ, ਤਾਂ ਆਮ ਪਬਲਿਕ ਜਾਂ ਸੰਸਦ ਦੀ ਪਾਵਰ ਹੋ ਗਈ। ਆਹ ਤੁਸੀਂ ਯਾਦ ਰੱਖਣਾ, ਇੱਕ ਪ੍ਰੀਐਮਬਲ ਤੇ ਇੱਕ ਰਾਸ਼ਟਰਪਤੀ, ਇਹ ਮੰਨ ਲਓ ਇਹਦੀ ਐਕਸੈਪਸ਼ਨ ਹੈ, ਠੀਕ ਹੈ ਜੀ।
ਪ੍ਰੈਂਬਲ ਵਾਲਾ ਪੇਪਰ ਜ਼ਿਆਦਾਤਰ ਆਉਂਦਾ ਹੁੰਦਾ, ਇੱਕ ਪ੍ਰੈਂਬਲ ਵਾਲਾ, ਇੱਕ ਮੌਲਿਕ ਅਧਿਕਾਰ ਵਾਲਾ। ਪ੍ਰੈਂਬਲ ਕੱਲ ਮੈਂ ਤੁਹਾਨੂੰ ਦੱਸਿਆ ਹੀ ਸੀਗਾ, ਪ੍ਰੈਂਬਲ ਆਪਾਂ ਵੈਸੇ ਪੜਾਂਗੇ, ਇਦੋਂ ਅੱਗੇ ਆਏਗਾ। ਪ੍ਰੈਂਬਲ ਕੀ ਸੀਗਾ, ਇਹ ਤੋਂ ਇੱਕ ਪਤਾ ਲੱਗਦਾ ਹੈਗਾ ਵੀ ਸਾਡਾ ਸੰਵਿਧਾਨ ਕਿਹੋ ਜਿਹਾ, ਉਹਦਾ ਇੱਕ ਸਿਰਲੇਖ ਹੈ। ਜਿਵੇਂ ਆਪਾਂ ਪੜ੍ਹ ਰਹੇ ਹੈਗੇ ਆ, ਅੱਗੇ ਇੱਕ ਇੰਡੈਕਸ ਦਿੱਤਾ ਹੁੰਦਾ, ਹਰ ਕਿਤਾਬ ਦੇ ਅੱਗੇ ਇੱਕ ਇੰਡੈਕਸ ਦਿੱਤਾ ਹੁੰਦਾ ਵੀ ਆਹ ਚੈਪਟਰ ਹੈ, ਆਹ ਚੈਪਟਰ ਹੈ। ਉਹ ਤੋਂ ਆਪਾਂ ਨੂੰ ਕਿਤਾਬ ਪਤਾ ਲੱਗਦੀ ਹੈ ਵੀ ਇਹ ਪੰਜਾਬੀ ਦੀ ਹੈ, ਹਿੰਦੀ ਦੀ ਹੈ, ਇੰਗਲਿਸ਼ ਦੀ ਹੈ, ਔਖੀ ਹੈ, ਸੌਖੀ ਹੈ, ਠੀਕ ਹੈ। ਇੱਕ ਸਿਰਲੇਖ ਹੁੰਦਾ। ਉਵੇਂ ਭਾਰਤੀ ਸੰਵਿਧਾਨ ਦਾ ਸਿਰਲੇਖ ਕੀ ਹੈ, ਉਹਨੂੰ ਕਿਹਾ ਜਾਂਦਾ ਪ੍ਰੈਂਬਲ। ਚਲੋ ਅੱਗੇ, ਬ੍ਰਿਟੇਨ। ਬ੍ਰਿਟੇਨ ਮੈਨੂੰ ਬੋਲਦੇ ਨੇ UK, ਇੰਗਲੈਂਡ ਵੀ ਬੋਲ ਦਿੰਦੇ ਨੇ, ਯੂਨਾਈਟਿਡ ਕਿੰਗਡਮ ਵੀ ਬੋਲ ਦਿੰਦੇ ਨੇ। ਇਹਨਾਂ ਨੇ ਆਪਣੇ ਤੇ ਰਾਜ ਕੀਤਾ, ਠੀਕ ਹੈ ਜੀ। ਇਹਨਾਂ ਤੋਂ ਮੰਨ ਲਓ ਜ਼ਿਆਦਾਤਰ ਕੀ ਲਿਆ ਗਿਆ, ਕਾਨੂੰਨੀ ਪ੍ਰਕਿਰਿਆ, ਕਿਉਂਕਿ ਵੇਖੋ ਬ੍ਰਿਟੇਨ ਨੇ ਆਪਣੇ ਤੇ ਰਾਜ ਕੀਤਾ, ਮੋਸਟਲੀ ਕਾਨੂੰਨ ਆਪਣੇ ਤੇ ਇਹਨਾਂ ਦਾ ਹੀ ਚੱਲਦਾ ਸੀਗਾ। ਇਹਨਾਂ ਤੋਂ ਆਪਾਂ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਉਹ ਲਈਆਂ ਜਿਹੜੇ ਕਾਨੂੰਨ ਦੇ ਨਾਲ ਸੰਬੰਧਿਤ ਹੈ, ਜਿਵੇਂ ਸੰਸਦ ਨਾਲ ਸੰਬੰਧਿਤ ਹੈ, ਕੋਈ ਕਾਨੂੰਨ ਬਣਾਉਣਾ ਉਹਦੇ ਨਾਲ ਸੰਬੰਧਿਤ ਹੈ। ਜਿਵੇਂ ਕੈਬਨਿਟ ਸਿਸਟਮ ਆ ਗਿਆ, ਕੈਬਨਿਟ ਸਿਸਟਮ, ਇੱਕ ਕੈਬਨਿਟ ਮੰਤਰੀ ਹੁੰਦੇ ਹੈ, ਪ੍ਰਧਾਨ ਮੰਤਰੀ ਹੁੰਦਾ ਹੈ, ਉਵੇਂ ਰਾਜਾਂ ਦੇ ਮੁੱਖ ਮੰਤਰੀ ਹੁੰਦੇ ਹੈ, ਉਵੇਂ ਆਪਣੀ ਕੈਬਨਿਟ ਮੰਤਰੀ, ਰਾਜ ਮੰਤਰੀ। ਇਹ ਸਾਰਾ ਸਿਸਟਮ ਕਿੱਥੋਂ ਲਿਆ ਗਿਆ, ਬ੍ਰਿਟੇਨ ਤੋਂ। ਦੋ ਸਦਨੀ ਪਾਰਲੀਮੈਂਟਰੀ ਸਿਸਟਮ, ਦੋ ਸਦਨੀ ਪਾਰਲੀਮੈਂਟਰੀ ਸਿਸਟਮ ਵੀ ਕਿੱਥੋਂ ਲਿਆ ਗਿਆ ਹੈਗਾ, ਬ੍ਰਿਟੇਨ ਤੋਂ, ਠੀਕ ਹੈ ਜੀ। ਇਹ ਦੋ ਸਦਨੀ ਵਿੱਚ ਕਿਹੜਾ ਆ ਗਿਆ, ਇੱਕ ਰਾਜ, ਤੁਹਾਨੂੰ ਪਤਾ ਰਾਜ ਸਭਾ ਹੁੰਦੀ ਹੈ, ਇੱਕ ਲੋਕ ਸਭਾ, ਇੱਕ ਰਾਜ ਸਭਾ ਹੁੰਦੀ ਹੈ, ਇੱਕ ਲੋਕ ਸਭਾ। ਕਾਨੂੰਨ ਬਣਾਉਣ ਦੀ ਪ੍ਰਕਿਰਿਆ, ਇਹ ਵੀ ਕੀ ਹੈ, ਕਾਨੂੰਨ ਨਾਲ ਸੰਬੰਧਿਤ ਹੋ ਗਈ ਨਾ, ਇਹ ਪਾਰਲੀਮੈਂਟ ਨਾਲ ਸੰਬੰਧਿਤ ਹੋ ਗਈ, ਠੀਕ ਹੈ ਜੀ। ਆ ਕਾਨੂੰਨ ਦੇ ਨਿਯਮ ਹੋ ਗਏ ਵੀ ਕਾਨੂੰਨ ਨਾਲ ਸੰਬੰਧਿਤ ਹੋ ਗਈ। ਆਹ ਤੁਸੀਂ ਯਾਦ ਰੱਖਣੇ, ਇਹਦੀਆਂ ਐਕਸੈਪਸ਼ਨਾਂ ਹੋ ਗਈਆਂ। ਇਹਦੇ ਵਿੱਚੋਂ ਵੈਸੇ ਇੰਪੋਰਟੈਂਟ ਆ ਹੈ ਇਕਹਿਰੀ ਨਾਗਰਿਕਤਾ, ਸਭ ਤੋਂ ਇੰਪੋਰਟੈਂਟ ਕਿਹੜਾ ਹੈਗਾ, ਇਕਹਿਰੀ ਨਾਗਰਿਕਤਾ। ਇਹ ਤੁਸੀਂ ਯਾਦ ਰੱਖਣਾ, ਇਹ ਵੀ ਕਿੱਥੋਂ ਲਏ ਗਏ ਹੈਗੇ ਆ, ਬ੍ਰਿਟੇਨ ਤੋਂ। ਕੱਲ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡੇ ਦੇਸ਼ ਵਿੱਚ ਕਿਹੜੀ ਨਾਗਰਿਕਤਾ ਚੱਲਦੀ ਹੈ, ਇਕਹਿਰੀ ਚੱਲਦੀ ਹੈ। ਇਕਹਿਰੀ ਕੇਂਦਰ ਦਿੰਦਾ ਆਪਣੇ ਦੇਸ਼ ਵਿੱਚ, ਜਿਹੜੀ ਆਪਣੇ ਦੇਸ਼ ਵਿੱਚ ਨਾਗਰਿਕਤਾ ਕੌਣ ਪ੍ਰੋਵਾਈਡ ਕਰਵਾਉਂਦਾ ਹੈਗਾ, ਕੇਂਦਰ ਸਰਕਾਰ। ਜਿਵੇਂ ਆਪਾਂ ਕੱਲ ਗੱਲ ਕੀਤੀ ਸੀ USA, ਯੂਨਾਈਟਿਡ ਸਟੇਟ ਅਮੈਰੀਕਾ। ਯੂਨਾਈਟਿਡ ਸਟੇਟ ਅਮੈਰੀਕਾ ਵਿੱਚ ਕਿਹੜੀ ਨਾਗਰਿਕਤਾ ਚੱਲਦੀ ਹੈ, ਦੂਹਰੀ। ਉੱਥੇ ਇੱਕ ਤਾਂ ਕੇਂਦਰ ਸਰਕਾਰ ਦੀ ਨਾਗਰਿਕਤਾ ਲੈਣੀ ਪੈਂਦੀ ਹੈ, ਇੱਕ ਜਿਹੜਾ ਵਿਅਕਤੀ ਰਾਜ ਵਿੱਚ ਰਹਿੰਦਾ ਹੈ ਅਲੱਗ, ਉਹਦੀ ਨਾਗਰਿਕਤਾ ਲੈਣੀ ਪੈਂਦੀ ਹੈ। ਆਪਣੇ ਦੇਸ਼ ਵਿੱਚ ਸਿੰਗਲ ਇਕਹਿਰੀ ਨਾਗਰਿਕਤਾ ਦਾ ਹੀ ਪ੍ਰਾਵਧਾਨ ਹੈ, ਤੇ ਕਿੱਥੋਂ ਲਈ ਗਈ ਹੈ, ਬ੍ਰਿਟੇਨ ਤੋਂ, ਠੀਕ ਹੈ ਜੀ। ਹੁਣ ਆ ਜਾਓ ਕੈਨੇਡਾ। ਕੈਨੇਡਾ ਦਾ ਤੁਸੀਂ ਵੈਸੇ ਯਾਦ ਰੱਖਿਓ, ਕੈਨੇਡਾ ਦੇ ਵਿੱਚੋਂ ਕੀ ਲਿਆ ਗਿਆ, ਕੇਂਦਰ ਨੂੰ ਸ਼ਕਤੀ ਦਿੱਤੀ ਹੈ, ਕੇਂਦਰ ਨੂੰ ਸ਼ਕਤੀ। ਇਹ ਤੋਂ ਉਹ ਪ੍ਰਾਵਧਾਨ ਲਈ ਗਿਆ ਜਿਹਦੇ ਵਿੱਚ ਕੇਂਦਰ ਸਰਕਾਰ ਨੂੰ ਜ਼ਿਆਦਾ ਸ਼ਕਤੀਆਂ ਮਿਲੀਆਂ, ਜਿਹਦੇ ਵਿੱਚ ਕੇਂਦਰ ਸਰਕਾਰ ਨੂੰ ਹੀ ਸ਼ਕਤੀ। ਆ ਵੇਖੋ, ਮਜ਼ਬੂਤ ਕੇਂਦਰ ਵਾਲਾ ਮਹਾਸੰਘ, ਜਿਹਦੇ ਵਿੱਚ ਕੇਂਦਰ ਕੀ ਹੋਊਗਾ, ਮਜ਼ਬੂਤ ਹੋਊਗਾ, ਕੇਂਦਰ ਕੋਲ ਜ਼ਿਆਦਾ ਪਾਵਰ ਹੋਊਗੀ। ਜਿਹਦੇ ਵਿੱਚ ਕੇਂਦਰ ਕੋਲ ਜ਼ਿਆਦਾ ਪਾਵਰ ਦੀ ਗੱਲ ਕੀਤੀ ਜਾਵੇ, ਕਿੱਥੋਂ ਲਿਆ ਗਿਆ, ਕੈਨੇਡਾ ਤੋਂ। ਕੇਂਦਰ ਨੂੰ ਅਵਸ਼ਿਸ਼ਟ ਸ਼ਕਤੀਆਂ, ਅਵਸ਼ਿਸ਼ਟ ਮੀਨਿੰਗ ਹੁੰਦਾ ਬਹੁਤ ਜ਼ਿਆਦਾ ਸ਼ਕਤੀਆਂ ਪ੍ਰਦਾਨ ਕਰਨਾ, ਠੀਕ ਹੈ ਜੀ। ਅੱਗੇ ਆ ਜਾਓ, ਆਇਰਲੈਂਡ। ਆ ਮੋਸਟ ਇੰਪੋਰਟੈਂਟ, ਜ਼ਿਆਦਾਤਰ ਤੁਹਾਨੂੰ ਪੇਪਰਾਂ ਵਿੱਚ ਆਹੀ ਕੁਐਸਚਨ ਹੀ ਮਿਲੇਗਾ ਵੇਖਣ 'ਚ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ, ਇਹ ਕਿੱਥੋਂ ਲਏ ਗਿਆ, ਆਇਰਲੈਂਡ ਤੋਂ। ਕਿੱਥੋਂ ਲਏ ਗਏ ਆ, ਆਇਰਲੈਂਡ ਤੋਂ, ਠੀਕ ਹੈ। ਇੱਕ ਰਾਸ਼ਟਰਪਤੀ ਦੁਆਰਾ ਰਾਜ ਸਭਾ ਮੈਂਬਰਾਂ ਦੀ ਨੋਮੀਨੇਸ਼ਨ। ਰਾਸ਼ਟਰਪਤੀ ਕੀ ਹੈ, ਆਪਾਂ ਪੜਾਂਗੇ। ਰਾਜ ਸਭਾ ਦੇ ਵਿੱਚ 12 ਮੈਂਬਰ ਜਿਹੜੇ ਹੈਗੇ ਰਾਸ਼ਟਰਪਤੀ ਵੱਲੋਂ ਸਿੱਧੇ ਜਿਹੜੇ ਹੈਗੇ ਨਾਮਜ਼ਦ ਕੀਤੇ ਜਾਂਦੇ, ਸਿੱਧੇ 12 ਜਣਿਆਂ ਨੂੰ MP ਬਣਾਇਆ ਜਾਂਦਾ, ਪਾਵਰ ਹੈਗੀ ਹੈ ਉਹਨਾਂ ਕੋਲ। ਉਹ ਵੀ ਕਿੱਥੋਂ ਲਈ ਗਈ ਹੈ, ਆਇਰਲੈਂਡ ਤੋਂ। ਵੈਸੇ ਤੁਸੀਂ ਆ ਯਾਦ ਰੱਖਣਾ, ਰਾਜਨੀਤੀ ਦੇ ਨਿਰਦੇਸ਼ ਸਿਧਾਂਤ ਪੜ੍ਹਨਾ ਆਪਾਂ ਜੀ। ਵੈਸੇ ਹੁੰਦੇ ਕਿ ਤੁਹਾਨੂੰ ਮੈਂ ਦੱਸ ਦਿੰਦਾ ਇੱਥੇ ਬਰੀਫ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ। ਇਹਦੇ ਵਿੱਚ ਕੀ ਹੈ ਕਿ ਆਪਣੇ ਨਾ ਸੰਵਿਧਾਨ ਵਿੱਚ ਇੱਕ ਕਾਨੂੰਨ ਲਿਖਿਆ, ਸੰਵਿਧਾਨ ਦੇ ਵਿੱਚ ਗੱਲ ਲਿਖੀ ਹੋਈ ਹੈ ਵੀ ਰਾਜਨੀਤੀ, ਰਾਜ ਦਾ ਮੀਨਿੰਗ ਹੁੰਦੀ ਹੈ ਸਟੇਟਾਂ ਨੂੰ, ਰਾਜ ਸਰਕਾਰਾਂ ਨੂੰ, ਠੀਕ ਹੈ ਜੀ। ਰਾਜਨੀਤੀ, ਨੀਤੀ ਮੀਨਿੰਗ ਹੁੰਦਾ ਪਾਲਿਸੀ ਬਣਾਉਣਾ, ਪਾਲਿਸੀਆਂ ਵੀ ਕੀ ਨਿਯਮ ਬਣਾਉਣਾ ਹੈ। ਨਿਰਦੇਸ਼ਕ ਮੀਨਿੰਗ ਹੁੰਦਾ ਨਿਰਦੇਸ਼ ਦਿੱਤੇ ਜਾਂਦੇ ਆ, ਹੁਕਮ ਦਿੱਤੇ ਜਾਂਦੇ ਆ। ਸਿਧਾਂਤ, ਠੀਕ ਹੈ, ਜਿਵੇਂ ਪਾਲਿਸੀ ਬਣਾਉਂਦੇ ਕੀ ਸਿਧਾਂਤ ਤੁਸੀਂ ਫਾਲੋ ਕਰਨੇ ਆ। ਇਹ 'ਚ ਕਿਹਾ ਗਿਆ ਵੀ ਜਦੋਂ ਵੀ ਕੋਈ ਸਰਕਾਰ ਆਪਣੀ ਕੋਈ ਵੀ ਪਾਲਿਸੀ ਬਣਾਉਂਦੀ ਹੈ, ਪਾਲਿਸੀ ਕਿਹਦੇ ਲਈ ਬਣਾਈ ਜਾਂਦੀ ਹੈ, ਜਨਤਾ ਲਈ, ਜਿਹੜੀ ਉੱਥੋਂ ਦੀ ਪਬਲਿਕ ਹੈ ਉਹਨਾਂ ਲਈ। ਇਹਦੇ ਵਿੱਚ ਲਿਖਿਆ ਗਿਆ ਰਾਜਨੀਤੀ ਨਿਰਦੇਸ਼ਕ ਸਿਧਾਂਤਾਂ ਵਿੱਚ ਹੁਕਮ ਕੀਤੇ ਗਏ ਸਰਕਾਰਾਂ ਨੂੰ ਵੀ ਜਦੋਂ ਵੀ ਤੁਸੀਂ ਆਪਦੀ ਪਬਲਿਕ ਲਈ, ਆਪਦੀ ਜਨਤਾ ਦੇ ਲਈ ਕੋਈ ਵੀ ਐਕਟ ਬਣਾਉਣਾ ਹੈ, ਕੋਈ ਵੀ ਕਾਨੂੰਨ ਬਣਾਉਣਾ ਹੈ, ਤਾਂ ਇਸ ਗੱਲ ਦੀ ਨਿਗਾਹ ਰੱਖਣੀ ਹੈ ਵੀ ਉਹ ਲੋਕ ਭਲਾਈ ਦੇ ਹਿੱਤ ਵਿੱਚ ਹੋਵੇ। ਕੀ ਹੋਵੇ, ਲੋਕ ਭਲਾਈ, ਜਿਹਦਾ ਲੋਕਾਂ ਨੂੰ ਕੀ ਹੋਵੇ, ਫਾਇਦਾ ਹੋਵੇ। ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੀ ਹੋਏ ਹੀ ਕੋਈ ਐਕਟ ਬਣਾਇਆ ਜਾਣਾ, ਠੀਕ ਹੈ ਜੀ। ਅੱਗੇ ਆ ਜਾਓ, ਐਮਰਜੈਂਸੀ ਪ੍ਰੋਵੀਜ਼ਨ। ਐਮਰਜੈਂਸੀ ਪ੍ਰੋਵੀਜ਼ਨ ਦੌਰਾਨ ਤੁਹਾਨੂੰ ਆਪਣੇ ਨਾ ਵੈਸੇ 1975 'ਚ ਲੱਗੀ ਸੀ ਐਮਰਜੈਂਸੀ, ਠੀਕ ਹੈ। 1975 ਵਿੱਚ ਆਪਣੀ ਐਮਰਜੈਂਸੀ ਲੱਗੀ ਸੀਗੀ।
ਤੁਸੀਂ ਮੇਨ ਤਾਂ याद रखना ਐਮਰਜੈਂਸੀ ਦੇ ਪ੍ਰੋਵੀਜ਼ਨ ਹੈ। ਐਮਰਜੈਂਸੀ ਕੀ ਹੁੰਦਾ ਹੈ ਵੀ ਮੰਨ ਲਓ ਕੋਈ ਵੀ ਦੇਸ਼ 'ਤੇ ਸੰਕਟ ਪੈ ਗਿਆ, ਜਿਵੇਂ ਯੁੱਧ ਹੋ ਗਿਆ ਸੀਗਾ, ਪਾਕਿਸਤਾਨ ਨਾਲ ਯੁੱਧ ਹੋ ਗਿਆ, ਚਾਈਨਾ ਨਾਲ ਯੁੱਧ ਹੋ ਗਿਆ, 1975 ਵਿੱਚ ਵੀ ਲੱਗੀ ਸੀ, ਠੀਕ ਹੈ, ਪਾਕਿਸਤਾਨ ਯੁੱਧ ਵੇਲੇ ਲੱਗੀ, ਚਾਈਨਾ ਵੇਲੇ ਵੀ ਆਪਣੀ ਐਮਰਜੈਂਸੀ ਲੱਗੀ। ਉਦੋਂ ਕੀ ਹੁੰਦਾ ਵੀ ਜਿੰਨੇ ਵੀ ਆਪਣੇ ਅਧਿਕਾਰ ਹੁੰਦੇ ਆ, ਜਿਹੜੇ ਵੀ ਮੌਲਿਕ ਅਧਿਕਾਰ ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ। ਸਸਪੈਂਡ ਦਾ ਮੀਨਿੰਗ ਹੈ ਉਹਨਾਂ ਨੂੰ ਇੱਕ ਵਾਰੀ ਖਤਮ ਕਰ ਦਿੱਤਾ ਜਾਂਦਾ। ਤੁਸੀਂ ਪਿੱਛੇ ਨਿਗਾਹ ਕੀਤੀ ਹੁਣ ਜਦੋਂ ਕਰੋਨਾ ਚੱਲਿਆ, ਕਰੋਨਾ ਦੇ ਵਿੱਚ ਕੀ ਕੀਤਾ ਸੀ ਸਰਕਾਰ ਨੇ, ਕਹਿਤਾ ਸੀ ਵੀ ਘਰਾਂ ਦੇ ਵਿੱਚ ਹੀ ਰਹਿਣਾ, ਬਾਹਰ ਨਹੀਂ ਨਿਕਲਣਾ। ਉਹ ਵੀ ਇੱਕ ਤਰ੍ਹਾਂ ਦਾ ਆਪਣਾ ਮੌਲਿਕ ਅਧਿਕਾਰ ਹੁੰਦਾ ਵੀ ਆਪਾਂ ਤੋਰਾ ਫੇਰਾ ਕਰ ਸਕਦੇ ਹਾਂ। ਉਹ ਅਧਿਕਾਰ ਨੂੰ ਕੀ ਕਰਤਾ ਸਰਕਾਰ ਨੇ, ਸਸਪੈਂਡ ਕਰਤਾ ਆਰਜੀ ਤੌਰ 'ਤੇ। ਆਰਜੀ ਤੌਰ 'ਤੇ ਮੀਨਿੰਗ ਕੁਝ ਸਮੇਂ ਲਈ, ਠੀਕ ਹੈ। ਉਹਨੂੰ ਬੋਲਿਆ ਜਾਂਦਾ ਐਮਰਜੈਂਸੀ ਦੌਰਾਨ ਮੌਲਿਕ ਅਧਿਕਾਰਾਂ ਨੂੰ ਸਸਪੈਂਡ ਕਰਨਾ। ਸਾਡਾ ਜਿਹੜਾ ਮੌਲਿਕ ਅਧਿਕਾਰ ਹੈ ਆਪਾਂ ਤੁਰ ਫਿਰ ਸਕਦੇ ਹਾਂ, ਆਜ਼ਾਦੀ ਹੈਗੀ ਹੈ, ਪਰ ਸਰਕਾਰ ਨੇ ਕਹਿਤਾ ਵੀ ਘਰਾਂ ਦੇ ਵਿੱਚ ਹੀ ਰਹਿਣਾ, ਠੀਕ ਹੈ ਜੀ। ਉਹਨੂੰ ਕੀ ਬੋਲਿਆ ਜਾਂਦਾ, ਐਮਰਜੈਂਸੀ ਦੌਰਾਨ ਮੌਲਿਕ ਅਧਿਕਾਰਾਂ ਨੂੰ ਸਸਪੈਂਡ ਕਰਨਾ। ਇਸ ਤਰ੍ਹਾਂ ਇਹ ਕਿਤੋਂ ਲਿਆ ਗਿਆ, ਜਰਮਨੀ ਤੋਂ। ਮੌਲਿਕ ਅਧਿਕਾਰਾਂ ਨੂੰ ਸਸਪੈਂਡ ਕਰਨਾ ਕਿੱਥੋਂ ਲਿਆ ਗਿਆ, ਜਰਮਨੀ ਤੋਂ। ਇਹ ਤੁਸੀਂ ਯਾਦ ਰੱਖਿਓ। ਜਿਹੜਾ ਮੰਨ ਲਓ ਸਭ ਤੋਂ ਆਪਾਂ ਕਹਿ ਜਾਂਦਾ ਕਰੂਲ ਸ਼ਾਸਕ ਕਿਹੜਾ ਹੋਇਆ, ਹਿਟਲਰ। ਹਿਟਲਰ ਤੁਹਾਨੂੰ ਪਤਾ ਹੋਣਾ, ਹਿਟਲਰ ਦਾ ਨਾਮ ਸੁਣਿਆ ਹੋਣਾ, ਜਿਹੜਾ ਆਪਣਾ ਦੂਜਾ ਵਿਸ਼ਵ ਯੁੱਧ ਹੋਇਆ ਸੀ, ਦੂਜਾ ਵਿਸ਼ਵ ਯੁੱਧ ਹੋਇਆ ਸੀਗਾ, ਠੀਕ ਹੈ। ਉਹਦਾ ਮੁੱਖ ਕਾਰਨ ਕੀ ਸੀਗਾ, ਹਿਟਲਰ ਹੀ ਸੀਗਾ। ਜੇ ਹਿਟਲਰ ਨਾ ਹੁੰਦਾ ਤਾਂ ਸ਼ਾਇਦ ਦੂਜਾ ਵਿਸ਼ਵ ਯੁੱਧ ਨਾ ਹੁੰਦਾ। ਉਹ ਕਿੱਥੋਂ ਦੇ ਰਹਿਣ ਵਾਲੇ ਸੀ, ਜਰਮਨੀ ਦੇ। ਤੇ ਉਹ ਹਿਟਲਰ ਜਿਹੜਾ ਸੀਗਾ ਬੜਾ ਤਾਨਾਸ਼ਾਹ ਸ਼ਾਸਕ ਸੀਗਾ, ਬਹੁਤ ਹੀ ਜ਼ਿਆਦਾ ਤਾਨਾਸ਼ਾਹ। ਇਹਦੇ ਰਾਜ ਦੇ ਵਿੱਚ ਲੋਕਾਂ ਨੂੰ ਮੌਲਿਕ ਅਧਿਕਾਰ ਹੈ ਨਹੀਂ ਸੀ ਜ਼ਿਆਦਾ, ਬਹੁਤ ਹੀ ਤਾਨਾਸ਼ਾਹ ਸੀਗਾ, ਕਰੂਲ ਸੀਗਾ, ਜ਼ਿਆਦਾ ਮੌਲਿਕ ਅਧਿਕਾਰ ਨਹੀਂ ਸੀਗੇ। ਤੁਸੀਂ ਯਾਦ ਰੱਖਿਓ ਹਿਟਲਰ ਕਿੱਥੋਂ ਦਾ ਸੀਗਾ, ਜਰਮਨੀ ਦਾ। ਤੇ ਉੱਥੋਂ ਹੀ ਕੀ ਹੈਗੀ ਆਪਾਂ ਇਹ ਪ੍ਰਾਵਧਾਨ ਲਿਆ ਗਿਆ ਮੌਲਿਕ ਜਦੋਂ ਵੀ ਮੰਨ ਲਓ ਆਪਣੇ ਆਹ ਐਮਰਜੈਂਸੀ ਪ੍ਰੋਵੀਜ਼ਨ ਨਾਲ ਜਿੰਨੇ ਵੀ ਪ੍ਰਾਵਧਾਨ ਹੈਗੇ ਆ ਕਿੱਥੋਂ ਲਏ ਗਏ ਹੈਗੇ, ਜਰਮਨੀ ਤੋਂ। ਤੁਸੀਂ ਹਿਟਲਰ ਯਾਦ ਰੱਖਿਓ, ਹਿਟਲਰ ਤੋਂ ਕੀ ਆ ਜਾਏਗਾ, ਜਰਮਨੀ। ਅੱਗੇ ਜੀ, ਅੱਗੇ ਆ ਜਾਓ ਆਸਟ੍ਰੇਲੀਆ। ਆਸਟ੍ਰੇਲੀਆ ਤੋਂ ਵੇਖੋ ਉਹ ਚੀਜ਼ਾਂ ਲਈਆਂ ਗਈਆਂ ਜਿਹੜੀਆਂ ਕੇਂਦਰ ਤੇ ਰਾਜ ਸਰਕਾਰਾਂ ਦੇ ਵਿੱਚ ਆਪਸੀ ਭਾਈਚਾਰਾ ਪੈਦਾ ਕਰਦੀਆਂ। ਆਪਸੀ ਕੀ ਦਿਖਾਉਂਦੀਆਂ, ਭਾਈਚਾਰਾ। ਕੇਂਦਰ ਤੇ ਰਾਜ ਸਰਕਾਰਾਂ ਦੇ ਵਿੱਚ ਆਪਸੀ ਭਾਈਚਾਰਾ ਜਾਂ ਸੰਬੰਧ ਦਿਖਾਉਂਦੀਆਂ। ਉਹ ਸਾਰੀਆਂ ਕਿੱਥੋਂ ਲਈਆਂ ਗਈਆਂ, ਆਸਟ੍ਰੇਲੀਆ ਤੋਂ। ਆਹ ਪੇਪਰ 'ਚ ਆਉਂਦਾ ਹੁੰਦਾ ਸਮਵਰਤੀ ਸੂਚੀ, ਯਾਦ ਰੱਖਿਓ। ਵੇਖੋ 3 ਤਰ੍ਹਾਂ ਦੀ ਸੂਚੀ ਹੈਗੀ ਹੈ, ਇਹ ਟ੍ਰਿਕ ਤੁਹਾਨੂੰ ਦੱਸੀ ਸੀਗੀ। 3 ਤਰ੍ਹਾਂ ਦੀ ਸੂਚੀ ਹੁੰਦੀ ਹੈ। ਇੱਕ ਹੁੰਦੀ ਹੈ ਕੇਂਦਰ ਸੂਚੀ, ਸੰਘ ਸੂਚੀ ਬੋਲਦੇ ਉਹਨੂੰ। ਇੱਕ ਆਪਣੇ ਸੰਵਿਧਾਨ ਵਿੱਚ 3 ਤਰ੍ਹਾਂ ਦੀ ਸੂਚੀ ਹੈ, ਇੱਕ ਸੰਘ ਸੂਚੀ ਹੈ, ਇੱਕ ਹੈਗੀ ਹੈ ਰਾਜ ਸੂਚੀ, ਇੱਕ ਹੈਗੀ ਹੈ ਸਮਵਰਤੀ ਸੂਚੀ। ਸੰਘ ਸੂਚੀ, ਰਾਜ ਸੂਚੀ ਤੇ ਸਮਵਰਤੀ ਸੂਚੀ। ਸੂਚੀ ਦਾ ਮੀਨਿੰਗ ਕੀ ਹੈ ਵੀ ਇਹਦੇ ਵਿੱਚ ਕਈ ਚੀਜ਼ਾਂ ਲਿਖੀਆਂ ਹੋਈਆਂ, ਇਹ 'ਚ ਉਹ ਵਿਸ਼ੇ ਲਿਖੇ ਹੈ। ਵਿਸ਼ੇ ਮੀਨਿੰਗ ਕੰਮ, ਇਹਦੇ ਵਿੱਚ ਉਹ ਕੰਮ ਲਿਖੇ ਹੈ ਜਿਹਦੇ ਉੱਤੇ ਕਾਨੂੰਨ ਸਿਰਫ ਸੰਘ ਦਾ ਮੀਨਿੰਗ ਕੇਂਦਰ ਬਣਾ ਸਕਦਾ। ਸੰਘ ਸੂਚੀ ਵਿੱਚ ਉਹ ਵਿਸ਼ੇ ਲਿਖੇ ਹੈ ਜਿਹਦੇ ਉੱਤੇ ਕਾਨੂੰਨ ਕੌਣ ਬਣਾ ਸਕਦਾ, ਸਿਰਫ ਕੇਂਦਰ। ਜਿਵੇਂ ਐਗਜ਼ਾਮਪਲ ਲਾ ਲਓ ਬੈਂਕ ਹੈ, ਬੈਂਕਾਂ ਦੇ ਕਾਨੂੰਨ ਕੌਣ ਬਣਾਉਂਦਾ, ਕੇਂਦਰ ਬਣਾਉਂਦੀ ਹੈ। ਡਾਕਘਰ ਹੈ, ਡਾਕਘਰ ਤੇ ਕਾਨੂੰਨ ਕੌਣ ਬਣਾਉਂਦਾ, ਕੇਂਦਰ। ਆਪਣੀ ਰੇਲਵੇ ਹੈ, ਰੇਲਵੇ ਤੇ ਵੀ ਕਾਨੂੰਨ ਕੌਣ ਬਣਾਉਂਦਾ, ਕੇਂਦਰ। ਉਹ ਵਿਸ਼ੇ ਹੈ ਜਿਹਦੇ ਉੱਤੇ ਕਾਨੂੰਨ ਕੌਣ ਬਣਾਉਂਦਾ, ਉਹ ਕੰਮ ਹੈ ਜਿਹਦੇ ਉੱਤੇ ਕਾਨੂੰਨ ਕੌਣ ਬਣਾ ਸਕਦਾ, ਕੇਂਦਰ। ਅੱਗੇ ਆ ਜਾਓ ਰਾਜ। ਰਾਜ ਸੂਚੀ, ਰਾਜ ਸੂਚੀ ਵਿੱਚ ਉਹ ਵਿਸ਼ੇ ਹੈ ਜਿਹਦੇ ਉੱਤੇ ਕਾਨੂੰਨ ਕੌਣ ਬਣਾ ਸਕਦਾ, ਰਾਜ ਸਰਕਾਰ। ਜਿਹਦੀ ਪਾਵਰ ਕਿਹਦੇ ਕੋਲ ਹੈਗੀ ਹੈ, ਸਟੇਟ ਗੌਰਮੈਂਟ ਕੋਲ। ਜਿਹਦੀ ਪਾਵਰ ਕਿਹਦੇ ਕੋਲ ਹੈਗੀ ਹੈ, ਸਟੇਟ ਗੌਰਮੈਂਟ ਕੋਲ। ਜਿਵੇਂ ਪੁਲਿਸ ਹੈ, ਪੁਲਿਸ ਉੱਤੇ ਕਾਨੂੰਨ ਕੌਣ ਬਣਾ ਸਕਦਾ, ਰਾਜ ਸਰਕਾਰ। ਪੁਲਿਸ ਉੱਤੇ ਕੋਈ ਵੀ ਕਾਨੂੰਨ ਬਣੂਗਾ ਰਾਜ ਸਰਕਾਰ ਦੀ ਆਪਣੀ ਸਿਸਟਮ ਹੈਗਾ, ਉਸ ਹਿਸਾਬ ਨਾਲ ਹੀ ਪੁਲਿਸ ਆਪਦਾ ਕੰਮ ਕਰੇਗੀ, ਠੀਕ ਹੈ ਜੀ। ਉਵੇਂ ਇੱਕ ਆ ਜਾਓ ਤੀਜੀ, ਸਮਵਰਤੀ। ਸਮਵਰਤੀ ਹੁੰਦਾ ਉਹ ਵਿਸ਼ੇ ਹੈ ਜਿਹਦੇ ਉੱਤੇ ਕੇਂਦਰ ਵੀ ਕਾਨੂੰਨ ਬਣਾ ਸਕਦਾ ਹੈ ਪਲੱਸ ਰਾਜ ਸਰਕਾਰ ਵੀ ਬਣਾ ਸਕਦੀ ਹੈ। ਸਮਵਰਤੀ ਸੂਚੀ ਵਿੱਚ ਉਹ ਵਿਸ਼ੇ ਆਉਂਦੇ ਆ ਜਿਹਦੇ ਉੱਤੇ ਕੇਂਦਰ ਵੀ ਕਾਨੂੰਨ ਬਣਾਉਂਦਾ, ਰਾਜ ਸਰਕਾਰ ਵੀ ਕਾਨੂੰਨ ਬਣਾ ਸਕਦਾ ਹੈ। ਜਿਵੇਂ ਆਪਾਂ ਲਾ ਲਓ ਐਜੂਕੇਸ਼ਨ। ਐਜੂਕੇਸ਼ਨ ਉੱਤੇ ਜਿਹੜਾ ਕਾਨੂੰਨ ਹੈ ਕੇਂਦਰ ਵੀ ਬਣਾਉਂਦਾ ਤੇ ਰਾਜ ਸਰਕਾਰ ਵੀ ਬਣਾਉਂਦੀ ਹੈ। ਕੇਂਦਰ ਵੀ ਕਾਨੂੰਨ ਬਣਾ ਸਕਦਾ ਤੇ ਰਾਜ ਸਰਕਾਰ ਵੀ ਬਣਾ ਸਕਦੀ ਹੈ। ਉਵੇਂ ਜਿਹੜੀ ਸਮਵਰਤੀ ਸੂਚੀ ਦਾ ਜਿਹੜਾ ਕੰਸੈਪਟ ਹੈ ਇਹ ਕਿੱਥੋਂ ਲਿਆ ਗਿਆ, ਆਸਟ੍ਰੇਲੀਆ ਤੋਂ, ਕਿਉਂਕਿ ਇਹ 'ਚ ਕੇਂਦਰ ਤੇ ਰਾਜ ਦੋਨਾਂ ਕੋਲ ਪਾਵਰ ਹੈ। ਇੱਕ ਹੋ ਗਿਆ ਸਦਨ ਦੇ ਦੋਨਾਂ ਸਦਨਾਂ ਦੀ ਸੰਯੁਕਤ ਬੈਠਕ। ਸੰਯੁਕਤ ਦਾ ਮੀਨਿੰਗ ਹੁੰਦਾ ਇਕੱਠੇ ਕਰਨਾ, ਭਾਈਚਾਰੇ ਦੀ ਭਾਵਨਾ ਹੋ ਗਈ ਨਾ ਇੱਕ ਤਰ੍ਹਾਂ ਦੀ। ਜੇ ਆਪਾਂ ਟ੍ਰਿਕ ਲਾਈਏ ਤਾਂ ਸੰਯੁਕਤ ਦਾ ਮੀਨਿੰਗ ਕੀ ਹੋ ਗਿਆ, ਇਕੱਠੇ ਕਰਨਾ, ਭਾਈਚਾਰੇ ਦੀ ਭਾਵਨਾ। 2 ਸਦਨ ਕਿਹੜੇ ਕਿਹੜੇ ਹੁੰਦੇ ਆ, ਲੋਕ ਸਭਾ ਤੇ ਰਾਜ ਸਭਾ। ਲੋਕ ਸਭਾ ਤੇ ਰਾਜ ਸਭਾ, ਇਹਨਾਂ ਦੀ ਜਿਹੜੀ ਹੈਗਾ ਇਹਨਾਂ ਨੂੰ ਇਕੱਠੇ ਕਰਨ ਦਾ ਕੰਮ ਕੌਣ ਜਿਹੜਾ ਹੈਗਾ ਪ੍ਰਾਵਧਾਨ ਕਿੱਥੋਂ ਲਿਆ ਗਿਆ, ਆਸਟ੍ਰੇਲੀਆ ਤੋਂ। ਕਿੱਥੋਂ ਲਿਆ ਗਿਆ, ਆਸਟ੍ਰੇਲੀਆ ਤੋਂ, ਠੀਕ ਹੈ ਜੀ। ਅੱਗੇ ਅੱਗੇ ਆ ਜਾਓ ਸੰਵਿਧਾਨ ਸੰਸ਼ੋਧਨ। ਕੀ ਹੁੰਦਾ, ਸੰਸ਼ੋਧਨ ਨੂੰ ਬੋਲਿਆ ਜਾਂਦਾ ਅਮੈਂਡਮੈਂਟਸ। ਕੰਸਟੀਟਿਊਸ਼ਨ ਅਮੈਂਡਮੈਂਟ, ਤੁਹਾਨੂੰ ਕੱਲ ਦੱਸਿਆ ਵੀ ਸੀਗਾ ਅਮੈਂਡਮੈਂਟ। ਕੱਲ ਤੁਹਾਨੂੰ ਦੱਸਿਆ ਸੀਗਾ ਵੀ ਜਿਹੜਾ ਆਪਣਾ ਦੇਸ਼ ਦਾ ਸੰਵਿਧਾਨ ਹੈ ਉਹ ਲਚਕੀਲਾ ਹੈਗਾ।
ਦੇਖੋ ਜਦੋਂ ਆਪਣਾ ਸੰਵਿਧਾਨ ਬਣਿਆ 1947 ਦੇ ਵਿੱਚ, ਠੀਕ ਹੈ, ਉਹ ਜਿਹੜਾ ਸੰਵਿਧਾਨ ਬਣਿਆ 1947 ਦੇ ਹਿਸਾਬ ਨਾਲ ਬਣਿਆ ਵੀ ਦੇਸ਼ ਸਾਡਾ ਕਿਵੇਂ ਚੱਲੂਗਾ। ਹੁਣ ਤਰੱਕੀ ਬਹੁਤ ਕਰ ਲਈ, ਠੀਕ ਹੈ, ਅੱਜ ਚੱਲ ਪਿਆ 2023। ਹੁਣ ਉਹ 1947 ਵਾਲੇ ਜਿਹੜੇ ਮੰਨ ਲਓ ਵੀ ਜਿਹੜੀਆਂ ਗੱਲਾਂ ਹੈਗੀਆਂ ਹੁਣ ਲਾਗੂ ਨਹੀਂ ਨਾ ਹੋਣੀਆਂ। ਹੁਣ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਗਿਆ, ਠੀਕ ਹੈ, ਕੋਈ ਵੀ ਹੈਗੇ ਸਾਧਨ ਵੱਧ ਗਏ ਹੈਗੇ ਆ। ਜੇ ਆਪਾਂ ਆਹੀ ਸੰਵਿਧਾਨ ਲਾਗੂ ਕਰਾਂਗੇ ਤਾਂ ਦੇਸ਼ ਕੋਈ ਤਰੱਕੀ ਨਹੀਂ ਨਾ ਕਰੂਗਾ। ਇਸ ਕਰਕੇ ਆਪਣਾ ਸੰਵਿਧਾਨ ਦੇ ਵਿੱਚ ਕੀ ਕੀਤਾ ਹੈ, ਲਚਕੀਲਾਪਨ ਹੈ। ਲਚਕੀਲਾਪਨ ਦਾ ਮੀਨਿੰਗ ਹੈਗਾ ਵੀ ਜਦੋਂ ਵੀ ਜ਼ਰੂਰਤ ਪੈਂਦੀ ਹੈ ਆਪਾਂ ਜਿਹੜਾ ਮੂਲ ਸੰਵਿਧਾਨ ਹੈ ਉਹ 'ਚ ਤਬਦੀਲੀ ਲਿਆ ਸਕਦੇ ਹਾਂ, ਉਹ 'ਚ ਆਪਾਂ ਚੇਂਜ ਕਰ ਸਕਦੇ ਹਾਂ, ਠੀਕ ਹੈ। ਪਰ ਚੇਂਜ ਹੋਊਗੀ ਕਿਵੇਂ, ਉਹਦੇ ਵਿੱਚ ਇੱਕ ਪ੍ਰਕਿਰਿਆ ਫਾਲੋ ਕਰਨੀ ਪੈਂਦੀ ਹੈ ਜਿਹਨੂੰ ਕੀ ਬੋਲਿਆ ਜਾਂਦਾ ਸੰਵਿਧਾਨ ਸੰਸ਼ੋਧਨ। ਪੜਾਂਗੇ ਆਪਾਂ ਉਹਨੂੰ ਕੀ ਬੋਲਿਆ ਜਾਂਦਾ, ਸੰਵਿਧਾਨ ਦੀ ਅਮੈਂਡਮੈਂਟ। ਸੰਸ਼ੋਧਨ ਮੀਨਿੰਗ ਵੀ ਉਹਨੂੰ ਹੋਰ ਸੋਧ ਲਿਆ, ਉਹਦੇ ਵਿੱਚ ਕੋਈ ਨਵੀਂ ਅਮੈਂਡਮੈਂਟ ਕਰਤੀ, ਠੀਕ ਹੈ। ਇਹ ਧਾਰਨਾ ਕਿੱਥੋਂ ਲਈ ਗਈ ਹੈ, ਦੱਖਣੀ ਅਫਰੀਕਾ ਤੋਂ। ਸੰਵਿਧਾਨ ਸੰਸ਼ੋਧਨ ਦੀ ਪ੍ਰਕਿਰਿਆ ਕਿੱਥੋਂ ਲਈ ਗਈ ਹੈ, ਦੱਖਣੀ ਅਫਰੀਕਾ। ਅੱਗੇ ਆ ਜਾਓ ਫਰਾਂਸ, ਰਿਪਬਲਿਕ ਸਿਸਟਮ। ਵੇਖੋ ਫਰਾਂਸ ਤੋਂ ਲਿਆ ਗਿਆ ਹੈਗਾ ਕ੍ਰਾਂਤੀ ਨਾਲ ਸੰਬੰਧਿਤ, ਲੋਕ ਭਲਾਈ ਨਾਲ, ਜਿਹਨੂੰ ਆਪਾਂ ਕਹਿੰਦੇ ਹਾਂ ਲੋਕਾਂ ਦੀ ਭਲਾਈ ਦੇ ਨਾਲ। ਜਿਵੇਂ ਸੁਤੰਤਰਤਾ, ਸਮਾਨਤਾ, ਭਾਈਚਾਰਾ, ਆਹੀ ਆਉਂਦਾ ਹੁੰਦਾ ਪੇਪਰ 'ਚ ਇਹਦੇ ਵਿੱਚੋਂ ਮੇਨ। ਜੇ ਆਪਾਂ ਸੁਤੰਤਰਤਾ ਵੇਖੋ, ਸਾਰੇ ਲੋਕਾਂ ਨੂੰ ਇੱਕ ਅਧਿਕਾਰ ਹੈ ਸੁਤੰਤਰਤਾ, ਠੀਕ ਹੈ। ਲੋਕ ਭਲਾਈ ਦਾ ਕੰਮ ਨਾ, ਸਮਾਨਤਾ ਮੀਨਿੰਗ ਸਾਰੇ ਬਰਾਬਰ ਹੈ, ਸਮਾਨ ਹੈ। ਭਾਈਚਾਰੇ ਦੀ ਭਾਵਨਾ, ਭਾਈਚਾਰਾ ਆਪਸ 'ਚ ਭਾਈਚਾਰੇ ਦੀ ਭਾਵਨਾ ਰਹਿਣਾ ਹੈ। ਇਹ ਜਿਹੜੀ ਧਾਰਨਾ ਕਿੱਥੋਂ ਲਈ ਗਈ ਹੈਗੀ ਹੈ, ਫਰਾਂਸ 'ਚੋਂ। ਕਿੱਥੋਂ ਲਈ ਗਈ ਹੈ, ਫਰਾਂਸ 'ਚੋਂ। ਰਿਪਬਲਿਕ ਸਿਸਟਮ ਵੀ ਕੀ ਹੁੰਦਾ, ਰਿਪਬਲਿਕ ਸਿਸਟਮ ਦਾ ਮੀਨਿੰਗ ਹੁੰਦਾ ਜੋ ਲੋਕਾਂ ਦੀ ਭਲਾਈ ਲਈ ਹੋਵੇ, ਠੀਕ ਹੈ। ਇਹ ਵੀ ਕਿੱਥੋਂ ਲੈ ਗਿਆ, ਇੱਥੋਂ ਦੱਸਣਾ ਵੀ ਜਿਹੜਾ ਲੋਕਾਂ ਦੀ ਭਲਾਈ ਨਾਲ ਹੈ, ਕ੍ਰਾਂਤੀ ਨਾਲ ਸੰਬੰਧਿਤ ਹੈ, ਲੋਕ ਭਲਾਈ ਨਾਲ, ਉਹ ਕਿੱਥੋਂ ਲਿਆ ਗਿਆ, ਫਰਾਂਸ ਤੋਂ। ਅੱਗੇ ਆ ਜਾਓ ਰੂਸ। ਰੂਸ ਤੋਂ ਮੇਨ ਤੁਸੀਂ ਆਹ ਯਾਦ ਰੱਖਣਾ, ਕਰਤੱਵ, ਮੌਲਿਕ ਕਰਤੱਵ ਕਿੱਥੋਂ ਲੈ ਗਿਆ, ਰੂਸ ਤੋਂ। ਸੋਵੀਅਤ ਸੰਘ ਬੋਲਦੇ ਨੇ ਰੂਸ ਨੂੰ, ਕੀ ਬੋਲਿਆ ਜਾਂਦਾ, ਸੋਵੀਅਤ ਸੰਘ। ਇਹ ਤੋਂ ਕੀ ਲਿਆ ਗਿਆ, ਮੌਲਿਕ ਕਰਤੱਵ, ਇੱਕ ਨਿਆਂ ਵਿਵਸਥਾ। ਮੇਨ ਮੌਲਿਕ ਕਰਤੱਵ ਯਾਦ ਤੁਸੀਂ ਰੱਖਣਾ, ਠੀਕ ਹੈ ਜੀ। ਹੁਣ ਆਪਾਂ ਕੁਝ ਕੁਐਸਚਨ ਕਰਦੇ ਹਾਂ, ਆਪਾਂ ਜਿਹੜਾ ਪੜ੍ਹਿਆ ਆਪਾਂ ਦੇਖਦੇ ਹਾਂ ਆਪਾਂ ਨੂੰ ਕਿੰਨਾ ਪਤਾ ਲੱਗਿਆ। ਭਾਰਤੀ ਸੰਵਿਧਾਨ ਵਿੱਚ ਸਮਵਰਤੀ ਸੂਚੀ, ਤੁਹਾਨੂੰ ਹੁਣੇ ਦੱਸਿਆ ਸਮਵਰਤੀ ਸੂਚੀ ਕਿੱਥੋਂ ਲਈ ਗਈ ਆ ਆਪਣੇ, ਸਮਵਰਤੀ। 3 ਤਰ੍ਹਾਂ ਦੀ ਸੂਚੀ ਹੈ, ਇੱਕ ਰਾਜ ਸੂਚੀ ਹੈ, ਠੀਕ ਹੈ, ਰਾਜ ਸੂਚੀ, ਠੀਕ ਹੈ, ਸੰਘ ਸੂਚੀ, ਤੀਜੀ ਕਿਹੜੀ ਸੂਚੀ ਹੈਗੀ ਹੈ, ਸਮਵਰਤੀ ਸੂਚੀ, ਠੀਕ ਹੈ। ਜਿੱਥੇ ਕੇਂਦਰ ਤੇ ਸਰਕਾਰ ਦੀ ਗੱਲ ਕੀਤੀ ਹੈ ਵੀ ਕਿੱਥੋਂ ਲਿਆ ਗਿਆ, ਆਸਟ੍ਰੇਲੀਆ ਤੋਂ। ਕੀ ਆਨਸਰ ਆਏਗਾ, ਇਹ ਆਸਟ੍ਰੇਲੀਆ। ਅੱਗੇ ਆ ਜਾਓ ਮੌਲਿਕ ਕਰਤੱਵ। ਮੌਲਿਕ ਕਰਤੱਵ ਆਪਾਂ ਹੁਣੀ ਪੜ੍ਹਿਆ। ਮੌਲਿਕ ਕਰਤੱਵ ਕਿਤੋਂ ਲਈ ਗਏ ਹੈਗੇ ਆਪਣੇ, ਸੋਵੀਅਤ ਸੰਘ ਤੋਂ, ਰੂਸ ਤੋਂ। ਕਿੱਥੋਂ ਲਈ ਗਏ ਹੈਗੇ, ਸੋਵੀਅਤ ਸੰਘ ਤੋਂ। ਇੱਕ ਗੱਲ ਇਹ ਯਾਦ ਰੱਖਣੀ ਹੈ, ਤੁਹਾਨੂੰ ਇੱਥੇ ਦੱਸ ਦਿੰਦਾ, ਆਪਾਂ ਪੜਾਂਗੇ ਅੱਗੇ। ਆਪਣੇ ਸੰਵਿਧਾਨ ਵਿੱਚ ਕੁੱਲ ਕਿੰਨੇ ਮੌਲਿਕ ਕਰਤੱਵ ਹੈ, ਹੁਣ 11 ਹੈ, 10 ਨਹੀਂ ਹੈਗੇ। ਕਈ ਜਣੇ 10 ਲਾ ਦਿੰਦੇ, 10 ਹੁਣ ਗਲਤ ਹੋ ਜਾਏਗਾ। ਹੁਣ ਕਿੰਨੇ ਹੋ ਗਏ, 11। ਇੱਕ ਤੁਹਾਨੂੰ ਇੱਕ ਗੱਲ ਹੋਰ ਯਾਦ ਰੱਖਣਾ, ਜਿਹੜਾ ਮੂਲ ਸੰਵਿਧਾਨ ਹੈ, ਮੂਲ ਸੰਵਿਧਾਨ ਦਾ ਮੀਨਿੰਗ ਹੈ ਜਿਹੜਾ ਡਾਕਟਰ BR ਅੰਬੇਦਕਰ ਜੀ ਨੇ ਲਿਖਿਆ ਸੀ, ਮੰਨ ਲਓ 1947 ਵਿੱਚ, ਜਿਹੜਾ ਆਪਣੇ ਲਾਗੂ ਆ 1950 'ਚ ਲਾਗੂ ਹੋਇਆ। 1950 ਲਿਖ ਲਓ, ਹੈ ਨਾ ਜੀ। 1950 ਜਿਹੜਾ ਸੰਵਿਧਾਨ ਲਾਗੂ ਹੋਇਆ ਸੀ, ਉਹਨੂੰ ਬੋਲਿਆ ਨਾ ਮੂਲ ਸੰਵਿਧਾਨ। ਉਹਦੇ ਵਿੱਚ ਕਿੰਨੇ ਮੌਲਿਕ ਅਧਿਕਾਰ ਸੀ, ਇੱਕ ਵੀ ਹੈ ਨਹੀਂ ਸੀਗਾ। ਸੋਰੀ, ਮੌਲਿਕ ਕਰਤੱਵ, ਅਧਿਕਾਰ ਨਹੀਂ, ਸੋਰੀ, ਮੌਲਿਕ ਕਰਤੱਵ। ਜਿਹੜਾ ਆਪਣਾ ਮੂਲ ਸੰਵਿਧਾਨ ਹੈ ਜਿਹੜਾ 1950 'ਚ ਲਾਗੂ ਹੋਇਆ, ਉਦੋਂ ਮੌਲਿਕ ਕਰਤੱਵ ਕਿੰਨੇ ਸੀਗੇ, ਉਦੋਂ ਕਿੰਨੇ ਸੀਗੇ, ਨਿਲ। ਇੱਕ ਵੀ ਮੌਲਿਕ ਕਰਤੱਵ ਨਹੀਂ ਸੀਗਾ, ਠੀਕ ਹੈ ਜੀ। ਇਹ ਆਪਣੇ ਸੰਵਿਧਾਨ ਦੇ ਵਿੱਚ ਬਾਅਦ ਵਿੱਚੋਂ ਲਏ ਗਏ ਹੈ, ਇਹ ਯਾਦ ਰੱਖਣਾ। ਮੌਲਿਕ ਜਿਹੜੇ ਹੈਗੇ ਕਰਤੱਵ ਹੈਗੇ ਆ, ਇਹ ਤੁਹਾਨੂੰ ਹੁਣੇ ਦੱਸਿਆ ਇੱਕ ਅਮੈਂਡਮੈਂਟ ਹੁੰਦੀ ਹੈ। ਕਿਹੜੀ ਅਮੈਂਡਮੈਂਟ ਲਏ ਗਏ ਆ, 42ਵੀਂ ਅਮੈਂਡਮੈਂਟ। ਆਪਾਂ ਕੀਤਾ ਨਾ ਸੰਵਿਧਾਨ ਸੰਸ਼ੋਧਨ, ਕਿੰਨਵੀਂ ਸੰਵਿਧਾਨ ਸੰਸ਼ੋਧਨ ਸੀ ਉਹ, 42ਵਾਂ। 42ਵੀਂ ਸੰਵਿਧਾਨ ਸੰਸ਼ੋਧਨ ਦੇ ਰਾਹੀਂ ਆਪਣੇ 10 ਮੌਲਿਕ ਕਰਤੱਵ ਲੈ ਲਏ, ਠੀਕ ਹੈ। ਫਿਰ ਇੱਕ 11ਵਾਂ ਮੌਲਿਕ ਕਰਤੱਵ ਲਿਆ 86ਵੀਂ ਸੰਵਿਧਾਨ ਸੰਸ਼ੋਧਨ ਰਾਹੀਂ। ਟੋਟਲ ਕਿੰਨੇ ਹੋ ਗਏ, 11। ਹੁਣ ਕਿੰਨੇ ਹੋ ਗਏ, 11। ਇਹ ਯਾਦ ਰੱਖਣਾ, ਜੇ ਤੁਹਾਨੂੰ ਪੇਪਰ 'ਚ ਪੁੱਛਿਆ ਜਾਵੇ ਮੂਲ ਸੰਵਿਧਾਨ ਦੇ ਵਿੱਚ ਕਿੰਨੇ ਮੌਲਿਕ ਕਰਤੱਵ ਸੀ, ਵੈਸੇ ਅੱਗੇ ਆਪਾਂ ਅੱਗੇ ਪੜਾਂਗੇ ਤਾਂ ਉਦੋਂ ਕੋਈ ਵੀ ਮੌਲਿਕ ਕਰਤੱਵ ਉਹਦੇ ਵਿੱਚ ਨਹੀਂ ਸੀਗਾ। ਅੱਗੇ ਇਕਹਿਰੀ ਨਾਗਰਿਕਤਾ, ਕੱਲ ਤੁਹਾਨੂੰ ਦੱਸ ਦਿੱਤਾ ਸੀਗਾ। ਇਕਹਿਰੀ ਨਾਗਰਿਕਤਾ ਆਪਾਂ ਹੁਣ ਵੀ ਕਰਕੇ ਹਟੇ ਹਾਂ। ਇਕਹਿਰੀ ਆਪਣੇ ਦੇਸ਼ ਵਿੱਚ ਕਿਹੜੀ ਨਾਗਰਿਕਤਾ ਚੱਲਦੀ ਹੈ, ਇਕਹਿਰੀ। ਇਕਹਿਰੀ ਮੀਨਿੰਗ ਆਪਾਂ ਨੂੰ ਇੱਕ ਹੀ ਨਾਗਰਿਕਤਾ ਲੈਣੀ ਪੈਂਦੀ ਹੈ ਪੂਰੇ ਦੇਸ਼ ਲਈ। ਕੌਣ ਜਾਰੀ ਕਰਦਾ, ਕੇਂਦਰ ਸਰਕਾਰ। ਜਿਵੇਂ USA ਉੱਥੇ ਡਬਲ 2 ਲੈਣੀ ਪੈਂਦੀ ਹੈ, ਕੇਂਦਰ ਦੀ ਅਲੱਗ ਤੇ ਸਟੇਟ ਦੀ ਅਲੱਗ। ਇਹ ਕਿੱਥੋਂ ਲਈ ਗਈ ਹੈ ਧਾਰਨਾ, ਬ੍ਰਿਟੇਨ ਤੋਂ। ਅੱਗੇ ਜੀ ਆ ਰਾਜਨੀਤੀ ਨਿਰਦੇਸ਼ਕ ਸਿਧਾਂਤ ਤੁਹਾਨੂੰ ਦੱਸੇ ਸੀਗਾ ਹੁਣੇ ਵੀ ਰਾਜਨੀਤੀ ਨਿਰਦੇਸ਼ਕ ਸਿਧਾਂਤ ਕੀ ਹੁੰਦੇ ਆ। ਵੈਸੇ ਵੀ ਰਾਜਾਂ ਨੂੰ ਜਾਂ ਸਰਕਾਰਾਂ ਨੂੰ ਆਰਡਰ ਕੀਤਾ ਗਿਆ ਸੰਵਿਧਾਨ ਦੇ ਵਿੱਚ ਵੀ ਜਦੋਂ ਵੀ ਕੋਈ ਨੀਤੀ ਬਣਾਉਣੀ ਹੈ, ਕੋਈ ਪਾਲਿਸੀ ਬਣਾਉਣੀ ਹੈ ਤਾਂ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਣਾ। ਇਹ ਜਿਹੜੀ ਹੈਗੀ ਹੈ ਧਾਰਨਾ ਕਿਹੜੇ ਦੇਸ਼ ਤੋਂ ਲਈ ਗਈ ਹੈ, ਆਇਰਲੈਂਡ। ਕਿਹੜੇ ਦੇਸ਼ ਤੋਂ, ਆਇਰਲੈਂਡ। ਐਮਰਜੈਂਸੀ ਵਾਲਾ ਤੁਹਾਨੂੰ ਦੱਸਿਆ ਸੀਗਾ
ਐਮਰਜੈਂਸੀ ਪ੍ਰੋਵੀਜ਼ਨ ਕਿਹਦੇ ਲਈ ਗਈ ਹੈ? ਤੁਹਾਨੂੰ ਹੁਣੇ ਦੱਸਿਆ ਸੀਗਾ, ਹਿਟਲਰ ਬੜਾ ਤਾਨਾਸ਼ਾਹ ਸ਼ਾਸਕ ਹੋਇਆ। ਉਹ ਕਿੱਥੋਂ ਸੀਗਾ? ਜਰਮਨੀ ਦਾ, ਜਿਹੜਾ ਦੂਜੇ ਵਿਸ਼ਵ ਯੁੱਧ ਦੇ ਲਈ ਕੀ ਸੀਗਾ ਮੇਨ ਕਾਰਨ ਹੀ ਹਿਟਲਰ ਸੀ। ਇਹ ਬੜਾ ਤਾਨਾਸ਼ਾਹ ਸੀਗਾ। ਇਹਦੇ ਰਾਜ ਦੇ ਵਿੱਚ ਜਰਮਨੀ ਦੇ ਵਿੱਚ ਕੀ ਸੀਗਾ, ਬਹੁਤ ਜ਼ਿਆਦਾ ਮੰਨ ਲਓ ਲੋਕਾਂ ਨੂੰ ਅਧਿਕਾਰ ਪ੍ਰਾਪਤ ਹੈ ਨਹੀਂ ਸੀ। ਠੀਕ ਹੈ, ਇਸ ਕਰਕੇ ਇਹਨੂੰ ਸਭ ਤੋਂ ਵਧੀਆ ਗਿਣਿਆ ਜਾਂਦਾ ਮੰਨ ਲਓ ਜਰਮਨੀ ਨੂੰ ਹੀ, ਵੀ ਉਹਦੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਬੜੇ ਸਖਤ ਹੈਗੇ ਆ। ਠੀਕ ਹੈ, ਤੇ ਧਾਰਨਾ ਕਿੱਥੋਂ ਲਈ ਗਈ ਹੈ ਫਿਰ ਆਪਾਂ ਐਮਰਜੈਂਸੀ ਦੀ? ਜਰਮਨੀ ਤੋਂ, ਹਿਟਲਰ ਤੋਂ। ਯਾਦ ਰੱਖਿਓ ਵੀ ਅਧਿਕਾਰਾਂ ਨੂੰ ਜਿਹੜਾ ਸਸਪੈਂਡ ਕਰ ਦੇਣਾ, ਅਧਿਕਾਰ ਖਤਮ ਕਰਦੇ ਨੇ। ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਜਨਰਲ ਕੌਣ ਸਨ? ਤੁਹਾਨੂੰ ਹੁਣੇ ਦੱਸਿਆ ਜਿਹੜਾ ਆਜ਼ਾਦ ਭਾਰਤ ਹੈ ਉਹਦੇ ਪਹਿਲੇ ਗਵਰਨਰ ਜਨਰਲ ਕੌਣ ਸੀ? ਲਾਰਡ ਮਾਊਂਟਬੈਟਨ। ਤੁਹਾਨੂੰ ਦੱਸਿਆ ਸੀ ਇਹ ਜੂਨ 1948 ਤੱਕ ਰਹੇ ਹੈ। ਜਦੋਂ ਦੇਸ਼ ਆਜ਼ਾਦ ਹੋ ਗਿਆ ਉਸ ਤੋਂ ਬਾਅਦ ਵੀ ਆਪਣੇ ਜਿਹੜੇ ਲਾਰਡ ਮਾਊਂਟਬੈਟਨ ਹੈਗੇ ਆ ਉਹ ਆਪਣੇ ਦੇਸ਼ ਦੇ ਕੀ ਰਹੇ? ਗਵਰਨਰ ਜਨਰਲ ਰਹੇ ਸੀਗੇ, ਤਾਂ ਜੋ ਕਿ ਜਿਹੜਾ ਉਹਨਾਂ ਨੇ ਭਾਰਤ ਨੂੰ ਆਜ਼ਾਦ ਕਰਨ ਦਾ ਜਿਹੜਾ ਐਕਟ ਪਾਸ ਕੀਤਾ ਹੈ ਉਹਨੂੰ ਚੰਗੀ ਤਰ੍ਹਾਂ ਲਾਗੂ ਕੀਤਾ ਜਾ ਸਕੇ। ਜਿਹੜੇ ਰਾਜਾ ਗੋਪਾਲਚਾਰੀ ਹੈ, ਜਦੋਂ ਲਾਰਡ ਮਾਊਂਟਬੈਟਨ ਛੱਡ ਗਏ ਜੂਨ ਤੋਂ ਬਾਅਦ, ਉਦੋਂ ਇੱਕੋ ਹੀ ਭਾਰਤੀ ਹੈ ਜਿਹੜੇ ਆਪਣੇ ਗਵਰਨਰ ਜਨਰਲ ਰਹੇ ਹੈ। ਰਾਜਾ ਗੋਪਾਲਚਾਰੀ ਹੈ ਉਹ ਪਹਿਲੇ ਭਾਰਤੀ ਗਵਰਨਰ ਜਨਰਲ ਵੀ ਰਾਜਾ ਸੀ ਗੋਪਾਲਚਾਰੀ ਨੂੰ ਕਿਹਾ ਜਾਂਦਾ ਹੈ। ਅੰਤਿਮ ਗਵਰਨਰ ਜਨਰਲ ਭਾਰਤੀ ਵੀ ਕਿਹਨਾਂ ਨੂੰ ਕਿਹਾ ਜਾਂਦਾ? ਸੀ ਰਾਜਾ ਗੋਪਾਲਚਾਰੀ ਜੀ ਨੂੰ ਹੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਗਵਰਨਰ ਜਨਰਲ ਦੀ ਪੋਸਟ ਖਤਮ ਕਰਤੀ ਸੀ ਤੇ ਕਾਹਦੀ ਪੋਸਟ ਆ ਗਈ ਸੀਗੀ? ਰਾਸ਼ਟਰਪਤੀ ਦੀ। ਕਿਹਦੀ ਪੋਸਟ ਆ ਗਈ ਸੀਗੀ? ਰਾਸ਼ਟਰਪਤੀ ਦੀ। ਤੇ ਪਹਿਲੇ ਰਾਸ਼ਟਰਪਤੀ ਕੌਣ ਸੀ ਆਪਣੇ? ਡਾਕਟਰ ਰਜਿੰਦਰ ਪ੍ਰਸਾਦ ਜੀ। ਡਾਕਟਰ ਰਜਿੰਦਰ ਪ੍ਰਸਾਦ ਜੀ ਆਪਾਂ ਉੱਪਰ ਕੀਤਾ। ਠੀਕ ਹੈ ਜੀ, ਅੱਗੇ ਕਰੀਏ। ਅੱਗੇ ਭਾਰਤੀ ਸੰਵਿਧਾਨ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਇਹ ਤੁਹਾਨੂੰ ਕਈ ਵਾਰ ਦੱਸਦਾ, ਭਾਰਤੀ ਸੰਵਿਧਾਨ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ ਹੈ? ਡਾਕਟਰ BR ਅੰਬੇਦਕਰ ਜੀ ਨੂੰ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹ ਚੇਅਰਮੈਨ ਸੀਗੇ ਕਿਹੜੀ ਕਮੇਟੀ ਦੇ? ਡਰਾਫਟਿੰਗ ਕਮੇਟੀ ਦੇ। ਕਿਹੜੀ ਕਮੇਟੀ ਦੇ? ਡਰਾਫਟਿੰਗ ਕਮੇਟੀ ਦੇ ਕੀ ਸੀਗੇ? ਚੇਅਰਮੈਨ। ਤੇ ਡਰਾਫਟਿੰਗ ਕਮੇਟੀ ਦਾ ਕੀ ਕੰਮ ਸੀਗਾ? ਸਾਰੀਆਂ ਕਮੇਟੀਆਂ ਤੋਂ ਰਿਪੋਰਟਾਂ ਪ੍ਰਾਪਤ ਕਰਕੇ ਸੰਵਿਧਾਨ ਦਾ ਖਰੜਾ ਤਿਆਰ ਕਰਨਾ, ਸੰਵਿਧਾਨ ਨੂੰ ਤਿਆਰ ਕਰਨਾ। ਇਸ ਕਰਕੇ ਇਹਨਾਂ ਨੂੰ ਕੀ ਬੋਲਿਆ ਜਾਂਦਾ? ਭਾਰਤੀ ਸੰਵਿਧਾਨ ਦਾ ਪਿਤਾਮਾ। ਤੇ ਇਹ ਵੀ ਯਾਦ ਰੱਖਿਓ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ ਤੇ ਉਹਦੇ ਵਿੱਚ ਕੁੱਲ ਕਿੰਨੇ ਮੈਂਬਰ ਸੀਗੇ? 7। ਤੇ ਡਾਕਟਰ BR ਅੰਬੇਦਕਰ ਜੀ ਕੀ ਸੀਗੇ? ਉਸ ਕਮੇਟੀ ਦੇ ਚੇਅਰਮੈਨ। ਅੱਗੇ ਪਹਿਲੇ ਸਿੱਖਿਆ ਮੰਤਰੀ ਕੌਣ ਸੀਗੇ? ਆਹ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਜਵਾਹਰ ਲਾਲ ਨਹਿਰੂ ਜੀ ਹੈ ਇਹ ਪਹਿਲੇ ਪ੍ਰਧਾਨ ਮੰਤਰੀ ਸੀ। ਜਵਾਹਰ ਲਾਲ ਨਹਿਰੂ ਜੀ ਕੀ ਸੀ? ਪਹਿਲੇ ਪ੍ਰਧਾਨ ਮੰਤਰੀ। ਸਰਦਾਰ ਵੱਲਭ ਭਾਈ ਪਟੇਲ ਆਪਣੇ ਸੀਗੇ ਗ੍ਰਹਿ ਮੰਤਰੀ। ਕਿਹੜੇ ਸੀਗੇ? ਗ੍ਰਹਿ ਮੰਤਰੀ। BR ਅੰਬੇਦਕਰ ਜੀ ਕੀ ਸੀਗੇ? ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ। BR ਅੰਬੇਦਕਰ ਜੀ ਪਹਿਲੇ ਕਾਨੂੰਨ ਮੰਤਰੀ। ਤੇ ਮੌਲਾਨਾ ਅਬਦੁਲ ਕਲਾਮ ਆਜ਼ਾਦ ਕੀ ਸੀਗੇ? ਆਪਣੇ ਪਹਿਲੇ ਸਿੱਖਿਆ ਮੰਤਰੀ। ਪਹਿਲੇ ਸਿੱਖਿਆ ਮੰਤਰੀ ਪੁੱਛਿਆ, ਕੀ ਆਨਸਰ ਆਏਗਾ? ਮੌਲਾਨਾ ਅਬਦੁਲ ਕਲਾਮ ਆਜ਼ਾਦ। ਅੱਗੇ ਸੰਵਿਧਾਨ ਸੰਸ਼ੋਧਨ। ਤੁਹਾਨੂੰ ਹੁਣੇ ਦੱਸਿਆ ਸੰਸ਼ੋਧਨ ਦਾ ਮੀਨਿੰਗ ਹੁੰਦਾ ਅਮੈਂਡਮੈਂਟ ਕਰਨਾ, ਚੇਂਜ ਲੈ ਕੇ ਆਉਣੀ, ਤਬਦੀਲੀ। ਭਾਰਤੀ ਸੰਵਿਧਾਨ ਨੂੰ ਜਿਹੜਾ ਚੇਂਜ ਕਰਨ ਦੀ ਧਾਰਨਾ ਕਿਹੜੇ ਦੇਸ਼ ਤੋਂ ਲਈ ਗਈ ਹੈਗੀ ਹੈ? ਕਿਹੜੇ ਦੇਸ਼ ਤੋਂ ਲਈ ਗਈ ਹੈ? ਦੱਖਣੀ ਅਫਰੀਕਾ। ਕਿਹੜੇ ਦੇਸ਼ ਤੋਂ ਲਈ ਗਈ ਹੈ? ਸਾਊਥ ਅਫਰੀਕਾ। ਓਕੇ ਜੀ, ਆਪਣਾ ਅੱਜ ਦਾ ਇਹ ਟੌਪਿਕ ਵੀ ਕੀ ਹੋ ਗਿਆ? ਖਤਮ ਹੋ ਗਿਆ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਤੁਹਾਨੂੰ ਇਹ ਟੌਪਿਕ ਕਿਵੇਂ ਲੱਗਿਆ ਇਹ ਥੋੜ੍ਹਾ ਜਿਹਾ ਮੈਸੇਜ ਦੇ ਵਿੱਚ ਦੱਸਣਾ। ਤੇ ਆਪਣੀ ਕਲਾਸ ਅੱਜ ਇੱਥੇ ਹੀ ਖਤਮ ਹੁੰਦੀ ਹੈ। ਤੁਹਾਨੂੰ ਇਹ ਵੀਡੀਓ ਅਸੀਂ ਨਾ ਇਹਦੀ PDF ਕਾਪੀ ਗਰੁੱਪ 'ਚ ਪਾ ਦੇਣੀ ਹੈ, ਤੁਸੀਂ ਇਹਨੂੰ ਇੱਕ ਵਾਰ ਦੋ ਵਾਰੀ ਪੜ੍ਹ ਲਿਓ। ਤੁਹਾਨੂੰ ਇਹਦੀ ਜਾਣੀ ਕਿ ਕੋਈ ਬੁੱਕ ਵਗੈਰਾ ਖਰੀਦਣ ਦੀ ਜ਼ਰੂਰਤ ਨਹੀਂ। ਬੁੱਕ ਤੁਸੀਂ ਸਿਰਫ ਇੱਕ ਰੀਜਨਿੰਗ ਦੀ ਖਰੀਦ ਲਓ ਪ੍ਰੈਕਟਿਸ ਲਈ। ਇੱਕ ਤੁਸੀਂ ਕਿਹੜੀ ਖਰੀਦ ਲਓ? ਮੈਥ ਦੀ, ਜੋ ਵੀ ਤੁਹਾਨੂੰ ਬਿਲਕੁਲ ਵਧੀਆ ਲੱਗਦੀ ਹੈ। ਸਭ ਤੋਂ ਬੈਸਟ ਹੁੰਦੀ ਹੈ ਵੈਸੇ RS ਅਗਰਵਾਲ। ਜੇ ਤੁਸੀਂ ਕਰ ਸਕਦੇ ਹੋ ਤਾਂ ਤੁਸੀਂ ਵੇਖੋ ਕੋਈ ਵੀ ਕੰਪੀਟੀਸ਼ਨ ਐਗਜ਼ਾਮ ਹੈ ਆਲ ਇੰਡੀਆ ਵਿੱਚ, NDA IAS PCS, ਉਦੋਂ ਉੱਪਰ ਕੁਝ ਵੀ ਨਹੀਂ ਹੈਗਾ। ਨਹੀਂ ਤਾਂ ਕੋਈ ਉਪਕਾਰ ਦੀ, ਅਰਿਹੰਤ ਦੀ ਕਿਤਾਬ ਖਰੀਦ ਲਓ, ਉਹ ਵੀ ਕਾਫੀ ਵਧੀਆ ਹੁੰਦੀ ਹੈ ਵੈਸੇ। ਅਰਿਹੰਤ, ਉਪਕਾਰ, ਠੀਕ ਹੈ ਜੀ, ਟਾਇਰਾ ਵੀ ਆਉਂਦੀ ਹੈ, ਕਈ ਕਿਤਾਬਾਂ ਆਉਂਦੀਆਂ, ਦੇਖ ਲਿਓ। ਓਕੇ ਜੀ, ਥੈਂਕ ਯੂ, ਧੰਨਵਾਦ। ਇਹ ਗਰੁੱਪ 'ਚ ਦੱਸੋ ਅੱਛਾ ਜੀ ਥੋੜ੍ਹਾ ਚੈਟ ਦੇ ਵਿੱਚ ਕਿਵੇਂ ਲੱਗਿਆ? ਓਕੇ ਜੀ, ਥੈਂਕ ਯੂ। ਹੁਣ ਕੱਲ੍ਹ ਮਿਲਦੇ ਹਾਂ ਆਪਾਂ।
ਆਪਾਂ।